ਤੋ ਦਿਸ ਸੁਭਟ ਜਬੇ ਜੁਰ ਆਏ, ਧੁੰਦਬ ਢੋਲ ਮਰਦੰਗ ਬਜਤ ਸੁਣ, ਸਾਵਣ ਮੇਘ ਲਜਾਏ। ਦੋਹਾਂ ਪਾਸਿਆਂ ਤੋਂ ਜਦੋਂ ਸੂਰਮੇ ਆ ਕੇ ਜੁੜ ਕੇ ਢੋਲ ਮਾਰੂ ਸ਼ੰਖ ਵੱਜਣ ਲੱਗੇ, ਸੁਣ ਸਾਵਣ ਮੇਘ ਲਜਾਏ। ਬਸ ਸਾਉਣ ਦੇ ਬੱਦਲ ਵੀ ਸੁਣ ਕੇ ਸ਼ਰਮਿੰਦੇ ਹੁੰਦੇ ਨੇ। ਯਾਨੀ ਸਾਉਣ ਦੇ ਜਿਹੜੀਆਂ ਬੱਦਲ ਗੱਜਦੇ ਨੇ ਉਦੋਂ ਜ਼ਿਆਦਾ ਆਵਾਜ਼ ਹੋਣ ਲੱਗੀ। ਦੇਖਣ ਦੇਵ ਅਦੇਵ ਮਹਾਹਵ, ਚੜੇ ਵਿਬਾਨ ਸੁਹਾਏ। ਜਿਹੜੇ ਦੇਵਤੇ ਸੀਗੇ ਭਗਵਾਨਾਂ ਤੇ ਚੜ੍ਹ ਕੇ ਮਹਾਹਵ, ਹਵ ਹੁੰਦਾ ਰਣ, ਮਹਾ ਬੜਾ ਜਿਹੜਾ ਯੁੱਧ ਸੀ, ਬਹੁਤ ਬੜਾ ਯੁੱਧ ਸੀ, ਉਹਨੂੰ ਦੇਖਣ ਵਾਸਤੇ ਭਗਵਾਨਾਂ ਤੇ ਚੜ੍ਹ ਕੇ ਦੇਵਤੇ ਆਏ। ਆਕਾਸ਼ ਦੇ ਵਿੱਚ ਜਿਹੜੀਆਂ ਰਹਿੰਦੇ ਨੇ ਨਾ, ਜਦ ਆਪਾਂ ਕਹਿੰਦੇ ਜਿਵੇਂ ਜਿਨ੍ਹਾਂ ਕੋਈ ਸਰੀਰ ਨਹੀਂ ਹੁੰਦਾ, ਉਹਨਾਂ ਕੋਲ ਸਿੱਖਾਂ ਕੋਲ ਸਿੱਖੀ ਵਾਸਤੇ ਹੁੰਦਾ ਵੀ ਇਹਦੇ ਉੱਤੇ ਕਿਵੇਂ ਆਵੇ, ਇੱਛਾ ਹੁੰਦੀ ਹੈ ਨਾ। ਜਿਹੜੇ ਹੁਣ ਜਿੰਨੇ ਸਿੰਘ ਸ਼ਹੀਦ ਹੋਏ ਨੇ ਪਹਿਲਾਂ ਸਿੱਖੀ ਵਾਸਤੇ, ਉਹਨਾਂ ਦੀ ਆਤਮਾ ਉੱਥੇ ਹੀ ਖੜੀ ਹੈ, ਸੂਈ ਉੱਥੇ ਅਟਕੀ ਹੋਈ ਹੈ। ਸਿੱਖੀ ਦੇ ਹੱਕ 'ਚ ਸੂਈ ਅਟਕੀ ਰਹਿੰਦੀ ਹੈ, ਉਹਨਾਂ ਦੀ ਆਤਮਾ ਦੀ ਸੂਈ ਉੱਥੇ ਹੀ ਅਟਕੀ ਹੋਈ ਹੈ। ਆਤਮਾ ਥੋੜ੍ਹੀ ਮਰਦੀ ਹੈ। ਕਰਤਾ ਸਰੀਰ ਕਰਕੇ ਤਾਂ ਕੁਛ ਕਰ ਨਹੀਂ ਸਕਦੇ, ਲੇਕਿਨ ਇੱਛਾ ਤਾਂ ਹੁੰਦੀ ਹੈ ਉਹਨਾਂ ਦੀ। ਹੁਣ ਦੇਖਦੇ ਨੇ ਵੀ ਫੈਸਲਾ ਕੀ ਹੁੰਦਾ। ਚੜੇ ਵਿਬਾਨ ਸੁਹਾਏ। ਹਾਂ, ਵਿਬਾਨਾਂ ਤੇ ਚੜੇ ਹੋਏ ਸੋਹਣੇ ਲੱਗਦੇ ਨੇ। ਵਿਬਾਨ ਕੀ ਹੈ? ਵਿਬਾਨ ਹੁੰਦਾ ਕੋਈ ਵਿਬਾਨ ਨਹੀਂ ਹੁੰਦਾ, ਵਿਮਾਨ ਹੁੰਦਾ ਵਿਬਾਨ ਹੈ। ਇਹ ਜਿਹੜੀ ਹੁਕਮ ਦੇ ਵਿੱਚ ਨੇ ਉਹ ਤੇ ਝਾਕਦੇ ਨੇ ਇੱਧਰ ਨੂੰ, ਹੁਕਮ ਦੇਖਦੇ ਨੇ। ਹੁਕਮ ਨਾਲੇ ਹੋ ਰਹੇ ਨੇ ਜੰਗ, ਜੰਗ ਹੁਕਮ ਨਾਲੇ ਹੋ ਰਿਹਾ, ਹੁਕਮ ਨਾਲੇ ਜੰਮਣ ਮਰਨਾ, ਹੁਕਮ ਨਾਲੇ ਹਾਰ ਜਿੱਤ ਹੈ। ਇਹਦੇ ਤੇ ਦ੍ਰਿਸ਼ਟੀ ਹੈ ਉਹਨਾਂ ਦੀ, ਹੁਕਮ ਦੇ ਉੱਤੇ। ਬੇਬਾਨ ਕਹਿੰਦੇ ਨੇ ਜਿੱਥੇ ਆਵਾਜ਼, ਆਦਮੀ ਦੀ ਆਵਾਜ਼ ਤਾਂ ਹੈ ਨਹੀਂ, ਹਵਾ ਵਾਲੀ ਆਵਾਜ਼ ਨਹੀਂ ਹੈ। ਬਾਣੀ ਵੀ ਹੈ ਔਰ ਬਾਣੀ ਕੰਨਾਂ ਨੂੰ ਸੁਣਨ ਵਾਲੀ ਹੈ ਵੀ ਨਹੀਂ, ਬੇਬਾਨ। ਬਾਣੀ ਤਾਂ ਹੈਗੀ ਪਰ ਕੰਨਾਂ ਨੂੰ ਸੁਣਨ ਵਾਲੀ ਨਹੀਂ। ਇਹਦੇ ਤੇ ਜੁੜੇ ਹੋਏ ਨੇ ਉਹ, ਇਹਦੇ ਨਾਲ ਜੁੜੇ ਹੋਏ ਨੇ। ਹੁਕਮ ਵੱਲ ਝਾਕਦੇ ਨੇ, ਹੁਕਮ ਕੀ ਹੋ ਰਿਹਾ, ਫੈਸਲਾ ਕੀ ਹੋਊਗਾ। ਜੇ ਤਾਰ ਹੁਣ ਮੈਚ ਦੇਖਦੇ ਆਪਾਂ ਨੂੰ ਕੀ ਪਤਾ ਜੇ ਤਾਰ ਕੀ ਹੋਊ। ਧਿਆਨ ਤਾਂ ਦੇਖਣ ਵਾਲਾ, ਉਹ ਤਾਂ ਮੈਚ ਦੇਖਦੇ ਨੇ ਵੀ ਕੀ ਹੋ ਰਿਹਾ ਕੁਦਰਤ ਦਾ। ਕੰਚਨ ਜਟਤ ਖਚੇ ਰਤਨਨ ਨਖ, ਗੰਧਰਵ ਨਗਰ ਰਸਾਏ। ਕੰਚਨ ਨਾਲ ਜਿਹੜੇ ਜੜੇ ਹੋਏ ਨੇ ਨਾ, ਕੁੰਡਲ ਕੰਡਲ ਪਾਏ ਹੋਏ ਨੇ ਇਹਨਾਂ ਦੇ ਆਪਣੇ। ਲੱਖ ਹੈ, ਨਖ ਨਹੀਂ ਹੈ, ਲਫ਼ਜ਼ ਲੱਖ 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 ਦੇਖ ਕੇ। ਅੱਛਾ। ਗੰਧਰਵ ਸੀ ਜਿਹੜੇ ਬਾਹਰ ਉੱਪਰ, ਉਹਨਾਂ ਨੇ ਇਹਨਾਂ ਦੇ ਸੋਨਾ ਸਾਨਾ ਦੇਖਿਆ, ਸਾਧਾਂ ਦੇ ਪਾਇਆ। ਇਹ ਸਾਧਾ ਸੋਨੇ ਦਾ ਕੀ ਮਤਲਬ ਹੈ? ਇਹਦਾ ਪਖੰਡੀ ਨੇ। ਸਾਧ ਜਦ ਤੁਸੀਂ ਘਰ ਬਾਰੇ ਛੱਡਤਾ, ਫਿਰ ਸੋਨਾ ਤੁਸੀਂ ਜੜੀ ਫਿਰਦੇ ਹੋ, ਚ ਹੀਰੇ ਰਤਨ ਜੜੇ ਫਿਰਦੇ ਹੋ ਤੁਸੀਂ। ਇਹ ਜ਼ਰੂਰ ਇਹ ਨਹੀਂ ਵੀ ਠੀਕ ਹੈਗੇ। ਇਹ ਧਰਮ ਤੋਂ ਖੁੱਜੇ ਹੋਏ, ਵਿੱਚੋਂ ਕੁਛ ਨੇ ਉੱਤੋਂ ਕੁਛ ਨੇ। ਇਹ ਤਾਂ ਉੱਤੋਂ ਹੀ ਗਲਤ ਨੇ, ਦੇਖਣ 'ਚ ਗਲਤ ਨੇ। ਗੰਧਰਵ ਨਗਰ ਰਸਾਏ। ਜਦੋਂ ਵੀ ਕੋਈ ਧਰਮ ਦੇ ਵਿੱਚ ਪ੍ਰਦਰਸ਼ਨ ਮਾਇਆ ਦਾ ਹੋ ਜਾਏ, ਉਹ ਧਰਮ ਰਹਿੰਦਾ ਹੀ ਨਹੀਂ ਹੁੰਦਾ। ਵਿਸ਼ਨੂੰ ਦੇ ਧਰਮ ਨੂੰ ਤਾਂ ਧਰਮ ਮੰਨਿਆ ਹੀ ਨਹੀਂ ਹੋਇਆ ਗੁਰਬਾਣੀ ਨੇ, ਕਿ ਪੰਡਤ ਉਹਦਾ ਵਿਸ਼ਨੂੰ ਦਾ ਨਾ ਉਹਦਾ ਮੰਨਿਆ ਹੀ ਨਹੀਂ ਹੋਇਆ। ਵਿਸ਼ਨੂੰ ਤਾਂ ਆ ਦੇਖੋ ਲੜਦੇ ਕੌਣ ਨੇ? ਲੜਦੇ ਨਾਗੇ ਨੇ। ਦੇਵਤਾ ਨੇ ਲੜਨਾ ਹੀ ਨਹੀਂ ਹੈ, ਹਥਿਆਰ ਸੁੱਟ ਦੇਣੇ ਨੇ। ਇਹ ਤਾਂ ਹਰੇਕ ਮੂਹਰੇ ਹਥਿਆਰ ਸੁੱਟ ਦਿੰਦੇ ਨੇ। ਧਾਰਮਿਕ ਹੁੰਦੇ ਹੀ ਨਹੀਂ ਹੈ। ਲੜਦੇ ਉਹ ਨੇ ਜਿਹੜੇ ਕੁਛ ਮਾੜਾ ਮੋਟਾ ਧਰਮ ਦਾ ਕਰਦੇ ਹੋਣ, ਚਾਹੇ ਗਲਤ ਕਰਦੇ ਹੋਣ। ਆਪਣੀ ਜਾਣ ਤਾਂ ਠੀਕ ਹੈ ਕਰਦੇ ਹੁੰਦੇ ਨੇ, ਆਪਣੇ ਜਾਣ ਤਾਂ ਠੀਕ ਹੈ ਕਰਦੇ ਹੁੰਦੇ ਨੇ। ਉਹੀ ਮਾੜੀ ਮੋਟੀ ਗੱਲਬਾਤ ਕਰਦੇ ਨੇ, ਲੜਦੇ ਨੇ। ਬਾਕੀ ਤਾਂ ਚੁੱਪ ਕਰਦੇ ਹੁੰਦੇ ਨੇ। ਅਕਾਲ ਹੀ ਨਹੀਂ ਕੋਈ ਬੋਲਦਾ। ਗੁਰਮਤਿ ਦੇ ਆ ਗਏ ਆ ਹੋਰ ਮਿਸ਼ਨਰੀ ਵਾਲੇ ਬੋਲਣਗੇ ਮਾੜੇ ਮੋਟੇ। ਦੇਖੋ ਨਾ, ਜਿਹੜਾ ਆਦਮੀ ਧਰਮ ਦੇ ਵਿੱਚ ਲੱਗਿਆ ਹੋਵੇ ਉਹਨੂੰ ਤਾਂ ਚੀਜ਼ ਹੁੰਦੀ ਹੋਈ ਹੈ, ਉਹ ਬੋਲਦਾ। ਉਹਨੂੰ ਪਤਾ ਸੀ ਵੀ ਅਸੀਂ ਕਰਦੇ ਤੇ ਧਰਮ ਦਾ ਕੰਮ ਐਡਾ, ਜਿਹੜੇ ਸਾਡੀ ਬਿਲਕੁਲ ਅਸੀਂ ਗਲਤ ਸੀ। ਚਲੋ ਭੁਲੇਖਾ ਹੁੰਦਾ, ਪਰ ਬੋਲਦੇ ਉਹੀ ਨੇ ਜਿਹੜੇ ਧਰਮ ਦੇ ਕਰਮ 'ਚ ਲੱਗੇ ਹੋਣ। ਦੂਏ ਬੋਲਦੇ ਨਹੀਂ, ਦੂਏ ਚੁੱਪ ਹੋ ਜਾਂਦੇ। ਕੰਚਨ ਜਟਤ ਖਚੇ ਰਤਨਨ ਲਖ,
ਗੰਧਰਵ ਨਗਰ ਰਸਾਏ। ਉਹ ਕੰਚ ਰਤਨਾਂ 'ਚ ਖੱਚਤ ਹੋਇਆ ਨੇ ਜਿਹੜੇ ਧਾਰਮਿਕ ਆਦਮੀ ਸਾਧ, ਉਹ ਗੰਧਰਵ ਕਹਿੰਦੇ ਵੀ ਇਹ ਤਾਂ ਅਸੀਂ ਤਾਂ ਗਾਉਂਦੇ, ਗੰਧਰਵ ਗਾਉਂਦੇ ਰਹਿੰਦੇ ਨੇ ਨਾ ਵੀ ਇਹ ਤਾਂ ਜਿਹੜਾ ਕੁਛ ਅਸੀਂ ਗਾਉਂਦੇ ਰਹੇ ਹਾਂ ਇਹਨਾਂ ਦਾ ਧਰਮ ਦੇ ਕੀਰਤਨ ਕਰਦੇ ਰਹੇ ਹਾਂ, ਇਹਨਾਂ ਦੇ ਭਜਨ ਗਾਉਂਦੇ ਰਹੇ ਹਾਂ, ਉਹਦੇ ਹਿਸਾਬ ਨਾਲ ਇਹਦਾ ਠੀਕ ਨਹੀਂ ਹੈ। ਉਹਨੇ ਵੀ ਗੁੱਸੇ ਜਾ ਕੇ ਵੀ ਇਹ ਤਾਂ ਬਈ ਨਹੀਂ ਧਾਰਮਿਕ ਆਦਮੀ ਨਹੀਂ ਹੈਗੇ। ਕਛ ਕਛ ਕਾਜ ਕਛੇ ਕਛਨੀ ਚੜ ਕੋਪ ਭਰੇ ਨਿਜ ਕਾਏ। ਹਾਂ, ਨਹੀਂ ਜਕਾਏ, ਨਹੀਂ ਜਕੇ ਉਹ ਨਹੀਂ ਗੰਧਰਵ ਨਹੀਂ ਜਕੇ। ਹੁਣ ਗੰਧਰਵ ਜਗਦੇ ਰਹਿੰਦੇ ਨੇ, ਰਾਗੀ ਨਹੀਂ ਜਗਦੇ। ਪ੍ਰਚਾਰਕਾਂ ਮੂਹਰੇ ਪ੍ਰਚਾਰਕ ਜਿਹੜਾ ਹੁੰਦਾ ਨਾ ਉਹਨੂੰ ਗਿਆਨ ਹੁੰਦਾ ਹੈ, ਰਾਗੀ ਨੂੰ ਗਿਆਨ ਨਹੀਂ ਹੁੰਦਾ। ਰਾਗੀ ਦਾ ਕੀਰਤਨ ਕਰਦਾ, ਉਹਨੂੰ ਜੇ ਗਿਆਨ ਹੁੰਦਾ ਹੈ ਰਾਗੀ ਨੂੰ ਸਿਰਫ ਰਾਗ ਵਿਦਿਆ ਦਾ ਗਿਆਨ ਹੁੰਦਾ। ਜੋ ਪੜ੍ਹਦਾ ਗਾਉਂਦਾ ਉਹਦਾ ਉਹਨੂੰ ਗਿਆਨ ਨਹੀਂ ਹੁੰਦਾ, ਅਰਥਬੋਧ ਨਹੀਂ ਹੁੰਦਾ ਰਾਗੀ। ਉਹ ਪ੍ਰਚਾਰ ਕਰਾਂ ਨਹੀਂ ਪੰਗਾ ਲੈਂਦਾ ਹੈਗਾ, ਉਹ ਆਪਣਾ ਕੀਰਤਨ ਕਰਦਾ, ਆਪਣਾ ਖਿਸਕ ਜਾਂਦਾ ਉੱਥੋਂ। ਸੁਣਦੇ ਵੀ ਘੱਟੇ ਨੇ ਉਹ ਬਹਿ ਕੇ। ਇਹ ਜਿਹੜੇ ਰਾਗੀ ਸੀ ਕਾਚ ਕਛੇ ਕਛਨੀ ਚੜ, ਹਾਂ, ਉਹ ਵੀ ਟਿੱਪਣੀਆਂ ਕਰਨ ਲੱਗ ਗਏ ਨਾ, ਤੇ ਟਿੱਪਣੀਆਂ ਕੱਛਣਾ ਟਿੱਪਣੀਆਂ ਹੁੰਦਾ ਵੀ ਆਹ ਚੰਗਾ ਵੀ ਨਹੀਂ ਜਕਾਏ ਜਗੇ ਨਹੀਂ। ਜਗੇ ਨਹੀਂ ਹੁਣ ਜਗਦੇ ਰਹਿੰਦੇ ਨੇ ਨਾ ਰਾਗੀ ਇਹਨਾਂ ਤੇ, ਧਾਰਮਿਕ ਆਦਮੀਆਂ ਤੇ ਕੁਝ ਕਹਿਣ ਤੇ ਬਚਦੇ ਰਹਿੰਦੇ ਨੇ। ਉਹ ਜਦੋਂ ਆਪਸ ਵਿੱਚ ਹੀ ਲੜ ਪਏ, ਉਧਰ ਉਧਰ ਹੀ ਗੱਲਾਂ ਚੱਲ ਪਈਆਂ, ਪੋਲਾਂ ਖੁੱਲ੍ਹਣ ਲੱਗ ਗਈਆਂ। ਮਤਲਬ ਉਹਦੀਆਂ ਗੱਲਬਾਤ ਵੀ ਹੁੰਦੀ ਹੈ ਨਾ। ਤੀਰ ਜਿਹੜੇ ਪ੍ਰਯੋਗ ਬਾਣ ਚੱਲਦੇ ਨੇ, ਅਸਲ ਦੇ ਵਿੱਚ ਪ੍ਰਯੋਗ ਬਾਣ ਇੱਕ ਬਾਣ ਹੁੰਦਾ, ਇੱਕ ਪ੍ਰਯੋਗ ਬਾਣ ਹੁੰਦਾ। ਪ੍ਰਯੋਗ ਬਾਣ ਤਾਂ ਗੱਲਬਾਤ ਦਾ ਹੀ ਬਾਣ, ਬਾਣੀ ਦਾ ਬਾਣ ਹੈ ਪ੍ਰਯੋਗ ਬਾਣ। ਇੱਕ ਬਾਣ ਇੱਕ ਪ੍ਰਯੋਗ ਬਾਣ। ਪ੍ਰਯੋਗ ਬਾਣ ਤਾਂ ਜਿਹੜਾ ਆਪਾਂ ਬਾਣੀ ਦਾ ਬਾਣ ਚਲਾਉਣ, ਤਰਕ ਜਿਹਨੂੰ ਆਪਾਂ ਕਹਿੰਦੇ, ਡਿਸਕਸ਼ਨ ਚੱਲ ਰਹੀ ਹੈ। ਤਰਕ ਵੀ ਚੱਲਦੇ ਨੇ, ਦੂਈ ਲੜਾਈ ਵੀ ਚੱਲਦੀ ਹੈ। ਦੂਈ ਲੜਾਈ ਪਰੇ ਚੱਲਦੀ ਹੈ। ਜਿੱਥੇ ਇਹ ਚੱਲਦਾ ਹੁਣ ਆਊਗਾ ਥੋੜ੍ਹੀ ਅਗਲੇ ਇਹ ਆਪਣੇ ਕੋਲੇ ਤੇ ਕੋਈ ਤਰਕੇ ਚੱਲਦਾ ਸੀ। ਇਹ ਜੋ ਲੜਾਈ ਪਰੇ ਬਾਹਰ ਚੱਲਦੀ ਸੀ। ਪਹਿਲਾਂ ਅੜ ਦੇ ਜਿਹੜੇ ਹੁੰਦੇ ਨੇ ਨਾ ਲੀਡਰਾਂ ਦੇ ਵੀ ਸਪੋਰਟਰ ਅੜ ਜਾਂਦੇ ਹੁੰਦੇ ਨੇ। ਲੀਡਰ ਕਿੱਥੇ ਅੜ ਜਾਂਦੇ ਨੇ? ਲੀਡਰ ਤਾਂ ਪਰੇ ਹੀ ਹੁੰਦੇ ਨੇ, ਸਪੋਰਟਰ ਅੜ ਜਾਂਦੇ ਨੇ। ਸਪੋਰਟਰ ਛੇਤੀ ਲੜਦੇ ਨੇ, ਉਹ ਅੜ ਜਾਂਦੇ ਨੇ ਪਰੇ। ਸਪੋਰਟਰ ਤਾਂ ਦੋਹਾਂ ਪਾਸਿਆਂ ਦੇ ਜਿਹੜੇ ਲੜਦੇ ਸੀ, ਲੀਡਰ ਨਹੀਂ ਸੀ ਲੜਦੇ। ਲੀਡਰ ਗੱਲਬਾਤ ਕਰਦੇ ਸੀ। ਕਛ ਕਛ ਕਾਜ ਕਛੇ ਕਛਨੀ ਚੜ, ਕਛਨੀ ਚੜ ਮਤਲਬ ਉਹ ਵੀ ਜਿਹੜੀਆਂ ਗੱਲਾਂ ਸੁਣਦੇ ਨੇ ਇੱਧਰੋਂ, ਜਿਹੜਾ ਸੀ ਆਪਣਾ ਨਾਥ ਪਾਰਸਨਾਥ ਦੀ ਵਜ਼ਨਦਾਰ ਗੱਲਾਂ ਨੇ ਵੀ ਚਟਾਂ 'ਚ ਯੋਗ ਨਹੀਂ ਹੈ, ਤਾਂ ਹੀ ਤਾਂ ਤੁਸੀਂ ਸੋਨਾ ਪਾਉਣ ਲੱਗੇ। ਫਿਰ ਘਰ ਬਾਰ ਕਾਹਨੂੰ ਛੱਡਿਆ ਸੀ, ਹੁਣ ਹੀਰੇ ਕਾਹਤੇ ਪਾਉਂਦੇ ਹੋ? ਉਹ ਜਦ ਇਹੋ ਜਿਹੀਆਂ ਗੱਲਾਂ ਕਰਨ ਲੱਗਿਆ, ਉਹ ਕਹਿੰਦੇ ਗੱਲ ਠੀਕ ਕਹਿੰਦਾ ਹੈ। ਉਹ ਠੀਕ ਯਾਨੀ ਜਿੱਧਰ ਵੋਟ ਪੈਂਦੀ ਹੈ ਉੱਧਰ ਉਹ ਕਛਾਂ ਟਿੱਪਣੀਆਂ ਉਹ ਵੀ ਕਰਨ ਲੱਗ ਗਿਆ ਵੀ ਉਹ ਠੀਕ ਕਹਿੰਦਾ, ਆਹ ਗਲਤ ਕਹਿੰਦਾ, ਆਹ ਝੂਠਾ, ਆਹ ਸੱਚਾ। ਕੋਊ ਕੋਊ ਰਹੇ ਸੁਭਾਗ ਰਣ ਮੰਡਲ, ਕੋਈ ਇੱਕ ਛਾੜ ਪਰਾਏ। ਕੋਈ ਬਚਿਆ ਹੁਣ ਉੱਥੇ ਚਰਚਾ ਕਰਨ ਵਾਲਾ, ਕਈ ਤਾਂ ਛੱਡ ਕੇ ਖਿਸਕ ਗਏ। ਦੇਖਿਆ ਵੀ ਆਪਾਂ ਝੂਠੇ ਹੁੰਦੇ ਜਾਂਦੇ ਹਾਂ ਹੌਲੀ ਹੌਲੀ। ਉੱਥੇ ਵੀ ਬੈਠੇ ਹੋਣੇ ਨੇ ਨਾ ਗੰਧਰਵ, ਉੱਥੇ ਵੀ ਵੋਟ ਪਾਉਣ ਲੱਗ ਗਏ ਵੀ ਗੱਲ ਬਈ ਉਹ ਦੇਖ ਲੈਂਦੇ ਨੇ ਵੀ ਹੁਣ ਧੜਾ ਕਿੱਧਰ ਆ ਭਾਰੀ। ਆਮ ਪਬਲਿਕ ਦੀ ਜਿਹੜੀ ਆਵਾਜ਼ ਹੈ, ਹੋਰ ਜਿਹੜੇ ਗੁਣੀ ਗਿਆਨੀ ਨੇ ਕਈ ਤਰ੍ਹਾਂ ਦੇ, ਉਹ ਕਿੱਧਰ ਨੂੰ, ਉਹਨਾਂ ਦਾ ਝੁਕਾ ਕਿੱਧਰ ਨੂੰ। ਕੋਈ ਬਚਿਆ, ਬਾਕੀ ਛੱਡ ਕੇ ਚਲੇ ਗਏ। ਝਿਮ ਝਿਮ ਮਹਾ ਮੇਘ ਪਰਲੇ ਜਿਉ, ਬਿੰਦਰ ਸਿੱਖ ਬਰਸਾਏ। ਬ੍ਰਿੰਦ ਜਿਵੇਂ ਚਿਮ ਬੂੰਦਾਂ ਪੈਂਦੀਆਂ ਹੁੰਦੀਆਂ ਨੇ, ਟਾਮੀਆਂ ਗੱਲਾਂ ਇਹਦੇ ਹੱਕ 'ਚ ਹੋਰ ਵੀ ਉੱਥੋਂ ਹੋਣ ਲੱਗ ਗਈ। ਜਿਵੇਂ ਮੇਘ ਲੰਬਾ ਹੁੰਦਾ, ਦੂਰ ਤੱਕ ਹੁੰਦਾ, ਬੂੰਦ ਕਿਤੇ ਕਿਤੇ ਪੈਂਦੀ ਹੈ, ਕਿਤੇ ਕਿਤੇ ਗੱਲ ਪਾਰਸਨਾਥ ਦੇ ਹੱਕ ਦੀ ਉਹ ਹੋਣ ਲੱਗ ਗਈ। ਚਿਮ ਬੂੰਦ ਉਹਦੇ ਹੱਕ 'ਚ ਪੈਣ ਲੱਗ ਗਈ। ਹੁਣ ਜਦ ਇੱਥੇ ਕੋ ਉੱਥੇ ਉਹਦੇ ਹੱਕ 'ਚ ਬੋਲਦੇ ਨੇ, ਦੂਏ ਫਿਰ ਚੁੱਪ ਕਰ ਜਾਂਦੇ ਨੇ। ਵੀ ਹੱਕ ਜਿਹੜੇ ਨਿਊਟਰਲ ਆਦਮੀ ਸੀ ਦੇਖਣ ਵਾਲੇ, ਉਹ ਵੀ ਹੱਕ ਜਦ ਬੋਲਣ ਲੱਗ ਜਾਣ, ਫਿਰ ਦੂਈ ਧਿਰ ਚੁੱਪ ਕਰਦੀ ਹੋਈ ਹੁੰਦੀ ਹੈ। ਨਹੀਂ ਦੂਆ ਹੀ ਮੂਹਰੇ ਖੜਾ ਹੁੰਦਾ ਵੀ ਗੱਲ ਤਾਂ ਇਹ ਠੀਕ ਕਹਿੰਦੇ ਨੇ, ਵੀ ਤੁਸੀਂ ਗਲਤ ਹੋ। ਫਿਰ ਝੂਠਾ ਤਾਂ ਫਿਰ ਚੁੱਪ ਕਰਨਾ ਹੀ ਪੈਂਦਾ। ਝੂਠੇ ਪਬਲਿਕ ਜਦ ਜਿਹੜੀ ਨਿਊਟਰਲ ਪਬਲਿਕ ਹੁੰਦੀ ਹੈ, ਜਦ ਉਹ ਬੋਲਣ ਲੱਗ ਜੇ,
ਉਹ ਚਿਮ ਬੂੰਦ ਉਹਦੀ ਪੈਣ ਲੱਗੀ ਅੜਦਾ ਤੇ ਵੋਟ। ਹਾਂਜੀ, ਐਸੋ ਨਿਰਖ ਵੱਡੇ ਕਵਤਕ ਕਹਿ ਪਾਰਸ ਆਪ ਸਿਧਾਏ। ਜਦ ਇਹ ਜਾ ਕੌਤਕ ਹੋਇਆ ਵੀ ਸਾਰੇ ਹੱਕ 'ਚ ਬੋਲਣ ਲੱਗੇ ਹੋਰ ਵੀ। ਕਵਤਕ ਕਹਿ, ਹਾਂ ਐਸੋ ਨਿਰਖ ਵੱਡੇ ਕਵਤਕ ਕਹਿ ਪਾਰਸ ਆਪ ਸਿਧਾਏ। ਹਾਂ, ਐਸਾ ਵੀ ਪਾਸਾ ਪਲਟ ਗਿਆ ਮੇਰੇ ਹੱਕ 'ਚ ਪਬਲਿਕ ਦਾ। ਉਹਨਾਂ ਨਾਲ ਵੀ ਜਿਹੜੇ ਬੰਦੇ ਸੀ, ਦੂਜਿਆਂ ਨਾਲ ਵੀ ਹੁੰਦੇ ਨੇ ਨਾ, ਉਹ ਵੀ ਕਹਿੰਦੇ ਵੀ ਗੱਲ ਆਪਣੇ 'ਚ ਕਸੂਰ ਹੈ, ਵੀ ਆਪਣੇ 'ਚ ਕਸੂਰ ਹੈ, ਵੀ ਕਮੀ ਹੈ। ਕਮੀ ਨੂੰ ਕਮੀ ਮੰਨਣਾ ਪਊਗਾ। ਜਿਹੜੇ ਆਦਮੀ ਵਧੀਆ ਹੁੰਦੇ ਨੇ ਉਹ ਕਮੀ ਨੂੰ ਕਮੀ ਮੰਨ ਲੈਂਦੇ ਨੇ। ਪਾਰਸ ਫਿਰ ਆਪ ਆਇਆ ਉੱਠ, ਪਾਰਸ ਆਪ ਸਿਧਾਏ, ਆਪ ਉੱਠ ਕੇ ਆਇਆ। ਭੈਰੋਂ ਵਿਸ਼ਨਪਦ ਤੋ ਪ੍ਰਸਾਦ ਦੈਰੇ ਦੈਰੇ ਦਿਹੀ ਦਮਾਮਾ। ਫਿਰ ਉੱਠ ਕੇ ਆਇਆ, ਕਹਿੰਦਾ ਐਂ ਕਰੋ ਹੁਣ ਜਿਹੜੇ ਨਹੀਂ ਮੰਨਦੇ ਚਲੋ ਹੁਣ ਸਾਰੀ ਜੰਗ ਨੂੰ ਜੁੜੋ, ਹੁਣ ਦਮਾਮਾ ਵਜਾ ਦਿਓ। ਜਿਹੜੇ ਗੱਲਾਂ ਬਾਤਾਂ ਨਾਲ ਨਹੀਂ ਮੰਨਦੇ ਨਾ, ਹੁਣ ਦੂਈ ਜੰਗ ਕਰ ਲਓ। ਨਹੀਂ ਮੰਨ, ਜਿਹੜਾ ਹੁਣ ਮੈਂ ਨਾ ਮੰਨੂ ਵਾਲਾ ਅੱਜ ਉੱਥੇ ਕੋਈ ਇਲਾਜ ਨਹੀਂ। ਕੁਛ ਮੰਨ ਗਏ ਜਿਹੜੇ ਬਿਲਕੁਲ ਦੇਖਿਆ ਵੀ ਹੁਣ ਨਹੀਂ ਮੰਨਦੇ, ਕਹਿੰਦਾ ਫਿਰ ਹੁਣ ਦਮਾਮਾ ਵਜਾਓ। ਜਿੱਥੇ ਤੱਕ ਜਾਵਾਂਗੇ ਭੱਜਣਗੇ ਉੱਥੇ ਤੱਕ ਆਪਣਾ ਰਾਜ ਕਾਇਮ ਕਰ ਲਾਂਗੇ। ਜਿਹੜਾ ਖੜੂ ਨਹੀਂ ਜੰਗਲਾਂ 'ਚ ਭੱਜੂਗਾ, ਜੰਗਲਾਂ 'ਚ ਭੱਜੂ ਜਾਂ ਲੜੂਗਾ ਜਾਂ ਭੱਜੂਗਾ। ਕਰਹੂੰ ਰੁੰਡ ਮੁੰਡ ਬਸਦਾ ਪਰ ਲਖਤ ਸਵਰਗ ਕੀ ਬਾਮਾ। ਕਹਿੰਦਾ ਜਿਹੜੇ ਸਵਰਗ ਦੇ ਵਿੱਚ ਜਿੰਨੀਆਂ ਮੱਤਾਂ ਨੇ ਸਵਰਗ ਦੀਆਂ, ਸਵਰਗ ਤੱਕ ਲਿਜਾਣ ਵਾਲੀਆਂ, ਇਹ ਦੇਖਦੀਆਂ ਰਹਿਣ। ਉੱਤੇ ਮੱਤਾਂ ਵਾਲੇ ਬੰਦੇ ਬਥੇਰੇ ਦੇਖਦੇ ਨੇ ਨਾ, ਇੱਥੇ ਵੀ ਹੁੰਦੇ ਨੇ ਉੱਥੇ ਵੀ ਹੁੰਦੇ ਨੇ। ਦੇਖਦੇ ਦੇਖਦੇ ਮੈਂ ਇੱਕ ਜੋਗੀ ਜਟਾਂ ਵਾਲਾ ਨਹੀਂ ਛੱਡਣਾ, ਸਾਰਿਆਂ ਨੂੰ ਮੁੰਨ ਦੇਣੇ। ਸਾਰਿਆਂ ਨੂੰ ਕਰਹੂੰ ਰੁੰਡ ਮੁੰਡ ਬਸਦਾ ਪਰ, ਰੁੰਡ ਕਰ ਦੇਣੇ ਨੇ, ਸਾਰਿਆਂ ਦੇ ਸਿਰ ਰੁੰਡ ਕਰ ਦੇਣੇ ਨੇ, ਇੱਕ ਵੀ ਨਹੀਂ ਛੱਡਣਾ ਮੈਂ ਜਟਾਂ ਵਾਲਾ। ਧੁਕ ਧੁਕ ਪਰੈ ਧਰਨ ਭਾਰੀ ਭਟ ਵੀਰ ਮੈਂ ਤਾਲ ਰਜਾਉਂ। ਦੇਖੋ ਸਾਡੇ ਉਪਦੇਸ਼ ਨਾਲ ਕੀਤੀ ਹੈ ਜਿਹੜਾ ਕੰਮ ਨਾ, ਇੱਥੇ ਤਲਵਾਰ ਦੇ ਜ਼ੋਰ ਤੋਂ ਕਰ ਰਹੇ, ਅਸੀਂ ਨਹੀਂ ਕਰਦੇ ਇਹ ਕੰਮ। ਗੁਰੂ ਘਰ ਨੇ ਨਹੀਂ ਕੀਤਾ ਇਹ ਕੰਮ। ਉਹਦੀ ਹਿਸਟਰੀ ਦੱਸੀ ਹੈ ਉਹਨਾਂ ਦੀ, ਹਿੰਦੂਆਂ ਨੂੰ, ਉਹਨਾਂ ਦੀ। ਇਹ ਤੁਹਾਡੇ ਜਿਹੜੇ ਨੇ ਇਹ ਤੁਹਾਡੇ ਮਤਲਬ ਪਿੱਛੇ ਮੰਨੇ ਹੋਏ ਅਵਤਾਰ ਨੇ। ਜੇ ਉਹਨਾਂ ਨੇ ਆਹ ਕੰਮ ਕੀਤਾ, ਜੇ ਮੁਸਲਮਾਨਾਂ ਨੇ ਤੁਹਾਡੇ ਨਾਲ ਕਰ ਲਿਆ, ਫਿਰ ਕੀ ਪਾਪ ਹੈ? ਪਿੜਤ ਥੋੜੀ ਪਾਈ ਹੋਈ ਹੈ, ਪਿੜਤ ਤਾਂ ਤੁਹਾਡੀ ਉਹ ਪਾਈ ਹੋਈ ਆ। ਆਹ ਗ੍ਰੰਥ ਤਾਂ ਤੁਹਾਡੇ ਰਿਕਾਰਡ ਰੱਖਿਆ ਹੋਇਆ, ਇਹੀ ਪੜ੍ਹ ਕੇ ਤੁਹਾਡੇ ਤੇ ਵਰਤ ਲਿਆ ਉਹਨਾਂ ਨੇ। ਇਹਨੂੰ ਤੋੜਿਆ, ਇਹ ਪ੍ਰਥਾ ਨੂੰ ਤੋੜਿਆ ਗੁਰੂ ਘਰ ਨੇ, ਭਗਤਾਂ ਨੇ ਤੋੜਿਆ। ਉਹ ਕਹਿੰਦੇ ਨਹੀਂ। ਹਾਂ, ਉਹਨੂੰ ਤੁਸੀਂ ਦੱਸ ਦਿਓ ਜੇ ਮੰਨਦਾ ਨਹੀਂ ਮੰਨਦਾ, ਛੂਟ ਹੈ। ਮੱਤਾਂ ਸਾਰੀਆਂ ਰਹਿਣਗੀਆਂ, ਇੱਕੋ ਸਕੂਲ ਨਹੀਂ ਕਰ ਸਕਦੇ ਅਸੀਂ ਸਾਰੀ ਵਰਲਡ ਦਾ। ਇੱਕ ਲੈਵਲ ਦੀ ਪੜ੍ਹਾਈ ਨਹੀਂ ਕਰ ਸਕਦੇ, ਇੱਕ ਲੈਵਲ ਦੀ ਬੁੱਧੀ ਹੈ ਨਹੀਂ। ਪ੍ਰਾਇਮਰੀ ਸਕੂਲ ਵੀ ਹੈਗੇ ਨੇ, ਮਿਡਲ ਵੀ ਹੈਗੇ ਨੇ, ਹਾਈ ਵੀ ਹੈਗੇ ਨੇ, ਕਾਲਜ ਵੀ ਹੈਗੇ ਨੇ, ਯੂਨੀਵਰਸਿਟੀਆਂ ਵੀ ਹੈਗੀਆਂ। ਸਾਰੇ ਹੀ ਰਹਿਣਗੇ। ਜਿੰਨੀ ਕੁ ਬੁੱਧੀ ਹੈ ਉਨੀ ਕੁ ਗਿਆਨ ਸਮਝੂਗਾ। ਹਾਂ, ਉਹ ਜਿਹੜੇ ਉੱਥੇ ਚੋਰ ਹਰਾਮ ਖੋਰ ਨੇ ਉਹਨਾਂ ਮੱਤਾਂ 'ਚ, ਉਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ। ਪੜ੍ਹਾਈ ਠੀਕ ਪੜ੍ਹਾਈ ਜਾਵੇ ਥੱਲੇ ਤੇ ਉੱਤੇ ਤੱਕ, ਗਲਤ ਪੜ੍ਹਾਈ ਨੂੰ ਪੜ੍ਹਾਈ ਜਾਵੇ। ਇਹਦੇ ਵਿੱਚ ਇਹ ਤਾਂ ਹੈ ਜ਼ਰੂਰ, ਪਰ ਇਹ ਨਹੀਂ ਹੈ ਵੀ ਹੁਣ ਥੋੜ੍ਹੀ ਬੁੱਧੀ ਵਾਲਿਆਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ। ਡਿਵੈਲਪ ਤਾਂ ਸਾਰਿਆਂ ਨੇ ਕਰਨਾ। ਧੁਕ ਧੁਕ ਪਰੈ ਧਰਨ ਭਾਰੀ ਭਟ ਵੀਰ ਮੈਂ ਤਾਲ ਰਜਾਉਂ। ਹਾਂ, ਜਿਹੜੇ ਬੜੇ ਬੜੇ ਸੂਰਮੇ ਨੇ ਉਹ ਬਹੁਤ ਗੁੱਸੇ 'ਚ ਆਉਂਦੇ ਨੇ ਚੜ੍ਹ ਕੇ ਤੁਕ ਤੁਕ। ਉਹ ਫਿਰ ਮੈਂ ਵੀ ਜਾ ਕੇ ਉਹਨਾਂ ਨਾਲ ਉਹਨਾਂ ਨੂੰ ਵੱਢ ਕੇ ਧਰਤੀ ਦੇ ਸੁੱਟੂਗਾ। ਵੀਰ ਬੈਤਾਲ ਨੇ ਜਿਹੜੇ ਭੂਤ ਪ੍ਰੇਤ ਰਜਦੇ ਰਹਿਣਗੇ, ਉਹਦੇ ਨਾਲ ਗਿੱਜਾਂ ਰਜਦੀਆਂ ਰਹਿਣਗੀਆਂ। ਭੂਤ ਪਿਸਾਚ ਡਾਕਣੀ ਜੋਗਣ ਕਾਕਣ ਰੁਦਰ ਪਿਵਾਉਂ। ਇਹ ਜਿਹੜੇ ਭੂਤ ਹੁੰਦੇ ਨੇ, ਡਾਕਣੀਆਂ ਹੁੰਦੀਆਂ ਨੇ, ਪਿਸਾਚ ਹੁੰਦੇ ਨੇ, ਪ੍ਰੇਤ ਹੁੰਦੇ ਨੇ, ਇਹ ਕਹਿੰਦੇ ਬੜੇ ਖੁਸ਼ ਹੁੰਦੇ ਨੇ ਜੇ ਜੰਗ ਹੁੰਦੀ ਹੈ। ਉਹ ਮੰਨਦੇ ਨੇ ਵੀ ਇਹ ਖੁਸ਼ ਹੁੰਦੇ ਨੇ, ਤੇ ਉਹ ਉਹਨਾਂ ਨੂੰ ਮੈਂ ਖੂਨ ਪਾਉਂ, ਸਾਰਿਆਂ ਦਾ ਖੂਨ। ਜੋਗਣ ਕਾਕਣ ਰੁਦਰ ਪਿਵਾਉਂ। ਹਾਂ, ਰੁਦਰ ਖੂਨ ਨੂੰ ਕਹਿੰਦੇ ਨੇ, ਰੁਦਰ ਖੂਨ ਹੁੰਦਾ। ਭੱਕ ਭੱਕ ਉੱਠੇ ਭੀਮ ਭੈਰੋ ਰਣ ਅਰਧ ਉਰਧ ਸੰਘਾਰੋਂ। ਜਿਹੜੇ ਗੁੱਸੇ ਨਾਲ ਉੱਠਦੇ ਨੇ ਨਾ, ਭਿਆਨਕ ਭੈਰੋ
ਪੱਕ ਪੱਕ ਉਠੇ ਭੀਮ ਭੈਰੋ ਰਾਮ। ਪੈਰੋਂ ਹੁਣ ਇਹਨਾਂ ਦੇ ਹੀ ਨੇ, ਸ਼ਿਵ ਜੀ ਦੇ ਚੇਲੇ ਹੀ ਹੁੰਦੇ ਨੇ ਇਹਨਾਂ ਚੋਂ। ਜਿਹੜੇ ਵਿਗੜ ਜਾਂਦੇ ਨੇ ਨਾ, ਕਰੂਰ ਹੋ ਜਾਂਦੇ ਨੇ, ਕਰੂਰ ਸੁਭਾਅ ਵਾਲੇ, ਨਿਆਣੇ ਚੱਕ ਲੈਣੇ, ਤਾਂਤਰਿਕ ਹੋ ਗਏ, ਕੱਚਾ ਮਾਸ ਮੜੀਆਂ ਜੋ ਖਾ ਲੈਣੇ, ਭੈਰੋ ਨੇ। ਉਹ ਵੀ ਨੇ ਭੈਰੋਂ ਝੋਲੀ ਵਾਲੇ, ਜਿਹੜੇ ਖੜਦੇ ਨਹੀਂ ਸਾਧ, ਖੜਦੇ ਨੇ ਫਿਰੀ ਜਾਂਦੇ ਨੇ, ਔਰ ਘੁੰਗਰੂ ਵਾਲੇ ਨੂੰ ਭੈਰੋਂ ਕਹਿੰਦੇ ਨੇ। ਇਹ ਸ਼ਿਵ ਜੀ ਦੇ ਉਹ ਚੋਂ ਹੀ ਨੇ, ਇਹ ਖਾਨਦਾਨ ਚੋਂ ਸ਼ਿਵ ਜੀ ਦੇ ਭਗਤੇ ਕਹਾਉਂਦੇ ਨੇ ਸਾਰੇ। ਉਹ ਜਿਹੜੇ ਨੇ ਉੱਠਣਗੇ, ਪੱਕ ਪੱਕ ਉਠੇ ਭੀਮ ਬੜੇ ਭੈਰੋ ਰਾਮ। ਗੁੱਸੇ ਨਾਲ ਉੱਠਦੇ ਨੇ ਨਾ ਗੱਲ ਕਰਨ ਵਾਸਤੇ, ਜਾਂ ਗੱਲ ਕਰਦੇ ਨੇ ਉਹ ਗੁੱਸੇ 'ਚ ਕਰਦੇ ਨੇ ਗੱਲ, ਸ਼ਾਂਤੀ ਨਾਲ ਨਹੀਂ ਕਰਦੇ। ਗਿਆਨ ਜਦ ਹੋਵੇ ਤਾਂ ਗੁੱਸੇ 'ਚ ਆਦਮੀ ਗੱਲ ਕਰਦਾ। ਜਿਹਦੇ ਕੋਲ ਤਾਂ ਗੱਲ ਦਾ ਜਵਾਬ ਹੈ, ਗਿਆਨ, ਉਹਨੂੰ ਗੁੱਸਾ ਕਰਨ ਦੀ ਲੋੜ ਨਹੀਂ। ਜੇ ਉਹ ਗੁੱਸਾ ਕਰਦਾ ਹੋਰ ਤਰ੍ਹਾਂ ਦਾ ਕਰਦਾ, ਉਹ ਕਹਿੰਦਾ ਵੀ ਤੁਸੀਂ ਕਿਉਂ ਝੂਠ ਕਾਹਤੇ ਬੋਲਦੇ ਹੋ। ਇਹ ਗੱਲ ਕਰਨੀ ਹੋਰ ਗੱਲ ਹੈ। ਇੱਕ ਹੈ ਤੁਸੀਂ ਗੁੱਸੇ 'ਚ ਗੱਲ ਨੂੰ ਲੜਾਈ 'ਚ ਬਦਲ ਦੇਣਾ, ਵੀ ਪੁਆਇੰਟ 'ਤੇ ਗੱਲੇ ਨਾਲ ਰੌਲੇ 'ਚ ਪਾ ਦੇਣੀ ਗੱਲ, ਰੌਲੇ 'ਚ ਪਾਉਣੀ। ਉਹ ਗੁੱਸਾ ਹੋਰ ਕਿਸਮ ਦਾ ਰੌਲੇ 'ਚ ਮਤਲਬ ਝੂਠ ਨੂੰ ਬਾਰ-ਬਾਰ ਕਹੀ ਜਾਣਾ ਤੇ ਵਿਚਿੱਤ ਰਹਿਣਾ, ਨਾ ਜਾਣ ਬੁੱਝ ਕੇ ਨਾ ਸਮਝਣਾ ਗੱਲ ਨੂੰ, ਇਹ ਗੱਲ ਹੋਰ ਹੈ। ਉਹ 'ਤੇ ਗੁੱਸਾ ਕਰਨਾ ਗੱਲ ਹੋਰ ਹੈ। ਅਰਧ ਉਰਧ ਸੰਘਾਰੋਂ, ਅਰਧ ਉਰਧ ਸੰਘਾਰੂ, ਥੋੜ੍ਹਾ ਜਿਹੜਾ ਅੰਦਰਲਾ ਆਤਮਾ ਦਾ ਮੰਨਿਆ ਹੋਇਆ, ਚਾਹੇ ਮਨ ਦੇ ਲੈਵਲ 'ਤੇ ਮੰਨਿਆ ਹੋਇਆ ਧਰਮ, ਉਹ ਮੈਂ ਦੋਹਾਂ ਨੂੰ ਨਹੀਂ ਰਹਿਣ ਦੇਣਾ। ਅਰਧ ਉਰਧ ਕਈ ਤਾਂ ਝੂਠ ਨੂੰ ਸੱਚ ਮੰਨੀ ਬੈਠੇ ਹੁੰਦੇ ਨੇ, ਝੂਠੇ ਧਰਮ ਨੂੰ ਸੱਚੇ ਮੰਨੀ ਬੈਠੇ ਨੇ ਅੰਦਰੋਂ ਬਾਹਰੋਂ। ਕਈ ਜਾਣਦੇ ਹੁੰਦੇ ਨੇ ਝੂਠਾ ਹੈ, ਉੱਤੋਂ ਮੰਨੀ ਬੈਠੇ ਹੁੰਦੇ ਨੇ। ਅਰਧ ਉਰਧ ਦੋ ਹੈ, ਅੰਦਰੋਂ ਬਾਹਰੋਂ ਮੰਨਿਆ ਹੋਇਆ ਸੱਚ ਹੈ, ਠੀਕ ਹੈ। ਉਰਧ ਉਹੀ ਹੈ, ਬਾਹਰੋਂ ਮੰਨਿਆ ਹੋਇਆ, ਅੰਦਰਲਾ ਦਾ ਮੰਨਦਾ ਨਹੀਂ। ਅੰਦਰਲਾ ਦਾ ਮੰਨਦਾ ਵੀ ਹੈ ਨਹੀਂ, ਪਖੰਡੇ ਹੈ। ਸਾਡਾ ਮੱਤ ਜਿਹੜੀ ਅਸੀਂ ਲਈ ਬੈਠੇ ਹਾਂ, ਇਹ ਕੋਈ ਸੱਚੀ ਨਹੀਂ ਹੈ। ਹੁਣ ਸੰਤ ਨੇ ਸਾਰਿਆਂ ਨੂੰ ਪਤਾ ਵੀ ਅਸੀਂ ਗਲਤ ਹਾਂ, ਸਭ ਜਾਣਦੇ ਨੇ ਗਲਤ ਹੋਈ, ਚੁੱਪ ਨੇ। ਅੰਦਰੋਂ ਕਿਤੇ ਆਇਆ ਨਹੀਂ, ਅੰਦਰੋਂ ਨਹੀਂ ਮੰਨਦੇ ਵੀ ਅਸੀਂ ਭਗਤ ਹਾਂ, ਸਭ ਜਾਣਦੇ ਨੇ। ਜੇ ਅੰਦਰੋਂ ਬਾਹਰੋਂ ਭਗਤ ਮੰਨਦੇ ਹੋਣ ਫਿਰ ਤਾਂ ਕਬੀਰ ਦੇ ਲੈਵਲ ਦੇ ਹੋ ਜਾਣੇ। ਫਿਰ ਟਿੱਪਣੀ ਕਰਨ ਗਲਤ ਹੈ, ਜਿਹੜਾ ਅੰਦਰੋਂ ਬਾਹਰੋਂ ਇੱਕ ਹੁੰਦਾ ਟਿੱਪਣੀ ਕਰਦਾ ਦੂਏ 'ਤੇ ਗਲਤ 'ਤੇ। ਇਹ ਸੰਤਾਂ ਦੇ ਖਿਲਾਫ ਬੋਲਦੇ ਕਦੇ ਨਹੀਂ। ਫਿਰ ਇਹ ਦੱਸਣ ਗਲਤ ਕੌਣ ਹੈ? ਇਹ ਜੇ ਕਹਿੰਦੇ ਨੇ ਸੰਤ ਦੀ ਨਿੰਦਿਆ ਠੀਕ ਨਹੀਂ ਹੈ, ਜਿਹੜੇ ਅਸੰਤ ਨੇ ਉਹਨਾਂ ਦੀ ਤਾਂ ਨਿੰਦਿਆ ਕਰਨੀ ਚਾਹੀਦੀ ਹੈ ਨਾ, ਗੁਰਬਾਣੀ ਨੇ ਕੀਤੀ ਨਹੀਂ ਹੈ। ਜਿਹੜੇ ਸੰਤਾਂ ਦੇ ਭੇਸ ਦੇ ਵਿੱਚ ਅਸੰਤ ਨੇ, ਪੁਲਿਸ ਨੂੰ ਤਾਂ ਪੁਲਿਸ ਵਾਲੇ ਦੱਸਣਗੇ ਵੀ ਆਹ ਜਾਲੀ ਹੈ, ਆਹ ਨਹੀਂ ਜਾਲੀ ਪੁਲਿਸ ਵਾਲਾ। ਸਾਨੂੰ ਕੀ ਪਤਾ ਵੀ ਪੁਲਿਸ ਕਿਹੜਾ ਜਾਲੀ ਹੈ ਕਿਹੜਾ ਨਹੀਂ ਜਾਲੀ। ਪੁਲਿਸ ਆ ਜਾਲੀ ਫਿਰਦੀ, ਪਬਲਿਕ ਨੂੰ ਕੀ ਪਤਾ ਜਾਲੀ ਕਿਹੜਾ ਨਹੀਂ ਜਾਲੀ ਕਿਹੜਾ। ਫੌਜੀ ਕੋਈ ਜਾਲੀ ਹੈ ਕੋਈ ਨਹੀਂ ਜਾਲੀ, ਫੌਜ ਨੂੰ ਪਤਾ, ਸਾਨੂੰ ਕੀ ਪਤਾ। ਇਹ ਦੱਸਣ ਵੀ ਆਹ ਜਾਲੀ ਹੈ ਸੰਤ, ਇਹ ਉਹਨੂੰ ਫੜਾਉਣ, ਇਹ ਫੜ। ਇਹ ਤਾਂ ਸਾਰੇ ਠੀਕ ਨੇ, ਸਾਰੇ ਗਲਤ ਨੇ। ਜਿਹੜੇ ਨਹੀਂ ਬੋਲਦੇ ਗਲਤ ਨੂੰ ਦੇਖ ਕੇ ਉਹ ਵੀ ਗਲਤ ਨੇ, ਤਾਂ ਨਹੀਂ ਬੋਲਦੇ। ਅਸੀਂ ਇਹਨੂੰ ਕਹਾਂਗੇ ਸਾਨੂੰ ਕਹਿ ਦੂਗਾ ਵੀ ਅਸੀਂ ਵੀ ਜਾਲੀ ਹਾਂ, ਇਹ ਵੀ ਜਾਲੀ ਹੈ। ਜਾਂ ਤਾਂ ਸਾਰੇ ਜਾਲੀ ਨੇ, ਜਾਂ ਫਿਰ ਸਾਰੇ ਠੀਕ ਨੇ। ਸਾਰੇ ਠੀਕ ਹੈ ਨਹੀਂ, ਇਹ ਪਤਾ ਸਭ ਨੂੰ। ਸਾਰੇ ਠੀਕ ਹੈ ਨਹੀਂ, ਇਹ ਤਾਂ ਗਰੰਟੀ ਹੈ। ਤੇ ਜਿਹੜੇ ਨਹੀਂ ਬੋਲਦੇ ਉਹ ਠੀਕ ਹੋ ਵੀ ਨਹੀਂ, ਇੱਥੋਂ ਹੀ ਪਤਾ ਲੱਗਦਾ ਉਹ ਠੀਕ ਹੋ ਵੀ ਨਹੀਂ। ਸਾਰੇ ਜਾਲੀ ਨੇ। ਜਿਹੜਾ ਜਾਲੂ ਨੂੰ ਦੇਖ ਕੇ ਬੋਲਦਾ ਨਹੀਂ, ਖੁਦ ਵੀ ਜਾਲੀ ਹੈ। ਇਹ ਤਾਂ ਬੋਲੂਗਾ, ਉਹ ਨਹੀਂ ਰਹਿ ਸਕਦਾ ਬੋਲੇ ਬਿਨਾਂ। ਕਬੀਰ ਕਹਿੰਦਾ ਨਹੀਂ ਬਾਨਾਰਸ ਕੇ ਠੱਗ ਉਹ ਹਰ ਕੇ ਸੰਤਰਾ ਆਖੀਏ ਬਾਨਾਰਸ ਕੇ ਠੱਗ, ਤੇ ਕਹਦੇ ਨਹੀਂ ਕਹਿੰਦੇ। ਹਾਂਜੀ। ਇੰਦਰ ਚੰਦਰ ਸੂਰਜ ਬਰਨਾਦਿਕ ਆਜ ਸਵੈ ਚੁਨ ਮਾਰੂ। ਇੰਦਰ ਇਹ ਦੇਵਤਿਆਂ ਦੇ ਨੇ, ਦੇਵਤੇ ਮੰਨਦੇ ਨੇ, ਜੋਗੀ ਨਹੀਂ ਮੰਨਦੇ ਇੰਦਰ ਨੂੰ। ਲੜਾਈ ਦੇ ਵਿੱਚ ਹਾਲਾਂਕਿ ਦੇਵਤੇ ਨਹੀਂ ਹੈਗੇ ਸ਼ਾਮਲ। ਲੜਾਈ 'ਚ ਇਹੀ ਨੇ ਜੋਗੀ, ਸੰਨਿਆਸੀ ਨੇ। ਸੰਨਿਆਸੀ ਦੇ ਬਾਅਦ ਜੋਗੀ ਹੈ, ਇਹ ਜੋਗੀ ਹੈ। ਜੋਗੀ ਤਾਂ ਨਹੀਂ ਹੈ, ਇਹ ਮਤਲਬ ਨਾਥ ਹੈ। ਇੰਦਰ ਚੰਦਰ ਸੂਰਜ ਬਰਨਾਦਿਕ, ਜੋਗੀ ਦੋਹਾਂ ਦੇ ਵਿੱਚ ਕੋਮਲ ਲੱਗਦਾ। ਜੋਗ ਨੂੰ ਸੰਨਿਆਸੀ ਵੀ ਮੰਨਦੇ ਨੇ, ਜੋਗ ਨੂੰ ਦੂਏ ਵੀ ਮੰਨਦੇ ਨੇ। ਜੋਗ ਤਾਂ ਹੁੰਦਾ ਆਤਮਾ ਦੇ ਲੈਵਲ ਤੋਂ। ਸੰਨਿਆਸ ਭੇਖ ਨਾਲੇ ਸੰਬੰਧ ਹੈ। ਸੰਨਿਆਸ ਭੇਖ ਨਾਲ ਸੰਬੰਧ ਸੀ।
ਜਟਾਂ ਰੱਖਣੀਆਂ ਬਾਹਰਲੇ ਭੇਖ ਨਾਲ ਸੰਬੰਧ ਕਰ ਲਿਆ। ਵੈਸੇ ਸੰਨਿਆਸ ਭੇਖ ਨਾਲ ਸੰਬੰਧ ਹੈ ਨਹੀਂ ਸੀ, ਕਰ ਲਿਆ ਬਾਅਦ 'ਚ। ਹੈ ਸੰਨਿਆਸ ਵੀ ਨਹੀਂ ਸੀ ਭੇਖ ਨਾਲ, ਕਰ ਲਿਆ ਬਾਅਦ 'ਚ। ਉਹਨੇ ਨਾਂ ਬਦਲਤਾ ਬਾਅਦ ਦੇ ਵਿੱਚ, ਬਾਅਦ 'ਚ ਨਾਂ ਬਦਲ ਕੇ ਇਹਨਾਂ ਨੇ ਆਪਣਾ ਜੋਗ, ਉਹ ਕਹਿੰਦੇ ਸੀ, ਉਹ ਕਹਿੰਦੇ ਜੋਗ ਜਿਹੜਾ ਹੈਗਾ ਇਹ ਨਾਥ ਨਾਥ ਇੰਦਰ ਚੰਦਰ ਨਾਥ ਕਹਿੰਦੇ ਨੇ ਉਹਨੂੰ ਜਿਹਨੇ ਆਪਣਾ ਮਨ ਕਾਬੂ ਕੀਤਾ ਹੋਵੇ, ਜਿਹਨੇ ਮਨ ਦੇ ਨੱਥ ਪਾਈ ਹੋਈ ਹੋਵੇ ਉਹ ਨਾਥ ਹੈ। ਜਿਹਦਾ ਮਨ ਬੇਕਾਬੂ ਆ ਨਾਥ ਨਹੀਂ ਹੁੰਦਾ। ਆਪ ਨਾਥ ਨਾਥੀ ਸਭ, ਅਸਲ ਦੇ ਵਿੱਚ ਤਾਂ ਨਾਥ ਹੈਗਾ ਪਰਮੇਸ਼ਰ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ, ਜਿਹਦੇ ਹੁਕਮ 'ਚ ਹੈ। ਪਰ ਜਿਹਨੇ ਆਪਣਾ ਮਨ ਵੀ ਨੱਥਿਆ ਹੋਇਆ, ਮਨ ਵੀ ਕਾਬੂ ਕੀਤਾ ਹੋਇਆ, ਉਹ ਵੀ ਨਾਥ ਕਹਾ ਲੈਂਦਾ। ਸੰਸਾਰ 'ਚ ਉਹੀ ਨਾਥ ਹੋ, ਸੰਸਾਰ 'ਚ ਨਾਥ ਦੂਜਾ ਨਹੀਂ ਹੋ ਸਕਦਾ। ਉਹਦਾ ਨਾ, ਉਹ ਤਾਂ ਨਾਥ ਪਰਮੇਸ਼ਰ ਦਾ ਸੰਸਾਰ ਦੇ ਪਰੇ, ਉਹਦਾ ਹੈ ਉਹ ਬੜਾ ਨਾਥ। ਛੋਟੇ ਨਾਥ ਜਿਹੜੇ ਉਹਨੂੰ ਰਿਪਰੈਜ਼ੈਂਟ ਕਰਨਗੇ, ਉਹਨਾਂ ਦਾ ਮਨ ਭਾਣੇ ਚੱਲੂਗਾ, ਉਹਨਾਂ ਦਾ ਮਨ ਹੁਕਮ ਦੇ ਵਿੱਚ ਚੱਲੂ ਨਾ। ਹੁਕਮ ਉੱਥੇ ਕੀ ਹੋਊ, ਉਹਨਾਂ ਦਾ ਚਿੱਤ ਜਿਹੜਾ ਹੈਗਾ, ਉਹਨਾਂ ਦਾ ਜਿਹੜਾ ਗੁਰ ਕਾ ਭਾਣਾ ਹੈ, ਉਹ ਪਰਮੇਸ਼ਰ ਦਾ ਭਾਣਾ ਇੱਕ ਹੋਊਗਾ। ਗੁਰ ਕਾ ਭਾਣਾ ਜਿਹੜਾ ਹੈ ਔਰ ਪਰਮੇਸ਼ਰ ਦਾ ਭਾਣਾ ਜਦ ਇੱਕ ਹੋ ਜਾਊਗਾ ਤਾਂ ਮਨ ਉਹਦੇ 'ਚ ਚੱਲੂਗਾ। ਗੁਰ ਕੇ ਭਾਣੇ ਚੱਲ, ਗੁਰ ਕੇ ਭਾਣੇ ਜੇ ਚੱਲੇ ਭਾਈ, ਗੁਰ ਕਾ ਭਾਣਾ ਪਰਮੇਸ਼ਰ ਦਾ ਭਾਣਾ ਜਾਂ ਬਣ ਜਾਂਦਾ, ਫਿਰ ਇਹ ਨਾਥ ਇਹ ਕਹਾਉਂਦਾ। ਇਹ ਵੀ ਫਿਰ ਕਹਾ ਸਕਦਾ ਨਾਥ, ਫਿਰ ਹੀ ਸੰਤ ਕਹਾ ਸਕਦਾ। ਜਿਹਨੇ ਸਰੀਰ 'ਚ ਜਨਮ ਲਿਆ ਤਾਂ ਉਹ ਤਾਂ ਸੰਤ ਸੀ, ਉਹ ਤਾਂ ਹਰ ਕਾ ਸੰਤ ਬਣ ਗਿਆ। ਹਰ ਕੇ ਸੰਤ ਦਾ ਕੀ ਮਤਲਬ? ਇੱਕ ਸੰਤ ਹੈ, ਅੰਦਰਲਾ ਸੰਤ ਹੈ, ਇਹ ਹਰ ਕਾ ਸੰਤ ਹੈ। ਜਿਹੜਾ ਹਰ ਸੀ ਅੰਦਰ, ਘਟ ਘਟ ਮੈਂ ਹਰਜੂ ਬਸ ਹੈ, ਉਹ ਤਾਂ ਹੋ ਗਿਆ ਸ਼ਾਂਤ, ਸੰਤ ਹੋ ਗਿਆ, ਸ਼ਾਂਤੀ ਮਿਲ ਗਈ। ਇਹ ਉਹਦੇ ਨਾਲ ਜੁੜ ਕੇ ਇਹਨੂੰ ਵੀ ਸ਼ਾਂਤੀ ਮਿਲ ਗਈ। ਜਿਵੇਂ ਸੱਪ ਹੈ, ਸੱਪ ਦੇ ਅੰਦਰ ਅੱਗ ਹੁੰਦੀ ਹੈ, ਜ਼ਹਿਰ ਦੀ ਗਰਮੀ ਜ਼ਿਆਦਾ ਬੰਦਾ। ਚੰਦਨ ਦੇ ਦਰਖਤ ਨੂੰ ਜਾਂ ਲਿਬੜ ਜਾਂਦਾ, ਉਹਨਾਂ ਚਿਰ ਉਹਨੂੰ ਸ਼ਾਂਤੀ ਰਹਿੰਦੀ ਹੈ ਜਿੰਨਾ ਚਿਰ ਚੰਦਨ ਦੀ ਸੰਗਤ ਕਰਦਾ। ਇਵੇਂ ਮਨ ਜਿਹੜਾ ਹੈਗਾ, ਜਿੰਨਾ ਚਿਰ ਆਪਣੇ ਮੂਲ ਦੀ ਸੰਗਤ ਕਰਦਾ। ਚੰਦਨ, ਉਹ ਵੀ ਚੰਦਨ ਹੋ ਰਿਹਾ ਹੈ ਬਸੇ ਜੋ ਚੰਦਨ, ਚੰਦਨ ਦਾ ਮਤਲਬ ਠੰਡਕ, ਉਹਨਾਂ ਦੇ ਅੰਦਰ ਠੰਡ ਰਹਿੰਦੀ ਹੈ। ਚੰਦਨ ਦੀ ਲੱਕੜੀ ਠੰਡੀ ਹੁੰਦੀ ਹੈ, ਠੰਡੀ ਹੋ ਰਹਿੰਦੀ ਹੈ। ਚਾਹੇ ਚੰਦਨ ਇੱਥੇ ਵੀ ਹੋਵੇ, ਕੱਟ ਕੇ ਪਿਆ, ਲੱਕੜੀ ਸੁੱਕੀ ਹੋਵੇ, ਤੁਸੀਂ ਫੜ ਕੇ ਦੇਖੋ ਠੰਡਾ ਹੋ ਜਾਂਦਾ। ਜਿਹੜਾ ਚੰਦਨ ਦੇ ਨਾਲ ਜੁੜਿਆ ਰਹਿੰਦਾ, ਜਿੰਨਾ ਚਿਰ ਆਪਣੇ ਮੂੜ ਦੇ ਨਾਲ ਮਨ ਜੁੜਿਆ ਰਹਿੰਦਾ, ਉਹਨਾਂ ਚਿਰ ਸ਼ਾਂਤੀ ਰਹਿੰਦੀ ਹੈ। ਮੂੜ ਕੀ ਹੈ? ਹਰ ਹਰ ਓਏ ਹਰ ਕੇ ਸੰਤ, ਹਰ ਕੇ ਸੰਤ ਮਰੇ ਹੜੰਬੇ। ਇਹ ਜਿਹੜਾ ਬਾਹਰ ਸੰਤ ਹੈ, ਸੰਤ ਨਹੀਂ ਕਹਾ ਸਕਦਾ, ਇੰਡੀਪੈਂਡੈਂਟ ਸੰਤ ਨਹੀਂ ਹੁੰਦਾ, ਹਰ ਕਾ ਸੰਤ ਹੁੰਦਾ। ਕਿਸੇ ਦਾ ਸੰਤ ਹੈ ਇਹ, ਆਪ ਸੰਤ ਨਹੀਂ। ਜਿਹੜੇ ਸੰਤ ਡਰ ਕਹਾ ਨਹੀਂ ਸਕਦਾ ਇਹ ਸੰਤ ਹੈ। ਜੇ ਸੰਤ ਕਹਾਉਂਦਾ ਫਿਰ ਇਹਨੂੰ ਪਤਾ ਹੀ ਨਹੀਂ ਸੰਤ ਹੁੰਦਾ ਕੀ ਹੈ, ਫਿਰ ਤਾਂ ਇਹਨਾਂ ਨੂੰ ਸਮਝ ਨਹੀਂ ਸੰਤ ਕੀ ਹੁੰਦਾ। ਇੰਡੀਪੈਂਡੈਂਟ ਨਹੀਂ ਸੰਤ ਕਹਾ ਸਕਦਾ ਸਰੀਰ ਕਰਕੇ, ਹਰ ਕਾ ਸੰਤ ਹੈ ਉਹ। ਓਏ ਹਰ ਕੇ ਸੰਤ ਨਾ ਆਖੀ, ਵਾਨਾਰਸ ਕੇ ਠੱਗ, ਹਰ ਕੇ ਐਸੇ ਸੰਤ ਨਾ ਮੋਕੋ ਭਾਵੇਂ। ਬਿਲਕੁਲ, ਜਿਹੜੇ ਐਸੇ ਸੰਤ ਨਾ ਮੋਕੋ ਭਾਵੇਂ, ਕਬੀਰ ਨੇ ਕਿਹਾ, ਉਹੀ ਸੰਤ ਨੇ। ਡਾਲਾ ਸੋ ਪੇਡਾ ਗੜਕਾਵੇ, ਇਹ ਕੰਮ ਇਹ ਕਰਦੇ ਨੇ। ਇਹ ਖੂਬੀ ਸਾਰਿਆਂ 'ਚ ਇਹਨਾਂ 'ਚ, ਡਾਲਾ ਸੋ ਪੇਡਾ ਗੜਕਾਉਣ ਦੀ ਖੂਬੀ ਸਾਰਿਆਂ 'ਚ। ਕੋਈ ਸਾਰੀ ਉਹ ਜਾਇਦਾਦ ਦੇ ਦੇਵੇ, ਚੱਟ ਲੈ ਲੈਣਾ। ਡਾਲਾ ਸੋ ਪੇਡਾ ਗੜਕਾਵੇ ਵਾਲੀ ਖੂਬੀ ਹੈ ਸਾਰਿਆਂ 'ਚ ਇਹਨਾਂ 'ਚ। ਇੱਕ ਆਦਮੀ ਦੱਸੇ ਜੀ ਨਹੀਂ ਹੈਗੀ, ਜਿਹੜੇ ਹੈਗੇ ਉਹ ਸੰਤ ਵੀ ਨਹੀਂ ਕਹਾਉਂਦਾ ਹੈ। ਉਹ ਹੈਗਾ ਵੀ ਅੰਦਰ ਬੈਠਾ, ਉਹਨੂੰ ਨਹੀਂ, ਉਹਨੂੰ ਕੋਈ ਜਾਣਦਾ ਵੀ ਸ਼ਾਇਦ ਨਾ ਹੋਵੇ। ਜੇ ਕੋਈ ਇਹੋ ਜਿਹਾ ਹੋਵੇ ਉਹਨੂੰ ਜਾਣਦਾ ਵੀ ਹੈ ਨਹੀਂ, ਉਹਨੂੰ ਬੋਰਡ ਹੋਰਡਿੰਗ ਲਾਉਣ ਦੀ ਇੱਥੇ ਕੋਈ ਮਤਲਬ ਨਹੀਂ ਹੈ। ਹੋਰਡਿੰਗ ਨਹੀਂ ਲਾਉਂਦਾ ਸੜਕਾਂ 'ਤੇ। ਹਾਂਜੀ। ਇੰਦਰ ਚੰਦਰ ਸੂਰਜ ਵਰਨਾਦਿਕ, ਆਜ ਸਭੈ ਚੁਨ ਮਾਰੂ। ਇੰਦਰ ਚੰਦਰ ਵਰਣ ਹੁੰਦਾ ਜਲ ਦਾ ਦੇਵਤਾ, ਵਰੁਣ ਨਾਮ ਉਹਦਾ ਨਾ। ਵਰੁਣ ਜਲ ਦੇ ਦੇਵਤੇ ਨੂੰ ਕਹਿੰਦੇ ਨੇ, ਪਾਣੀ ਦੇ ਦੇਵਤੇ ਨੂੰ ਵਰੁਣ। ਆਜ ਸਭੈ ਚੁਨ ਮਾਰੂ, ਅੱਜ ਸਾਰਿਆਂ ਨੂੰ ਜੁੜ ਕੇ ਮਾਰ ਦਿੰਦੇ ਨੇ ਵੀ ਕਿਸੇ ਦੀ ਮਨੌਤ ਨਹੀਂ ਛੱਡਣੀ। ਮੰਨਦੇ ਸੀ ਨਾ ਲੋਕ, ਇਹਨਾਂ ਦੀ ਪੂਜਾ ਕਰਦੇ ਸੀ, ਚੰਦਰਮੇ ਦੀ, ਇੰਦਰ ਦੀ। ਇਹਨਾਂ ਨੂੰ ਸਾਰਿਆਂ ਨੂੰ ਮਾਰ ਦੂੰ ਅੱਜ,
ਕਿਸੇ ਦੀ ਮਨੌਤ ਨਹੀਂ ਛੱਡਣੀ। ਹਾਂਜੀ ਮੋਹੇ ਬਰ ਦਾਨ ਦੇਵਤਾ ਦੀਨਾ, ਜੇ ਸਰ ਔਰ ਨਾ ਕੋਈ। ਮੈਨੂੰ ਉਸ ਦੇਵਤੇ ਨੇ ਦਾਨ ਦਿੱਤਾ ਜਿਹਦੇ ਬਰਾਬਰ ਦਾ ਦੇਵਤਾ ਕੋਈ ਹੈ ਹੀ ਨਹੀਂ। ਚੱਡੀ ਨੇ ਵਰ ਦਿੱਤਾ ਨਾ, ਮੈਨੂੰ ਉਸ ਦੇਵ ਨੇ ਵਰ ਦਿੱਤਾ ਜਿਹਦੇ ਬਰਾਬਰ ਦਾ ਹੋਰ ਕੋਈ ਦੇਵ ਹੈ ਹੀ ਨਹੀਂ। ਮੈਂ ਹੀ ਭਇਓ ਜਗਤ ਕੋ ਕਰਤਾ, ਜੋ ਮੈਂ ਕਰੂੰ ਸੋ ਹੋਈ। ਕਹਿਤੀ ਹੋਈ ਗੱਲ, ਕਹਿਤੀ ਹੋਈ ਗੱਲ, ਇਹ ਵਾਲੀ ਗੱਲ ਕਹਿਤੀ। ਹੰਕਾਰ ਦੀ ਟੀਸੀ ਤੇ ਪਹੁੰਚ ਗਿਆ। ਹੰਕਾਰ ਦੀ ਟੀਸੀ ਤੇ ਮੈਂ ਭਇਓ ਜਗਤ ਕੋ ਕਰਤਾ, ਬਣਦਾ ਮਿਸੀ ਹੋਈ। ਹੁਣ ਮੈਂ ਹੀ ਕਰਦਾ ਜਗਤ, ਜੋ ਮੈਂ ਕਰੂੰਗਾ ਉਹੀ ਹੋਊ। ਸ਼ਕਤੀ ਦਾ ਨਸ਼ਾ ਹੋ ਗਿਆ। ਉਹ ਤੋਂ ਚਲੇ ਜਰਾ ਕੁ ਫਰਕ ਸੀ, ਜਰਾ ਕੁ ਫਰਕ ਸੀ, ਉਹ ਇੱਥੇ ਆ ਕੇ ਡਿੱਗਿਆ। ਫੂਲ ਜਿਹਾ ਫਰਕ ਚੱਲਿਆ ਉਹਦਾ ਉੱਥੇ ਸਮੈਲ 'ਚ, ਇੱਥੇ ਆ ਕੇ ਦੇਖ ਲਓ ਕੀ ਲਾਵਾ ਫਟ ਗਿਆ, ਸਾਰੇ ਲਾਵਾ ਫਟ ਗਿਆ ਇੱਥੇ ਆ ਕੇ। ਮੈਂ ਆ ਗਈ ਜਦੋਂ ਮੈਂ ਆ ਗਈ ਪ੍ਰਸਾਦ। ਇਹੀ ਗੱਲ ਕ੍ਰਿਸ਼ਨ ਕਹਿ ਰਿਹਾ, ਬਿਲਕੁਲ ਐਗਜ਼ੈਕਟ। ਮੈਂ ਉਹ ਕਰ ਰਿਹਾ, ਮੈਂ ਤੇ ਖਿਲਾਫ ਹੈ ਸਾਰੀ ਗੁਰਬਾਣੀ। ਤੂੰ ਕਰਤਾ, ਤੂੰ ਪਿਆ ਹੈ ਇੱਥੇ ਥਿਉਰੀ। ਮੈਂ ਨਾ ਹੀ ਕਛਾਂ ਨਹੀਂ ਚਾਹੇ ਨਾ ਹੋਣ। ਹੁਣ ਮੈਂ ਤੇ ਖੜ ਗਈ ਆ ਕੇ ਸੂਈ। ਤਾਂ ਕਰਕੇ ਇਹ ਅਵਤਾਰ ਕਹਾਏ ਨੇ। ਅਵਤਾਰ ਇਹਨੂੰ ਕਹਿੰਦੇ ਨੇ, ਭਗਤ ਨੂੰ ਅਵਤਾਰ ਘਟੀਆ ਹੁੰਦਾ। ਇਹ ਕੀ ਹੈ? ਚੱਕਰਵਰਤੀ ਰਾਜਾ, ਛਤਰਪਤ ਰਾਜਾ ਹੈ। ਚੱਕਰਵਰਤੀ ਰਾਜੇ ਨੂੰ ਕਹਿੰਦੇ ਨੇ। ਵੱਡੇ ਛਤਰ ਉਹ ਤੇ ਹੁੰਦਾ ਵੱਡਾ, ਜਿਹਦੇ ਸਾਰੇ ਰਾਜੇ ਅਧੀਨ ਹੋਣ। ਭਗਤ ਬਰਾਬਰ ਹੋਰ ਨਾ ਕੋਈ। ਪੰਡਤ ਸੂਰ ਛਤਰਪਤੀ, ਇਹ ਛਤਰਪਤੀ ਰਾਜੇ ਹੀ ਨੇ। ਇਹਨਾਂ ਨੂੰ ਸਮੇਂ ਸਮੇਂ ਦੇ ਰਾਜੇ ਮੰਨੇ। ਜੁਗ ਜੁਗ ਦੇ ਰਾਜੇ ਕਾਵੇਂ ਕਰ ਅਵਤਾਰੀ। ਅਵਤਾਰ ਭਗਤ ਨੂੰ ਘਟੀਆ ਤਾਂ ਹੀ ਹੈ। ਇਹ 'ਚ ਮੈਂ ਖੜੀ ਹੈ। ਬਹੁਤ ਗੱਲਾਂ ਨੇ ਅਸੀਂ ਇਹਦੇ ਵਿੱਚੋਂ ਜਿਹੜੀਆਂ ਦੇਖਣੀਆਂ ਨੇ। ਪਿੱਛੇ ਕੀ ਹੈ, ਪਿੱਛੇ ਕੀ ਹੈ, ਕਿਵੇਂ ਖੂਹ 'ਚ ਡਿੱਗੇ ਨੇ, ਅਸੀਂ ਕਿੱਥੋਂ ਬਚਣਾ? ਅਸੀਂ ਵੀ ਤਾਂ ਬਚਣਾ ਨਾ। ਅਸੀਂ ਕਿਵੇਂ ਬਚਣਾ? ਇੱਥੇ ਜਾ ਕੇ ਵੀ ਆਦਮੀ ਕਰ ਜਾਂਦਾ ਇੰਨੀ ਸ਼ਕਤੀ ਤੇ। ਬਚਣਾ ਤਾਂ ਹੈ ਜੇ ਪਤਾ ਹੋਵੇ। ਸਾਵਧਾਨੀ ਫਿਰ ਰੱਖਣੀ ਪੈਂਦੀ ਹੈ। ਸਾਵਧਾਨੀ ਉਹ ਰੱਖੂ ਜਿਹਨੂੰ ਗਿਆਨ ਹੋਊਗਾ। ਇੱਧਰ ਨੂੰ ਚਲਾ ਗਿਆ, ਖਤਮ ਹੈ। ਫਿਰ ਬਹੁਤ ਚੋਟੀ ਤੇ ਚੜ੍ਹ ਕੇ ਵੀ ਜੇ ਸਲੇ ਪਹੁੰਚ ਜਾਵੇ, ਖਾਡੇ ਡਿੱਗ ਪੈਂਦਾ, ਬਸ ਗਿਆ ਫਿਰ। ਤੋ ਪ੍ਰਸਾਦ ਕਸਤਾ ਗੌਰੀ, ਮੌ ਤੇ ਔਰ ਬਲੀ ਕੋ ਹੈ। ਜੌਨ ਮੋਹ ਤੇ ਜੰਗ ਜੀਤੇ, ਜੁਦ ਮੈਂ ਕਰ ਜੈ। ਕਹਿੰਦਾ ਮੇਰੇ ਤੋਂ ਕੋਈ ਹੋਰ ਬਲਵਾਨ ਹੈ? ਦੱਸੋ, ਮੇਰੇ ਤੋਂ ਬਲਵਾਨ ਹੈ ਜੇ ਕੋਈ? ਆਓ ਸਾਹਮਣੇ ਮੇਰੇ। ਮੋਹ ਤੇ ਔਰ ਬਲੀ ਕੋ ਹੈ। ਮੇਰੇ ਤੋਂ ਕੋਈ ਬਲੀ ਹੈ ਹੋਰ ਕੋਈ? ਜੌਨ ਕਰਦਾ ਜਿਹੜਾ ਮੇਰੇ ਤੋਂ ਯੁੱਧ, ਹੁਣ ਮੈਨੂੰ ਯੁੱਧ ਜਿੱਤੇ, ਯੁੱਧ ਮੇਰੇ ਤੋਂ ਜਿੱਤ ਲਵੇ ਹੁਣ, ਔਰ ਮੈਨੂੰ ਜੰਗ ਦੇ ਵਿੱਚ ਹਰਾ ਦੇਵੇ, ਆਪਣੀ ਜੈ ਕਰ ਲਵੇ। ਜੌਨ ਮੋਹ ਤੇ ਜੰਗ ਜੀਤੇ, ਮੇਰੇ ਤੋਂ ਜੰਗ ਲੜ ਕੇ ਮੈਨੂੰ ਜਿੱਤ ਲਵੇ ਹੁਣ। ਯੁੱਧ ਮੈਂ ਚਾਹੇ ਉਹ ਗਿਆਨ ਚਰਚਾ 'ਚ ਜਿੱਤ ਲਵੇ, ਚਾਹੇ ਦੂਏ ਜੰਗ ਜਿੱਤ ਲਵੇ। ਜਾਂ ਮੈਂ ਤਾਂ ਜਿੱਤੂਗਾ ਤਾਂ ਗਿਆਨ ਚਰਚਾ ਦੀ ਗੱਲ ਆਊਗੀ। ਜਦੋਂ ਜੁੜ ਕੇ ਪਿੱਛੇ ਨਹੀਂ ਬੋਲਦਾ, ਹੰਕਾਰ ਹੋ ਜਾਂਦਾ। ਇੱਥੇ ਤਾਂ ਗਿਆਨ ਦਾ ਹੰਕਾਰ ਚੱਲਦਾ ਹੈ। ਅਜੋ ਪੜ੍ਹਾਇਆ, ਉਹਨੇ ਪੜ੍ਹਾਇਆ ਸੀਗਾ ਕਿਸੇ ਨੇ, ਗੁਰਮੁਖ ਨੇ, ਇਹਨੂੰ ਪੂਰਾ ਨਹੀਂ ਪੜ੍ਹਿਆ। ਹਾਂ, ਹਰਾਉਣ ਜੋਗਾ ਪੜ੍ਹ ਲਿਆ, ਦੂਆਂ ਨੂੰ ਹਰਾਉਣ ਜੋਗਾ ਪੜ੍ਹ ਲਿਆ, ਆਪਣੇ ਮਨ ਜਿੱਤਣ ਜੋਗਾ ਨਹੀਂ ਪੜ੍ਹਿਆ। ਅਜੋ ਮਨ ਜਿੱਤਣ ਜੋਗੀ ਪੜ੍ਹਾਈ ਗਾਹਾਂ ਕਰਨੀਆਂ ਨੇ। ਮਨ ਜਿੱਤਣ ਵਾਲੀ ਪੜ੍ਹਾਈ ਤਾਂ ਕਰਨੀ ਹੈ। ਜੋ ਹੁਣ ਲੋਕਾਂ ਨੂੰ ਜਿੱਤਣ ਵਾਲੀ ਕਰ ਲਈ ਹੈ, ਲੋਕਾਂ ਨੂੰ ਜਿੱਤਣ ਵਾਲੀ ਕੀਤੀ ਹੈ ਪੜ੍ਹਾਈ। ਹਾਲੇ ਲੋਕਾਂ ਨੂੰ ਜਿੱਤਣ ਵਾਲਾ ਗਿਆਨ ਲੈ ਲਿਆ, ਆਪਣੇ ਮਨ ਨੂੰ ਜਿੱਤਣ ਵਾਲਾ ਗਿਆਨ ਨਹੀਂ ਅਜੇ ਇਹਦੇ ਕੋਲ ਹੈ। ਜੇ ਮਨ ਨੂੰ ਜਿੱਤਣ ਵਾਲਾ ਤਾਂ ਹੀ ਬੋਲ ਪਿਆ, ਉਲਟੀ ਬੋਲੀ, ਇਹੀ ਬੋਲ ਪਿਆ। ਇੰਦਰ ਚੰਦ ਉਪਿੰਦਰ ਕੋ ਪਲ ਮਧ ਜੀਤੋਂ ਜਾਏ। ਇੰਦਰ ਤੋਂ ਛੋਟਾ ਉਪਿੰਦਰ ਹੁੰਦਾ ਹੈ। ਛੋਟੇ ਰਾਜੇ ਹੁੰਦੇ ਨੇ, ਇੰਦਰ ਵੱਡਾ ਰਾਜਾ ਹੁੰਦਾ ਇੱਕ ਦੇਵਤਿਆਂ ਦਾ। ਪਲ ਮਧ ਜੀਤੋਂ ਜਾਏ। ਮੈਂ ਕਹਿੰਦਾ ਪਲ ਦੇ ਵਿੱਚ ਜਾਊਂਗਾ, ਪਲ 'ਚ ਜਿੱਤ ਲੂੰਗਾ। ਉਹਨਾਂ ਨੇ ਦੇਖ ਕੇ ਸਰੈਂਡਰ ਹੋ ਜਾਣਾ। ਉਹ ਦੇਵਤੇ ਤਾਂ ਉਹੀ ਸਰੈਂਡਰ ਹੋ ਜਾਂਦੇ ਨੇ। ਆ ਜਿਹੜੇ ਰਾਜੇ ਨੇ ਸਾਰੇ ਹਿਮਾਚਲ ਦੇ, ਇਹ ਰਿਕਾਰਡ ਹੀ ਨਹੀਂ ਹਨ। ਖਾਲਸਾ ਨਾਲ ਲੜੇ, ਹੁਣ ਬਾਅਦ 'ਚ ਸਿੱਖਾਂ ਦਾ ਰਾਜ ਲੜੇ ਹੀ ਨਹੀਂ। ਪਤਾ ਹੀ ਨਹੀਂ ਕਿਹੜੇ ਵੇਲੇ ਸਰੈਂਡਰ ਕਰ ਗਏ, ਕੋਈ ਹਿਸਟਰੀ ਉਹ ਨਹੀਂ ਹੈ ਇਹਨਾਂ ਦੀ।
ਜਾਂ ਸਰੈਂਡਰ ਇਹਨਾਂ ਨੇ ਕੀਤਾ ਕੋਈ ਹਿਸਟਰੀ ਹੈ, ਕਿਤੇ ਕੋਈ ਜ਼ਿਕਰ ਨਹੀਂ ਆਉਂਦਾ। ਸਿੱਖਾਂ ਦੇ ਰਾਜ 'ਚ ਰਿਹਾ ਹਿਮਾਚਲ ਸਾਰਾ, ਹਿਸਟਰੀ ਦੱਸੋ ਕਿੱਥੇ ਕਾ ਸਰੈਂਡਰ ਕੀਤਾ, ਕਿਹੜਾ ਲੜਿਆ ਕਿਹਨੇ ਜਿੱਤਿਆ। ਕਾਬਲ 'ਚ ਲੜਾਈ ਚੱਲਦੀ ਹੋ ਰਹੀ ਹੈ, ਰਣਜੀਤ ਸਿੰਘ ਦੀ ਚੱਲਦੀ ਰਹੀ ਹੈ, ਇੱਥੇ ਕਿਉਂ ਨਹੀਂ ਚੱਲੀ ਫਿਰ? ਇਹਨੇ ਜੋਗੇ ਕਿੱਥੇ ਸੀ ਇਹ ਤਾਂ ਪਹਿਲਾਂ ਹੀ ਹਜ਼ਾਰ ਸੁੱਟ ਦਿੰਦੇ। और ऐसो को भयो रन मोहे जीते आए। ਜਾਂ ਕੋਈ ਇਹੋ ਜਿਹਾ ਹੈਗਾ ਮੈਨੂੰ ਜਾਓ ਜਾ ਕੇ ਸੁਨੇਹੇ ਦੇ ਦਿਓ, ਮੈਨੂੰ ਜਿੱਤ ਲਵੇ ਆ ਕੇ, ਜਾਂ ਕੋਈ ਮੈਨੂੰ ਜਿੱਤ ਲਵੇ, ਨਹੀਂ ਸਰੈਂਡਰ ਹੋ ਜਾਵੇ, ਜਾਂ ਤਾਂ ਆਵੇ ਮੈਨੂੰ ਜਿੱਤ ਲਵੇ, ਐਸਾ ਮੈਸੇਜ ਭੇਜਦਾ। सात सिंध सकाए डारू नैग रोस करो। ਕਹਿੰਦਾ ਜੇ ਗੁੱਸਾ ਮੈਨੂੰ ਜਰਾ ਵੀ ਆਇਆ, ਸੱਤੇ ਸਮੁੰਦਰ ਸਕਾ ਦੂੰਗਾ ਧਰਤੀ ਨੂੰ। ਦੇਖੋ ਆਦੀ ਤੀਸੀ ਦੇ ਜਾ ਚੜਿਆ। जच गंधर्व किन्नर कोर करोर मोर धरो। ਜੱਜ ਕਿੰਨਰ ਅਜਰ ਭੁਜੰਗ ਇਹ ਦੇਵਤਿਆਂ ਦੇ ਨੇ, ਦੇਵਤਿਆਂ ਦੇ ਉੱਥੇ ਜੱਜ ਕਿੰਨਰ ਗੰਧਰਵ ਜਿਹੜੇ ਹੁੰਦੇ ਨੇ, ਦੇਵਤਿਆਂ ਦੀ ਜਿਹੜੀ ਪ੍ਰਜਾ ਉਹਦਾ ਨਾਮ ਹੈ, ਇੰਦਰ ਦੀ ਪ੍ਰਜਾ ਦਾ ਨਾਮ। ਕਰੋੜਾਂ ਹੀ ਮੋੜ ਕੇ ਧਰ ਦੂੰ, ਮੂੰਹ ਮੋੜ ਦੂੰ ਸਾਰਿਆਂ ਦਾ। ਜੇ ਕਰੋੜਾਂ ਇਕੱਠੇ ਹੀ ਆ ਜਾਣ, ਇੱਕ ਗੱਲ ਨਹੀਂ ਮੇਰੇ ਨਾਲ ਕਰ ਸਕਦੇ। देव और अदेव जीते करे सबे गुलाम। ਦੇਵ ਔਰ ਅਦੇਵ, ਦੇਵਤੇ ਔਰ ਜਿਹੜੇ ਦੇਵਤਿਆਂ ਦੇ ਵਿਰੋਧੀ ਸੀ, ਸਾਰੇ ਜਿੱਤ ਕੇ ਗੁਲਾਮ ਕਰ ਲਏ ਆਪਣੇ। दिव्य दान दो मुझे छुए सके को मोहे छाम। ਮੈਨੂੰ ਦਿਵ ਜਿਹੜੀ ਹੈ ਸ਼ਕਤੀ ਨੇ, ਆਦਿ ਸ਼ਕਤੀ ਦਿਵ ਸ਼ਕਤੀ ਹੁੰਦਾ, ਦਿਵ ਦ੍ਰਿਸ਼ਟੀ ਹੈ ਨਾ, ਜਿਹੜੀ ਦਿਵ ਦ੍ਰਿਸ਼ਟੀ ਹੈ ਇਹ ਵਿਵੇਕ ਬੁੱਧੀ ਦੀ ਦ੍ਰਿਸ਼ਟੀ ਹੁੰਦੀ। ਦਿਵ ਦ੍ਰਿਸ਼ਟੀ ਆਤਮਾ ਦੇ ਲੈਵਲ ਤੇ ਹੀ ਦੇਖਣਾ, ਔਰ ਇੱਕ ਰੂਪ ਦੇਖਣਾ ਸਾਰਿਆਂ ਨੂੰ। ਇੱਕ ਰੂਪ ਆਤਮਾ ਤਾਂ ਖੈਰ ਹੈ ਹੀ ਹੈ। ਦਿਵ ਦ੍ਰਿਸ਼ਟੀ ਪ੍ਰੇਮ ਦੀ ਦ੍ਰਿਸ਼ਟੀ ਹੈ, ਆਤਮਾ ਦੇ ਲੈਵਲ ਦੀ ਦ੍ਰਿਸ਼ਟੀ ਹੈ। ਸਮ ਦ੍ਰਿਸ਼ਟੀ ਹੈ, ਸਰੀਰ ਦੇ ਲੈਵਲ ਦੀ ਦ੍ਰਿਸ਼ਟੀ ਹੈ। ਸਮ ਦ੍ਰਿਸ਼ਟੀ ਮਨ ਤੇ ਕਾਬੂ ਰੱਖਦੀ ਹੈ। ਸਭ ਇੱਕ ਪਿਤਾ ਇੱਕ ਸਿੱਖਿਆ ਮੁਬਾਰਕ ਦੀ ਗੱਲ ਰੱਖਦੀ ਹੈ ਸਰੀਰ ਲੈਵਲ ਦੇ ਉੱਤੇ। ਦਿਵ ਦ੍ਰਿਸ਼ਟੀ ਉਹੀ ਰੂਪ ਇੱਕ ਕਸਮ दिव्य ਘੱਟ दान ਮੈਂ ਹਰਜੂ ਬਸੇ ਜਿਹੜਾ ਉਹ ਦਿਵ ਦ੍ਰਿਸ਼ਟੀ ਹੈ। ਘੱਟ ਮੈਂ ਹਰਜੂ ਬਸੇ ਦਿਵ ਦ੍ਰਿਸ਼ਟੀ ਹੈ। ਇੱਕੋ ਲੈਵਲ ਹੋ ਗਿਆ, ਹਰ ਇੱਕੋ ਹੀ ਹੋ ਗਿਆ ਸਭ। ਇਹ ਦਿਵ ਦ੍ਰਿਸ਼ਟੀ। दिव्य दान दो मुझे छुए सके ਉਹ को ਦਿਵ मोहे ਨੇ ਦਾਨ ਦਿੱਤਾ ਮੈਨੂੰ, ਉਹ ਦ੍ਰਿਸ਼ਟੀ ਨੇ। छुए सके को मोहे छाम। ਮੇਰੀ ਕੋਈ ਛਾਂਵ ਨਹੀਂ ਛੂ ਸਕਦਾ। ਯਾਨੀ ਦਾਨ ਤੈਨੂੰ ਦੇ ਦਿੱਤਾ ਠੀਕ ਹੈ, ਪਰ ਤੈਨੂੰ ਫਿਰ ਇੰਨਾ ਹੰਕਾਰ ਬੋਲਦਾ ਕਿਉਂ? ਜੇ ਪਹਿਲਾਂ ਖਿੱਚ ਲਵੇ ਤਾਕਤ ਫਿਰ मारू यो कह पारस रोह बढ़ायो। ਪਾਰਸ ਨੇ ਇਸ ਤਰੀਕੇ ਨਾਲ ਗੁੱਸਾ ਵਧਾ ਲਿਆ ਆਪਣੇ ਵਿੱਚ, ਰੋਹ ਵਧਾ ਲਿਆ। ਰੋਹ ਵਧਾਉਣਾ ਜਿਹੜਾ ਹੈ, ਗੁਣ ਗਾਉਣ ਲੱਗ ਜਾਂਦੇ ਨੇ। ਜ਼ਿਆਦਾ ਗਰਮੀ ਹੋ ਜਾਏ ਨਾ, ਉਹ ਫਿਰ ਉਹਦਾ ਨੁਕਸਾਨ ਨਹੀਂ ਹੁੰਦਾ। धुंदब ढोल बजाए महाधुन समूह है सन्यासन आयो। ਹਾਂ ਢੋਲ ਨਗਾਰੇ ਵਜਾ ਕੇ ਸੰਨਿਆਸੀ ਦੇ ਮੂਹਰੇ ਆਪ ਆ ਗਿਆ ਖੜਾ। ਸੰਨਿਆਸੀ ਜਿਹਨੇ ਸੀ ਬੈਠੇ, ਉਹਨਾਂ ਦੇ ਸਾਹਮਣੇ ਆਪ ਖੜਾ ਹੋ ਗਿਆ। ਪਰੇ ਬੈਠੇ ਹੋਣੇ ਜਿਹੜੇ ਨਹੀਂ ਮੰਨੇ ਹੋਣੇ, ਅਜੇ ਛੱਡੀ ਪਰੇ, ਕੁਝ ਗੱਲ ਕਰਦੇ ਹੋਣੇ ਨੇ, ਕੁਝ ਨਹੀਂ ਕਰਦੇ ਹੋਣੇ। ਫਿਰ ਇਕੱਠੇ ਹੋ ਕੇ ਬਹਿ ਗਏ, ਕੀ ਕਰੀਏ ਕੀ ਨਾ ਕਰੀਏ, ਵੀ ਹੁਣ ਸਰੈਂਡਰ ਕਰ ਜੀਏ ਨਾ ਕਰੀਏ, ਕੀ ਕਰਨਾ। अस्त्र शस्त्र नान विधि छड़े बाण प्रयोग चलाए। ਉਹਨਾਂ ਦੇ ਆ ਕੇ ਅਸਤਰ ਸ਼ਸਤਰ ਜਾਣੀ ਜਿਹੜੇ ਆਪਣੇ ਤਰਕ ਤੀਰਾਂ ਦੇ ਗੱਲਾਂ ਬਾਤਾਂ ਕੀਤੀਆਂ, ਉਹਨਾਂ ਨਾਲ ਚੁਭੀਆਂ, ਜਿਹੜੀ ਚੁਭਵੀਆਂ ਗੱਲਾਂ ਕਰਨਾ ਉਹ ਤਰਕ ਤੀਰ ਹੁੰਦੇ ਨੇ। ਬਾਣ ਪ੍ਰਯੋਗ, ਬਾਣ ਹੋ ਗਿਆ ਜਿਹੜਾ ਅਗਲੇ ਦੇ ਚੁਭੇ ਲੱਗੇ। ਸੁਭਟ ਸੁਨਾਹੇ ਪੱਤਰ ਚੱਲ ਦਲ ਜਿਉ ਬਾਨਣ ਭੇਦ ਉਡਾਏ। ਜਿਵੇਂ ਤੀਰ ਚੱਲ ਕੇ ਜਿਹੜੇ ਪਟਾ ਪਾਈ ਹੁੰਦੀ ਹੈ ਸੁਨਾ ਜਿਹੜੀ ਜ਼ਰਾ ਵਕਤ ਜਿਹੜੀ ਕਬਚ ਲੋਹੇ ਦੀ, ਜਿਵੇਂ ਉਹਨੂੰ ਪਾੜ ਕੇ ਅੰਦਰ ਕਰ ਜਾਂਦੇ ਨੇ ਪ੍ਰਵੇਸ਼। ਉਹਨਾਂ ਦਾ ਜਿਹੜਾ ਅਸੀਂ ਬਣਿਆ ਹੋਇਆ ਨਾ ਲੋਕਾਂ ਦੇ ਵਿੱਚ
ਭੱਲ ਬਣੀ ਹੋਈ ਸੀ ਵੀ ਇਹ ਬੜੇ ਤਪੀਸਰ ਨੇ, ਉਹ ਸਾਰੀ ਛੇਦ ਕੇ ਰੱਖਤੀ। ਲੋਕਾਂ ਨੇ ਦੇਖਿਆ ਵੀ ਇਹ ਤਾਂ ਸਾਰੇ ਪਖੰਡੀ ਨੇ। ਭੱਲ ਬਣੀ ਸੀ ਨਾ ਉਹਦੀ ਭੇਖ ਦੀ, ਭੇਖ ਕਰਕੇ ਜਿਹੜੀ ਭੱਲ ਬਣੀ ਨੂੰ ਸੁਣਾ ਹੀ ਆ, ਭੇਖ ਦੀ ਭੱਲ, ਭੇਖ ਦੀ ਜਿਹੜੀ ਭੱਲ ਬਣੀ ਤੀ ਉਹ ਛੇਦ ਕਰਕੇ ਰੱਖਤੀ, ਸਾਰੀ ਵਿਨ ਕੇ ਰੱਖਤੀ ਤਰਕਾਂ ਨਾਲ, ਤੀਰਾਂ ਨਾਲ। ਦੋਹ ਦਿਸ ਬਾਣ ਪਾਣ ਤੇ ਛੂਟੇ, ਦਿਨੀਪਤ ਦੇਹ ਦੁਰਾਨਾ। ਤਰਕ ਉਹਨਾਂ ਨੇ ਵੀ ਕੀਤੇ, ਸਵਾਲ ਉਹਨਾਂ ਨੇ ਵੀ ਕੀਤੇ ਇਹਦੇ ਤੇ, ਇਹ ਨਹੀਂ ਉਹਨਾਂ ਨੇ ਨਹੀਂ ਕੀਤੇ। ਉਹਨਾਂ ਨੇ ਹੰਕਾਰ ਤੇ ਕਰਤੇ ਉਹਨਾਂ ਨੇ। ਦੇਖੋ ਜਿਹੜਾ ਉੱਚਾ ਬੋਲਦਾ ਉਹ ਤੇ ਵੀ ਹੋ ਸਕਦੇ ਨੇ, ਜਾਂ ਇਹਦਾ ਵੀ ਉਹੋ ਜਿਹਾ ਹੀ ਸੀ ਗੱਲਬਾਤ। ਦੋਹਾਂ ਦੇ ਤਰਕ ਦੋਹਾਂ ਦੇ ਹੀ ਹੋਏ ਨੇ। ਦਿਨਪਤੀ ਦੇਹ ਦੁਰਾਨਾ, ਐਂ ਸਮਝ ਲਓ ਬਈ ਹਨੇਰਾ ਹੋ ਗਿਆ, ਕੁਝ ਨਹੀਂ ਪਤਾ ਲੱਗਿਆ ਸੱਚ ਕੀ ਹੈ ਝੂਠ ਕੀ ਹੈ। ਐਸੇ ਤਰਕ ਦੋਹਾਂ ਪਾਸਿਆਂ ਤੇ ਆਏ, ਨਿਰਖ ਨਹੀਂ ਸੀ ਹੁੰਦਾ ਵੀ ਸੱਚ ਕੀ ਹੈ ਝੂਠ ਕੀ ਹੈ। ਸੱਚ ਝੂਠ ਤਾਂ ਆਪੇ ਨਹੀਂ ਨਿਰਖਾਉਣਾ, ਉਹ ਵੀ ਹੈ ਜੋ ਪੂਰਾ ਗਿਆਨ ਉਹਨੂੰ ਵੀ ਨਹੀਂ ਹੈ, ਉਹਨੂੰ ਵੀ ਨਹੀਂ ਹੈ। ਗੱਲ ਰੁਲ ਗਈ, ਹੰਕਾਰ ਨੇ ਰੋਲਤੀ। ਕੋਈ ਵੀ ਨਹੀਂ ਗੱਲ ਆਮ ਆਦਮੀ ਨੂੰ ਕਲੀਅਰ ਨਹੀਂ ਹੁੰਦੀ ਵੀ ਕਸੂਰ ਕੀ 'ਚ ਹੈ। ਚੱਲ ਇੱਕ 'ਚ ਥੋੜਾ, ਇੱਕ 'ਚ ਜ਼ਿਆਦਾ, ਦੋਹਾਂ ਪਾਸੇ ਕਸੂਰ ਦਿਖਣ ਲੱਗ ਗਿਆ, ਕਿਸੇ ਪਾਸੇ ਜ਼ਿਆਦਾ ਕਿਸੇ ਪਾਸੇ ਥੋੜਾ। ਊਮ ਆਕਾਸ਼ ਏਕ ਜਨ ਹੋਏ, ਗਏ ਚਾਲ ਚੌਂ ਚੱਕ ਮਨਾ। ਬਾ ਆਕਾਸ਼ ਔਰ ਭੂ ਦਾ ਪਤਾ ਹੀ ਨਹੀਂ ਲੱਗਿਆ। ਕੋਈ ਆਕਾਸ਼ ਨਾਲ ਜੁੜਿਆ ਹੈ ਕਿਹੜਾ, ਧਰਤੀ ਨਾਲ ਜੁੜਿਆ ਹੈ ਕਿਹੜਾ, ਕਿਹੜਾ ਦਾ ਮਾਇਆ ਨਾਲ ਜੁੜਿਆ ਹੈ, ਕਿਹੜਾ ਸੱਚੇ ਨਾਲ, ਕਿਹਦੀ ਮਾਇਆ ਛੱਡੀ ਹੋਈ ਹੈ, ਇਹ ਨਹੀਂ ਹੁਣ ਸਮਝ ਆ ਰਹੀ ਲੋਕਾਂ ਏਕ ਜਨ ਹੋਏ, ਇੱਕੋ ਜਿਹੇ ਲੱਗਦੇ ਨੇ ਦੋਹਾਂ ਨੂੰ। ਕਿਉਂ ਹੰਕਾਰ ਜਿਹੜਾ ਬੋਲਣਾ ਉਹ ਵੀ ਆਮ ਆਦਮੀ ਨੂੰ ਚੰਗਾ ਨਹੀਂ ਲੱਗਦਾ। ਉਹ ਜਿਹੜਾ ਹੰਕਾਰ ਦੇ ਵਿੱਚ ਬੋਲਦਾ ਉਹ ਦੂਸਰੇ ਆਦਮੀ ਅਤੇ ਆਮ ਆਦਮੀ ਨੂੰ ਠੀਕ ਹੁੰਦਾ ਹੋਇਆ ਵੀ ਗਲਤ ਲੱਗਦਾ, ਠੀਕ ਹੁੰਦਾ ਹੋਇਆ ਵੀ ਗਲਤ ਲੱਗਦਾ। ਉਹਨਾਂ ਦੀ ਗੱਲ ਤਾਂ ਲੁਕੀ ਹੋਈ ਹੈ, ਅੰਦਰਲੀ ਹੈ। ਅੰਦਰੋਂ ਜੋਗੀ ਨਹੀਂ ਹਨ, ਬਾਹਰੋਂ ਭੇਖ ਕਰਕੇ ਜੋਗੀ ਨੇ, ਪਰ ਉਹਦੀ ਗੱਲ ਤਾਂ ਪ੍ਰਗਟ ਹੋ ਗਈ ਨਾ ਰਾਜੇ ਦੀ। ਸੰਨਿਆਸੀਆਂ ਦੀ ਇੱਜ਼ਤ ਕੀਤੀ ਹੈ, ਬਰਾਬਰੀ ਦਿੱਤੀ ਹੈ, ਉਹ ਤਾਂ ਪ੍ਰਗਟ ਹੈ। ਆ ਜਿਹੜੀ ਬੇਇੱਜ਼ਤੀ ਕਰਤੀ ਹੁਣ, ਇਹ ਬੇਇੱਜ਼ਤੀ ਕਰਨ ਨੂੰ ਜਿਹੜੀ ਇੱਜ਼ਤ ਕਰੀਦੀ ਹੈ ਉਹ ਚੰਗੀ ਥੋੜ੍ਹੀ ਹੁੰਦੀ। ਵੀ ਇੱਜ਼ਤ ਇੰਨੀ ਜਿਹਨਾਂ ਦੀ ਕੀਤੀ ਤੇ ਅੱਜ ਉਹਨਾਂ ਦੀ ਬੇਇੱਜ਼ਤੀ ਕਰ ਰਹੇ। ਸਨਮਾਨ ਦਿੱਤਾ, ਪਹਿਲਾਂ ਸਨਮਾਨ ਇਹਨਾਂ ਦਿੱਤਾ, ਹੁਣ ਬੇਇੱਜ਼ਤੀ ਕਰ ਰਹੇ। ਜਿਹੜੇ ਆਦਮੀ ਦਾਨਿਸ਼ਮੰਦ ਹੁੰਦੇ ਨੇ ਉਹ ਸੋਚਣ ਲੱਗਦੇ ਨੇ ਵੀ ਇੱਜ਼ਤ ਸ਼ਾਇਦ ਕਿਉਂ ਕੀਤੀ ਸੀ, ਫਿਰ ਉਹਦੇ ਪਿੱਛੇ ਵੀ ਕੋਈ ਲਾਲਚ ਸੀ ਵੀ ਇਹ ਝਗੜਾ ਹੀ ਨਾ ਕਰਨ, ਚੁੱਪ ਕਰਕੇ ਮੇਰਾ ਉਹ ਮੰਨ ਲੈਣ। ਸ਼ੰਕਾ 'ਚ ਪੈ ਗਈ ਗੱਲ। ਇੰਦਰ ਚੰਦ ਮੁਨੀਵਰ ਸਭ ਕੰਪੇ, ਬਸ ਦਿਗੀਪਾਲ ਡਰਾਨੀ ਹੈ। ਹਾਂ ਦਿਗਪਾਲ ਹੈ, ਉਹ ਦਿਗ ਰਾਜਾ, ਦਿਗੀ ਰਾਜਾ, ਦਿਗੀਪਾਲ ਲਿਖਿਆ ਹੋਇਆ ਇੱਥੇ। ਦਿਗੀਪਾਲ ਡਰਾਨੀ ਉਹ ਦਿਗੀ ਰਾਜਾ ਨਹੀਂ, ਉਹਦਾ ਮੱਧ ਪ੍ਰਦੇਸ਼ ਦਾ। ਹਾਂ ਦਿਗੀਪਾਲ ਲਿਖਿਆ ਇੱਥੇ, ਦਿਗੀ ਰਾਜਾ ਦਾ। ਹਾਂ ਦਿਗੀਪਾਲ ਧਰਤੀ ਦਾ ਰਾਜਾ ਕਹਿੰਦੇ ਨੇ, ਦਿਗੀ ਧਰਤੀ। ਇੰਦਰ ਚੰਦ ਮੁਨੀਵਰ ਸਭ ਕੰਪੇ, ਇੰਦਰ ਚੰਦ ਮੁਨੀਵਰ ਜਿਹੜੇ ਦੇਵਤਿਆਂ ਦੇ ਸੀ, ਦਿਗੀਪਾਲ ਹੁਣ ਕਹਿੰਦੇ ਨੇ ਇੰਦਰ ਨੂੰ। ਸਭ ਕੰਪੇ, ਸਾਰੇ ਕੰਬ ਗਏ। ਜਿੰਨੇ ਦਿਗੀਪਾਲ ਛੋਟੇ ਰਾਜੇ ਸੀ ਇੰਦਰ ਦੇ ਥੱਲੇ, ਬਸ ਦਿਗੀਪਾਲ ਡਰਾਨੀ ਹੈ। ਹਾਂ ਉਹ ਸਾਰੇ ਹੀ ਡਰ ਗਏ ਬਈ, ਕਿਉਂਕਿ ਹੁਣ ਇਹਨੇ ਰੁੱਖ ਕਰਨਾ ਸੁਰਗਲੋਕ ਦਾ। ਇਹ ਤਾਂ ਜੰਗਲਾਂ 'ਚ ਰਹਿੰਦੇ, ਸੁਰਗਲੋਕ 'ਚ ਕਾਹਨੂੰ ਰਹਿੰਦੇ ਨੇ। ਜੋਗੀ ਤਾਂ ਜੰਗਲੀ ਜਾਨਵਰ ਨੇ, ਇਹ ਤਾਂ ਆਪਣੇ ਜੰਗਲਾਂ 'ਚ ਰਹਿੰਦੇ ਨੇ। ਤਿਆਗ ਦੀ ਸੈਂਸ ਵਿੱਚ ਆ ਕੇ ਤਿਆਗੀ ਬਣ ਕੇ ਰਹਿੰਦੇ ਨੇ। ਤਾਂ ਹੁਣ ਜਿਹੜਾ ਰਾਜਾ ਹੁੰਦਾ ਉਹ ਮਹਿਲ ਮੂਲ ਉਹੀ ਸਾਰਾ ਮਤਲਬ ਹੈ ਉਹਨਾਂ ਦਾ ਹੋਰ ਹੁੰਦਾ, ਰਾਜ ਪ੍ਰਬੰਧ ਉਹਨਾਂ ਕੋਲ ਹੁੰਦਾ। ਵਰਨ ਕੁਬੇਰ ਛਾੜਪੁਰ ਭਾਜੇ, ਦੁਤੀਆ ਪ੍ਰਲੈ ਕਰ ਮਾਨੀਐ। ਵਰਨ ਕੁਬੇਰ ਹੁੰਦਾ ਜਿਹੜਾ ਖਜ਼ਾਨੇ ਦਾ ਮਾਲਕ ਹੁੰਦਾ, ਕੁਬੇਰ ਕਹਿੰਦੇ ਨੇ। ਵਰਨ ਹੁੰਦਾ ਜਿਹਦਾ ਪਾਣੀ ਤੇ ਕੰਟਰੋਲ ਹੈ, ਆਪਣਾ ਛੱਡ ਕੇ ਭੱਜ ਗਏ। ਦੁਤੀਏ ਪਰਲੇ ਕਰ ਮਾਨੀਐ, ਉਹ ਦੂਈ ਪਰਲੇ ਆ ਗਈ। ਹੁਣ ਇੱਥੇ ਬੰਦਾ ਨਹੀਂ ਬਚਣਾ ਕੋਈ। ਜਿਸ ਤਰੀਕੇ ਨਾਲ ਗੁੱਸੇ ਨਾਲ ਗੱਲ ਹੋ ਰਹੀ ਹੈ ਦੋਹਾਂ ਪਾਸਿਆਂ ਤੇ, ਜੰਗ ਇਸ ਤਰੀਕੇ ਦੀ ਹੋਊਗੀ ਜਿਵੇਂ ਵਰਲਡ ਵਾਰ ਹੋ ਜਾਂਦੀ ਹੈ।
ਵੀ ਹੁਣ ਕੋਈ ਪਤਾ ਨਹੀਂ ਹੈ ਵੀ ਕੋਈ ਬਚੂ ਕਿ ਨਹੀਂ ਬਚੂ, ਪਰਲੇ ਆਉਣ ਵਾਲੀ ਹੈ। ਮਾਰੂ ਸੁਰ ਪਰ ਨਾਰ ਵਧਾਵਾ ਮਾਨਾ। ਦੇਖੋ ਇੱਥੋਂ ਆ ਕੇ ਲਾਈਨ ਹੋਰੇ ਬਦਲਦੀ। ਜਿੰਨੀਆਂ ਮੱਤਾਂ ਹੁੰਦੀਆਂ ਨੇ, ਮੱਤ ਕੋਈ ਮਾੜੀ ਨਹੀਂ ਹੁੰਦੀ ਜਾਂ ਚੱਲਦੀ ਹੈ। ਮਾੜੇ ਬੰਦੇ ਪੈਦਾ ਹੋ ਜਾਂਦੇ ਨੇ ਵਿੱਚ, ਮਾੜੇ ਬੰਦਿਆਂ ਦਾ ਕਬਜ਼ਾ ਹੋ ਜਾਂਦਾ ਮੱਤ ਤੇ। ਅੱਜ ਗੁਰਮਤਿ ਜਿੱਥੇ ਜਿੱਥੇ ਵੀ ਸੈਂਟਰ ਨੇ, ਸਾਰਾ ਮਾੜੇ ਬੰਦਿਆਂ ਦਾ ਕਬਜ਼ਾ। ਉਹਨਾਂ ਨੇ ਲਿਖਤਾ ਵੀ ਗੁਰਦੁਆਰਿਆਂ ਦੇ ਉੱਤੇ ਮਾਫੀਆ ਦਾ ਕਬਜ਼ਾ। ਇਹ ਗੱਲ ਬਹੁਤ ਦੇਰ ਦਾ ਪਤਾ ਲੋਕਾਂ ਨੂੰ, ਲੇਕਿਨ ਅੱਜ ਕਹਿਣ ਲੱਗ ਗਏ, ਕਹਿਣ ਨੂੰ ਮਜਬੂਰ ਹੋ ਗਏ। ਪਹਿਲਾਂ ਨਹੀਂ ਸੀ ਕਹਿੰਦੇ ਵੀ ਸਾਡੀ ਬਦਨਾਮੀ ਹੈ, ਬਹੁਤ ਸਾਰੀਆਂ ਗੱਲਾਂ ਨਹੀਂ ਕਹਿੰਦੇ ਵੀ ਸਿੱਖੀ ਨੂੰ ਤਾਂ ਕੋਈ ਉਂਗਲ ਨਹੀਂ ਕਰਦਾ, ਇਹਦੇ ਵੱਲ ਝਾਕਦਾ ਨਹੀਂ, ਇੱਜ਼ਤ ਕਰਦੇ ਨੇ ਅਸੀਂ ਜੇ ਕੁਛ ਗੱਲ ਕਹੀ ਆਪਣੇ ਖਿਲਾਫ। ਪਰ ਜਦ ਗੱਲ ਵਧੀ ਗਈ ਫਿਰ ਕੀ ਕਰਦਾ ਕੋਈ? ਔਰ ਵਧੀ ਹੋ ਜਾ ਰਹੀ ਹੈ, ਵਧੀ ਹੋ ਜਾਊਗੀ, ਰੋਕਿਆ ਕਿਵੇਂ ਜਾਵੇ? ਸਵਾਲ ਤਾਂ ਹੈ। ਨਾ ਰੋਕਿਆ ਕੱਖ ਨਹੀਂ ਰਹਿਣਾ ਰਿਹਾ ਤਾਂ ਹੁਣ ਵੀ ਨਹੀਂ ਕੁਛ, ਹੱਦ ਹੋ ਗਈ ਹੈ। ਗੋਲਕ ਦੇ ਵਾਸਤੇ ਤਲਵਾਰਾਂ ਚੱਲਦੀਆਂ ਨੇ। ਵੋਟਾਂ ਦੇ ਵਿੱਚ ਤੁਸੀਂ ਸ਼ਰਾਬਾਂ ਪਿਲਾ ਕੇ, ਨਸ਼ੇ ਵੰਡ ਕੇ, ਪੈਸੇ ਖਰਚ ਕਰਕੇ ਗੋਲਕ ਤੇ ਕਬਜ਼ਾ, ਉਹੀ ਗੋਲਕ ਦੇ ਪੈਸੇ ਉੱਧਰ ਦਿੰਦੇ ਹੋ। ਇਹ ਤਾਂ ਸਾਰਾ ਤਮਾਸ਼ਾ ਹੋ ਗਿਆ। ਧਰਮ ਦਾ ਤਾਂ ਕੋਈ ਜ਼ਿਕਰ ਨਾ ਰਿਹਾ ਇਹਦੇ ਵਿੱਚ। ਸੱਚ ਦਾ, ਇਨਸਾਫ ਦਾ, ਹੱਕ ਦਾ ਜ਼ਿਕਰ ਕੋਈ ਨਹੀਂ ਰਿਹਾ। ਜਿਹੜੇ ਉਹ ਮੱਤ ਬਹੁਤ ਹੀ ਤੰਗ ਹੁੰਦੀ ਹੈ ਆਪਣੇ ਮੰਨਣ ਵਾਲਿਆਂ ਤੇ। ਇਹ ਸਿੱਖ ਨਾ ਖਿਆਲ ਕਰਨ ਵੀ ਅਸੀਂ ਗੁਰੂ ਦੇ ਨਾਂ ਤੇ ਉੱਤੇ ਦੇਖ ਕਰਾਂਦੀ ਵੀ ਸਾਡੇ ਨਾਲ ਗੁਰੂ ਰਾਜੀ ਹੋ। ਗੁਰੂ ਕਿਸੇ ਨਾਲ ਨਹੀਂ ਰਾਜੀ ਹੈਗਾ। ਰਾਜੀ ਰੂਜੀ ਕੋਈ ਨਹੀਂ ਹੈ। ਗੁਰੂ ਨਾ ਸ਼ਹੀਦ ਰਾਜੀ ਨੇ, ਨਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮੱਤ ਖਾਤਰ ਉਹ ਰਾਜੀ ਨੇ। ਰਾਜੀ ਕੋਈ ਨਹੀਂ। ਜਦੋਂ ਇਹੋ ਜਿਹਾ ਭਿਆਨਕ ਸਮਾਂ ਆਉਂਦਾ ਮੱਤਾਂ ਦੇ ਉੱਤੇ, ਬੁਰਾ ਵਕਤ ਆ ਜਾਂਦਾ ਹੈ, ਤਾਂ ਉਹ ਗੁਰਮਤਿ ਵਾਲੇ ਖੁਸ਼ੀ ਹੁੰਦੇ ਨੇ। ਸਮਾਂ ਸੁਰ ਪਰ ਨਾਰ ਵਧਾਵਾ ਮਾਨਾ। ਜਿਹੜਿਆਂ ਨੇ ਉਹ ਮੱਤ ਬਦਨਾਮ ਕੀਤੀ ਆ, ਜਦੋਂ ਉਹਨਾਂ ਦੀ ਆਈ ਨਾ ਸ਼ਾਮਤ, ਉਹਨਾਂ ਨੇ ਕਿਹਾ ਸ਼ੁਕਰ ਹੋਇਆ ਇਹ ਸਾਡੇ ਕਲਮ ਕੋਲੋਂ ਲਏ ਲੋਕ। ਹੁਣ ਮੱਤ ਸ਼ੁੱਧ ਹੋਊਗੀ, ਚੰਗੇ ਆਦਮੀ ਆ ਜਾਣਗੇ, ਬੁਰੇ ਪਿੱਛੇ ਚਲੇ ਜਾਣਗੇ। ਉਹਨੂੰ ਤਾਂ ਬਦਨਾਮ ਕਰੀ ਬੈਠੇ ਨੇ ਮੱਤ ਨੂੰ। ਉਹ ਕਦੋਂ ਚਾਹੁੰਦੀ ਹੈ ਵੀ ਚੰਗੇ ਨੇ? ਉਹ ਦੁਖੀ ਹੈ ਅੰਦਰੋਂ, ਐਂ ਕਹਿ ਲਓ। ਜੇ ਆਪਾਂ ਇੱਕ ਔਰਤ ਮੰਨ ਲਈਏ ਮੱਤ ਨੂੰ, ਸੁਰਪਰ ਜਿਹੜੀ ਸੁਰਗਲੋਕ ਦੀ ਹੈ, ਸਾਰੀਆਂ ਸੁਰਗਲੋਕ ਵੱਲ ਨੂੰ ਲੈ ਕੇ ਜਾਂਦੀਆਂ ਮੱਤਾਂ। ਮੱਤ ਕੋਈ ਨਹੀਂ ਗਲਤ ਨਰਕ ਨੂੰ ਲੈ ਕੇ ਜਾਂਦੀ। ਨਰਕ ਨੂੰ ਲਿਜਾਣ ਵਾਲੀ ਅਸੀਂ ਉਹਦਾ ਰੂਪ ਬਣਾ ਦਿੰਦੇ ਹੋ ਕੱਢ ਕੇ। ਇਹ ਤਾਂ ਆਦਮੀ ਦੇ ਸਾਡੀ ਬਣਾਈ ਹੋਈ ਮੱਤ ਹੈ ਨਾ, ਜਿਹੜੀ ਨਰਕ ਵੱਲ ਨੂੰ ਲੈ ਕੇ ਜਾਂਦੇ ਅਸੀਂ। ਗੁਰਬਾਣੀ ਕਦੋਂ ਕਹਿੰਦੀ ਹੈ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਅਸੀਂ ਕੀ ਮੰਗਦੇ ਹਾਂ? ਅਸੀਂ ਗੁਰਬਾਣੀ ਦੇ ਕਹੇ ਤੇ ਮੰਗਦੇ ਨਹੀਂ, ਆਪਣੀ ਮਰਜ਼ੀ ਨਾਲ ਮੰਗਦੇ ਹਾਂ। ਫਿਰ ਉਹ ਮੱਤ ਅਸੀਂ ਬਣਾਈ ਹੈ ਨਰਕ ਨੂੰ ਜਾਣ ਵਾਲੀ, ਉਹਨਾਂ ਨੇ ਬਣਾਈ ਹੈ। ਜਿਹਨੇ ਬਣਾਈ ਹੈ ਉਹ ਕਦੋਂ ਰਾਜੀ? ਕਦੋਂ ਹੈ ਸਾਡੇ ਨਾਲ? ਕਦੋਂ ਰਾਜੀ ਹੈ? ਕਿਵੇਂ ਰਾਜੀ ਹੋ ਜੂਗਾ ਉਹ? ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਇੰਨੀਆਂ ਕਿ ਉਹ ਐਵੇਂ ਚਲੇ ਜਾਣਗੀਆਂ? ਉਹ ਜਨਮ ਵੀ ਲੈਂਦੇ ਰਹਿਣ, ਸਭ ਕੁਛ ਹੁੰਦਾ ਰਹਿੰਦਾ, ਇਹ ਮੰਨਣ ਚਾਹੇ ਨਾ ਮੰਨਣ। ਅਗਰ ਰਣਜੀਤ ਸਿੰਘ ਦੀ ਜੜ ਪੁੱਟਣ ਨੂੰ ਕਿੰਨਾ ਚਿਰ ਲੱਗਿਆ ਸੀ? ਕੋਈ ਸੋਚਦਾ ਸੀ ਐਡਾ ਵੱਡੇ ਰਾਜ ਦੀ ਜੜ ਪੁੱਟੀ ਜਾਊਗੀ? ਅਕਾਲੀਆਂ ਦੀ ਵੀ ਜੜ ਪੁੱਟੀ ਗਈ। ਐਵੇਂ ਚਾਹੇ ਰੌਲਾ ਜਿੰਨਾ ਮਰਜ਼ੀ ਪਾਈ ਜਾਣ, ਜੜ ਜੋੜੀ ਹੈ ਇਹਨਾਂ ਦੀ, ਜੜ ਪੁੱਟੀ ਗਈ। ਜੜ ਤਾਂ ਸਿਉਂ ਖਾ ਗਈ ਸਾਰੀ। ਇਹ ਤਾਂ ਹੁਣ ਐਵੇਂ ਹੀ ਕੁਛ ਚਿਰ ਚੱਲਦਾ ਹੀ ਹੁੰਦਾ। ਦਰਖਤ ਸੁੱਕਿਆ ਹੋਇਆ ਵੀ ਖੜਾ ਰਹਿੰਦਾ ਹੁੰਦਾ ਧਰਤੀ 'ਚ। ਜੇ ਸੁੱਕ ਜਾਵੇ ਦਰਖਤ ਧਰਤੀ 'ਚ ਖੜਿਆ ਰਹਿੰਦਾ, ਉਹਨੂੰ ਕੋਈ ਨਾ ਕੋਈ ਹਿਲਾ ਕੇ ਸੁੱਟਣਾ ਹੀ ਪੈਂਦਾ। ਐਵੇਂ ਬਹਾਨਾ ਹੀ ਹੁੰਦਾ ਹਿਲਾਉਣ ਦਾ। ਜ਼ਮੀਨ ਨਾਲ ਨਹੀਂ, ਜ਼ਮੀਨ ਨਹੀਂ ਹੈ ਇਹਨਾਂ ਦੇ ਨਾਲ ਬਿਲਕੁਲ ਵੀ। ਇਹ ਸੁਰ ਪਰ ਨਾਰ ਵਧਾਵਾ ਮਾਨਾ। ਇੱਕ ਵਚਨ ਨਹੀਂ, ਬਹੁ ਵਚਨ। ਸੁਰ ਪਰ ਨਾਰ। ਜਿੰਨੀਆਂ ਮੱਤਾਂ ਨੇ ਸਾਰੀਆਂ ਖਤਮ ਕਰ ਰਿਹਾ ਇਹ। ਸਮਝਿਆ ਨਹੀਂ? ਜਾਂ ਇੰਦਰ ਕਿਤੇ ਇੱਕ ਮੱਤ, ਇੰਦਰ ਚੰਦਰ ਸਾਰੇ ਮਾਰੇ ਚੱਕ ਕੇ। ਨਹੀਂ ਕਿਤੇ ਇੱਕ ਮੱਤ ਹੁੰਦੀ ਆ। ਗਾਹਾਂ ਆ ਜਾਣੀਆਂ ਨੇ ਉਹ ਸਾਰੀਆਂ ਮੱਤਾਂ ਜਿਹੜੀਆਂ ਪਿੱਛੇ ਆਈਆਂ ਨੇ। ਹਿੰਦੂਆਂ 'ਚ ਜਿੰਨੀਆਂ ਵੀ ਮੱਤਾਂ ਨੇ, ਇਹ ਸਾਰੀਆਂ ਦੇਵਤਿਆਂ ਦੀਆਂ ਮੱਤਾਂ ਹੀ ਨੇ। ਸਾਰਿਆਂ ਦੇ ਵਿਪਤਾ ਆ ਗਈ ਨਾ। ਉਹ ਜਦੋਂ ਕੋਈ ਸਰਕਾਰ ਦੇ ਵਿੱਚ ਚੰਗਾ ਥਾਣੇਦਾਰ ਆ ਜਾਂਦਾ, ਜਿੰਨਾ
ਜੁਰਮ ਕਰਨ ਵਾਲੇ ਹੁੰਦੇ ਨੇ, ਕੋਈ ਕਿਸੇ ਦਾ ਸਾਰਿਆਂ ਦੀ ਆਫਤ ਆ ਜਾਂਦੀ ਹੈ, ਸਾਰਿਆਂ ਨੂੰ ਪੈ ਜਾਂਦੀ, ਸਾਰਿਆਂ ਨੂੰ ਪੈ ਜਾਂਦੀ ਹੈ। ਕੋਈ ਤਾਂ ਇੱਕੋ ਹੀ ਹੁੰਦਾ ਕਰਨ ਵਾਲਾ ਜੁਰਮ, ਸਾਰਿਆਂ ਨੂੰ ਪੈ ਹੋ ਜਾਂਦੀ ਹੈ। ਜੇ ਸਰਕਾਰ ਦਾ ਟ੍ਰੈਂਡ ਬਦਲ ਜਾਵੇ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਘੱਟ ਤੋਲਦਾ, ਕੋਈ ਦੁੱਧ 'ਚ ਮਿਲਾਉਂਦਾ, ਕੋਈ ਕਾਸੇ 'ਚ ਮਿਲਾਉਂਦਾ, ਦੇਖੋ ਨਾ ਸਾਰਿਆਂ ਨੂੰ ਵਿਪਤਾ ਪੈ ਜਾਂਦੀ ਹੈ। ਉਹਨਾਂ ਨੇ ਕਿਹਾ ਵੀ ਚੰਗਾ ਹੋਇਆ ਸਭ ਨਾਲ, ਇਹਨਾਂ ਨੇ ਇੱਦਾਂ ਹੀ ਹੋਣੀ ਚਾਹੀਦੀ ਹੈ। ਉਹ ਮੱਤਾਂ ਜਿਹੜੀਆਂ ਨੇ ਉਹ ਖੁਸ਼ੀ ਨੇ, ਉਹਨਾਂ ਮੱਤਾਂ ਮੰਨਣ ਵਾਲਿਆਂ ਦੇ ਜਾਂ ਵਿਪਤਾ ਪਈ ਹੈ। ਗੱਲ ਇਹ ਹੈ, ਜੇ ਮਾਂ ਰਾਜੀ ਹੈ ਵੀ ਮੇਰੇ ਪੁੱਤਾਂ ਦੇ ਜਿਹੜਾ ਡਾਂਗ ਫਿਰਦੀ ਹੈ ਚੰਗਾ ਹੋ ਗਿਆ, ਮੇਰੀ ਬਦਨਾਮੀ ਹੁੰਦੀ ਸੀ ਰੋਜ਼, ਜਿਹੜੇ ਐਬ ਕਰਦੇ ਸੀ, ਉਲਟੇ ਕੰਮ ਕਰਦੇ ਸੀ, ਬਦਨਾਮੀ ਮੇਰੀ ਹੁੰਦੀ ਸੀ। ਅੱਜ ਸਿੱਖੀ ਦੀ ਬਦਨਾਮੀ ਜਿਹੜੀ ਹੋ ਰਹੀ ਹੈ, ਸਿੱਖੀ ਕਿਵੇਂ ਖੁਸ਼ ਹੋਊਗੀ ਇਹਨਾਂ ਨਾਲ? ਕਿਵੇਂ ਖੁਸ਼ ਹੋ ਜੂ? ਸਿੱਖੀ ਦੇ ਨਾਂ 'ਤੇ ਚਾਹੇ ਬਾਣਾ ਪਾ ਕੇ ਕਰਦੇ ਨੇ, ਚਾਹੇ ਬਿਨਾਂ ਬਾਣੇ 'ਤੇ ਕਰਦੇ ਨੇ, ਉਹਦੇ ਵਿਚਾਲੇ ਦਾ ਬਣ, ਚਾਹੇ ਪੂਰਾ ਬਣ। ਜੇ ਸਿੱਖੀ ਦੇ ਪਾ ਕੇ ਅੰਦਰੋਂ ਸਿੱਖੀ ਦਾ ਉਲਟ ਕੰਮ ਕਰਦੇ ਨੇ ਨਾ, ਫਿਰ ਸਿੱਖੀ ਨਹੀਂ ਖੁਸ਼ ਹੋ ਸਕਦੀ, ਗੁਰੂ ਨਹੀਂ ਖੁਸ਼ ਹੋ ਸਕਦਾ। ਉਹ ਚਾਹੁੰਦਾ ਹੀ ਆ ਵੀ ਗਲੋਂ ਲੈਣ, ਹੁਣ ਕਿਵੇਂ ਲੈਣ? ਔਰ ਜੇ ਉਹ ਚਾਹੁੰਦਾ ਹੋਵੇ ਨਾ ਲੈਣ, ਇਹ ਹੋ ਹੀ ਨਹੀਂ ਸਕਦਾ। ਜਿੱਦਣ ਉਹਨੇ ਚਾਹਣਾ ਐਂ ਝੜ ਜਾਣਾ, ਜਿਵੇਂ ਪੱਤੇ ਝੜ ਜਾਂਦੇ ਨੇ ਦਰਖਤ ਤੋਂ। ਮੌਸਮ ਬਦਲਣਾ ਹੁੰਦਾ, ਪੱਤੇ ਝੜ ਨੂੰ ਕੀ ਆ? ਹੁਣ ਪੱਤੇ ਸਿਆਲ ਝੜ ਨਹੀਂ ਗਏ ਦਰਖਤਾਂ ਦੇ, ਮੌਸਮ ਬਦਲਿਆ ਤਾਂ ਪੱਤੇ ਆਵੇ ਝੜ ਜਾਂਦੇ ਨੇ। ਸੁਰ ਪਰ ਨਾ ਬਹੁਤ ਇੰਪੋਰਟੈਂਟ ਪੰਕਤੀ ਹੈ, ਸੁਰ ਪਰ ਨਾ ਵਧਾਵਾ ਮਨ ਵਧਾਵਾ ਖੁਸ਼ੀ, ਖੁਸ਼ੀ ਵਧਾਈਆਂ, ਵਧਾਈਆਂ ਇੱਕ ਦੂਜੇ ਨੂੰ ਵਧਾਈਆਂ ਦਿੰਦੀਆਂ ਨੇ, ਇੱਕ ਦੂਜੇ ਨੂੰ ਵਧਾਈਆਂ ਦਿੰਦੀਆਂ ਨੇ ਜਾ ਕੇ। ਸਾਰਿਆਂ ਨਾਲ ਖੁਸ਼ੀ ਹੈ, ਆ ਸਾਰਿਆਂ ਤੇ ਹੀ ਵਿਪਤਾ ਹੈ। ਵਿਪਤਾ ਉਹਨਾਂ ਤੇ ਨਹੀਂ ਹੈਗੀ, ਵਿਪਤਾ ਜਿਹੜੇ ਡਕੈਤ ਕਬਜ਼ਾ ਕਰ ਲਿਆ ਉਹਨਾਂ ਤੇ ਹੈ। ਉਹ ਤਾਂ ਔਖੀਆਂ ਨੇ, ਗੋਲਕ ਤੇ ਕਬਜ਼ਾ ਕਰਿਆ ਹੋਇਆ, ਉਹ ਤਾਂ ਔਖੀਆਂ ਨੇ। ਪਹਿਲਾਂ ਤਾਂ ਗੋਲਕ ਲਿਆਉਣੀ ਉਹ ਗਲਤ ਸੀ, ਕਿਉਂ ਬਣ ਦਿੱਤੀ ਗੋਲਕ ਆ ਰਹੇ ਸਾਹਮਣੇ? ਉਹ ਭਰਦੇ ਨੇ ਹੁਣ। ਅਕਾਲੀ ਫੂਲਾ ਸਾਹਿਬ ਨੇ ਕਹਦੀ ਗੋਲਕ ਨਹੀਂ। ਪਹਿਲੀ ਗੱਲ, ਗੁਰਦੁਆਰੇ ਨਹੀਂ ਸੀ ਬਣਾਉਣੇ, ਕੋਈ ਅੱਜ ਤੱਕ ਰਿਕਾਰਡ ਨਹੀਂ ਹੈ ਬ੍ਰਹਮ ਗਿਆਨੀ ਦਾ ਮੰਦਰ ਨਹੀਂ ਬਣਦਾ ਹੁੰਦਾ। ਇੱਕ ਮੰਦਰ ਬਣਾਇਆ ਇਹਨਾਂ ਨੇ, ਉਹ ਵੀ ਪੰਡਤਾਂ ਨੇ ਬਣਾਤਾ ਸੀ, ਬ੍ਰਹਮਾ ਦਾ ਮੰਦਰ। ਬ੍ਰਹਮਾ ਦਾ ਮੰਦਰ ਹੁੰਦਾ ਹੀ ਨਹੀਂ। ਬ੍ਰਹਮਾ ਦਾ ਮੰਦਰ ਕੀ ਹੈ? ਮਨ ਮੰਦਰ ਤਨ ਬੇਸ ਕਲੰਦਰ, ਕਾਟੇ ਤੀਰਥ ਨਾਮਾ। ਅੰਦਰੇ ਤੀਰਥ ਹੈ, ਅੰਦਰ ਹੀ ਮੰਦਰ ਹੈ, ਬਾਹਰ ਹੁੰਦਾ ਹੀ ਨਹੀਂ। ਰੱਖੋ ਗੋਲ ਗੋਤੇ ਕਿਵੇਂ ਰੱਖ ਲਓਗੇ? ਇੱਦੋਂ ਕਹਾਂ ਗਏ ਡੁੱਬੇ। ਸਾਰਾ ਇਹਨਾਂ ਨੇ ਕਾਸ਼ੀ ਵਾਲਿਆਂ ਦੀ ਮਗਰ ਲਾ ਕੇ ਕੀਤਾ ਸਭ ਕੰਮ। ਰਣਜੀਤ ਸਿੰਘ ਇਹਨਾਂ ਰਾਜਾ ਨੇ ਕੀਤਾ ਕੰਮ। ਉਹਨਾਂ ਨੂੰ ਪਤਾ ਸੀ ਵੀ ਹੌਲੀ 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 ਚੜਾਵਾ ਆਊਗਾ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਸੰਖੀ ਹੈ, ਹੁਣ ਤਾਂ ਕਹਿਣ ਤੇ ਹਟ ਗਏ। 60 ਸਾਲ ਪਹਿਲਾਂ ਸੰਖਿਆ ਕਹਿੰਦੇ ਹੁੰਦੇ ਸੀ, 50 ਸਾਲ ਪਹਿਲਾਂ ਵੀ ਕਹਿੰਦੇ, ਫਿਰ ਤੇ ਹਟ ਕੇ ਕਹਿਣ ਤੇ, ਜਾਂ ਆਪੇ ਖਾਣ ਲੱਗ ਗਏ, 2 ਹੀ ਅੱਤੀ ਪੇ ਹਟ ਕੇ ਕਹਿਣ ਤੇ। ਹੁਣ ਨਹੀਂ ਸੰਖਿਆ ਕਹਿੰਦੇ, ਕਿਉਂ ਵੀ ਹੁਣ ਸੰਖਿਆ ਹੈ ਨਹੀਂ। ਜੇ ਨਹੀਂ ਕਹਿੰਦੇ ਖਾਣ ਵੀ ਸਾਰੇ ਹੀ ਲੱਗੇ। ਜਿੰਨਾ ਚਿਰ ਸੰਖਿਆ ਕਹਿਣ ਤੇ ਉਹਨਾਂ ਜੇ ਡਰਦੇ ਤੇ ਖਾਣ ਲੱਗੇ। ਕੋਈ ਖਾਂਦਾ ਸੀ, ਲੁਕਮਾ ਛੁਪਮਾ। ਜੇ ਕਹਿਣ ਤੇ ਹਟ ਗਏ ਤਾਂ ਖਾਣ ਵੀ 2 ਹੀ ਹੱਥੀਂ ਲੱਗ ਗਏ ਸਾਰੇ। ਜਿੰਨਾ ਚਿਰ ਕਹਿੰਦੇ ਰਹੇ ਉਹਨਾਂ ਜੇ ਡਰਦੇ ਰਹੇ। ਇਹ ਸੰਖਿਆ ਨਹੀਂ ਖਾਣਾ। ਜੇ ਛੇਤੀ ਖਾਣ ਲੱਗ ਗਏ, ਜਲਦੀ ਖਾਣ ਲੱਗੇ, ਮਾਰੇ ਵੀ ਜਲਦੀ ਹੋ ਗਏ। ਜਿੰਨਾ ਕੋਈ ਛੇਤੀ ਜ਼ਿਆਦਾ ਖਾਊਗਾ ਚੀਜ਼ ਨੂੰ, ਛੇਤੀ ਮਾਰਿਆ ਜਾਊਗਾ। ਮਾਰੇ ਵੀ ਛੇਤੀ ਹੋ ਗਏ। ਪੱਲੇ ਕੁਛ ਨਹੀਂ ਰਿਹਾ ਕਿਸੇ ਦੇ, ਬੋਲਣ ਜੋਗਾ ਕੋਈ ਨਹੀਂ ਰਿਹਾ। ਜਿਹੜਾ ਧਰਮ ਦੇ ਸਾਹਮਣੇ ਕੋਈ ਨਹੀਂ ਸੀ ਬੋਲਦਾ, ਆਪ ਬੋਲਣ ਜੋਗੇ ਨਹੀਂ ਅਜੇ ਰਹੇ ਕਿਸੇ ਦੇ ਸਾਹਮਣੇ, ਟੇੜਦੇ ਜਾਂਦੇ ਨੇ। ਬਰ ਹੈ ਆਜ ਮਹਾ ਸੁਭਟਨ ਕੋ ਸਮਰ ਸਯੰਬਰ ਜਾਨਾ। ਹਾਂ, ਜਿਹੜੇ ਚੰਗੇ ਯੋਧੇ ਨੇ, ਚੰਗੇ ਯੋਧੇ, ਸੁਪਟ ਧਰਮ ਦੇ ਜਿਹੜੇ ਕਾਇਮ ਨੇ, ਸੁਪਟ। ਬਰ ਹੈ ਆਜ ਮਹਾ, ਉਹਨਾਂ ਨੂੰ ਮਾਰਾਂਗੇ, ਉਹਨਾਂ ਨੂੰ ਗਾਹਾਂ ਵਾਸਤੇ ਥੱਪੜਾ ਦੇ ਕੇ ਗਾਹਾਂ ਦਾ ਜਨਮ ਉਹਨਾਂ ਨੂੰ ਦੇਵਾਂਗੇ। ਪਹਿਲਾਂ ਹੁਣ ਆ ਜਾਣਗੇ ਇੱਥੇ, ਉਹਨਾਂ ਨੂੰ ਲੈ ਕੇ ਦੁਬਾਰਾ ਫਿਰ ਆਪਣੇ ਘਰ ਦੇ ਮੈਂਬਰ ਉਹਨਾਂ ਨੂੰ ਬਣਾਉਣੇ। ਸਮਰ ਸਵੈੰਬਰ ਜਾਨਾ। ਸਮਰ ਚੰਗੇ ਜਿਹੜੇ ਸਮਰ, ਜਿੱਥੇ ਜੰਗ ਹੋ ਰਹੀ ਹੈ ਤਾਂ ਸਵੈੰਬਰ ਹੈ ਉਹਨਾਂ ਦਾ। ਤਾਂ
ਇੱਥੇ ਨਿਰਖ ਹੋਊਗਾ, ਜਾਂ ਤਾਂ ਲਾਈਨ ਤੇ ਆ ਜਾਣਗੇ ਜਾਂ ਛੱਡ ਜਾਣਗੇ ਧਰਮ। ਜਿਹੜਾ ਤਾਂ ਲਾਈਨ ਤੇ ਆ ਗਿਆ ਉਹ ਤਾਂ ਧਾਰਮਿਕ ਬਣ ਗਿਆ, ਜਾਂ ਫਿਰ ਛੱਡ ਗਿਆ। ਕਿੰਨੇ ਬੰਦੇ ਨੇ ਜਿਹੜੇ ਸਿੱਖ ਹੁਣ ਪੱਕੇ ਬਣ ਜਾਣਗੇ, ਸਿੱਖੀ ਦਾ ਪਤਾ ਲੱਗੇ ਤੇ, ਔਰ ਬਣਨਗੇ ਵੀ ਇੱਕ ਨੰਬਰ ਉਹ ਦੂਏ ਛੱਡ ਜਾਣਗੇ। ਛੱਡੀ ਹੋਈ ਹੈ। ਹੱਥ ਜੋੜਨਾ ਨੇ ਮਹਾਰਾਜ ਪੜ੍ਹਨ ਔਖੀ ਆ, ਅਸੀਂ ਤਾਂ ਚੱਕ ਨਹੀਂ ਸਕਦੇ। ਚੱਲ ਗੱਲ ਖਤਮ ਹੋਈ। ਬੜਾ ਆਕੜੇ ਫਿਰਦੇ ਤੇ ਨਾ, ਅਸੀਂ ਸਿੱਖ ਤੇਰੇ ਨਾਲੋਂ ਘੱਟ ਨਹੀਂ। ਹੁਣ ਨਹੀਂ ਕਹਿੰਦਾ ਅਗਲਾ ਤੇਰੇ ਨਾਲੋਂ ਘੱਟ ਨਹੀਂ, ਤੇਰੇ ਨਾਲੋਂ ਵੱਧ ਨਹੀਂ। ਨਾ ਕੋਈ ਵੱਧਦਾ ਨਾ ਕੋਈ ਘੱਟ ਹੈ, ਪਤਾ ਲੱਗ ਜੂ ਆਪੇ ਵੱਧ ਘੱਟ ਦਾ ਕੀ ਹੈ। ਉਹ ਗਾਹਾਂ ਜਾ ਕੇ ਪਤਾ ਲੱਗ ਜੂ ਵੱਧ ਘੱਟ। ਆਪਾਂ ਨੇ ਗਾਹਾਂ ਤੇ ਤੋਲਣਾ, ਅੰਦਰੇ ਤੋਲੀ ਜਾਓ ਆਪਣੇ ਆਪ ਨੂੰ, ਆਪਣੇ ਆਪ ਨੂੰ ਤੋਲੀ ਜਾਓ। ਲੋੜ ਕੀ ਹੈ। ਲਗੈ ਏਕ ਪਾਏ ਠਾਂਡੀ ਹਮ ਜਿਮ ਜਿਮ ਸੁਬਟ ਜੂਝੇ ਹੈ। ਇੱਕ ਪੈਰ ਇੱਕ ਟੰਗ ਭਾਰ ਹੋ ਕੇ ਅਸੀਂ ਇਹਨੂੰ ਦੇਖਦੀ ਹਾਂ। ਉਹ ਤਾਂ ਅਰਦਾਸ ਕਰਦੀਆਂ ਵੀ ਮਰਨ ਛੇਤੀ ਸੁਰ ਬਰਨਾਰ। ਆਹੋ ਲਗੈ ਏਕ ਪਾਏ ਠਾਂਡੀ ਹਮ। ਹਾਂ ਠਾੜੀ ਖੜ ਕੇ ਇੱਕ ਲੱਤ ਭਾਰ ਖੜ ਕੇ ਦੇਖਦੇ ਇਹਨਾਂ ਨੂੰ ਅਸੀਂ। ਬਹੁਤ ਵਜਨੇ ਆਰੀ ਕਰਿਆ ਵੀ ਠਾਂਡੀ ਹਮ। ਹਮ ਲਵਜਾ ਰਿਹਾ ਠਾਂਡੀ ਹਮ। ਸਾਰੀਆਂ ਮੱਤਾਂ ਦੇਖਦੀਆਂ ਨੇ। ਲਗੈ ਇਹਨਾਂ ਸੁਧਾਰ ਹੋਣਾ ਹੀ ਚਾਹੀਦਾ ਇਹਨਾਂ ਦੇ। ਮੈਂ ਕਹਿੰਦਾ ਸੀਗਾ ਬਈ ਜੇ ਇਹਨਾਂ 'ਚ ਲੜਾਈ ਹੋਊ ਤਾਂ ਸੱਚ ਆਊਗਾ। ਜੇ ਇਕੱਠੇ ਰਹਿੰਦੇ ਅਕਾਲੀ ਸੱਚ ਨਹੀਂ ਬਾਹਰ ਆਉਣ ਦਿੰਦੇ, ਕਦੇ ਵੀ ਕਦੇ ਨਹੀਂ ਬਾਹਰ ਆਉਣ ਦਿੰਦੇ। ਡੰਗਾ ਖੜਕੇ ਤਾਂ ਸੱਚ ਬਾਹਰ ਆਇਆ। ਹਾਂ ਇਹ ਆਪਸ ਵਿੱਚ ਹੀ ਲੜਨਗੇ ਤਾਂ ਸੱਚ ਨੂੰ ਬਾਹਰ ਆਉਣ ਦੇਣਗੇ। ਕਦੇ ਜੇ ਚੋਰ ਅੱਡ ਅੱਡ ਫੜ ਜਾਣਗੇ, ਚੋਰੀ ਦੱਸਣਗੇ ਪੁਲਿਸ ਕੋ ਜਾ ਕੇ। ਜੇ ਇਕੱਠੇ ਹੋ ਜਾਣਗੇ ਚੋਰੀ ਕਰਕੇ, ਫਿਰ ਚੋਰੀ ਦਾ ਪਤਾ ਨਹੀਂ ਲੱਗਣਾ। ਫਿਰ ਤਾਂ ਡਾਕੇ ਮਾਰਨਗੇ ਉਹ, ਫਿਰ ਡਾਕੇ ਮਾਰਨਗੇ ਉਹ ਇਕੱਠੇ ਹੋਣਗੇ। ਇਹ ਗੁਰੂ ਨੇ ਖੇਡ ਵਰਤਾਈ ਹੈ ਸਾਰੀ, ਇਹਨਾਂ 'ਚ ਫੁੱਟ ਪਾਉਣੀ ਇਹੀ ਹੁੰਦੀ ਹੈ। ਹੋਰ ਕੀ ਹੁੰਦੀ ਹੈ। ਜੋ ਇਹਨਾਂ ਨੇ ਕੀਤਾ ਭਰ ਲਿਆ। ਉਹ ਮਾਇਆ ਦੇ ਨੇੜੇ ਜਾਣਗੇ, ਮਾਇਆ ਤਾਂ ਡੰਗ ਮਾਰੂਗੀ। ਉਹ ਮਾਇਆ ਨੰਗਣੀ ਡੰਗ ਚਲਾਊਗੀ, ਚਲਾਵੇਗੀ। ਦੁੱਖ ਖਾਲਸਾ ਸੀਸ ਤੇ ਠਾਵੇਂਗੇ ਤੇ ਹੁਣ ਦੁੱਖੇ ਹੋਊਗਾ, ਤਲਵਾਰਾਂ ਚੱਲਣਗੀਆਂ। ਹੋਰ ਕੀ ਹੋਊਗਾ। ਲਗੈ ਏਕ ਪਾਏ ਠਾਡੀ ਹਮ ਜਿਮ ਜਿਮ ਸੁਭਟ ਜੂਝੇ ਹੈ। ਉਹ ਪਿੱਛੇ ਦੀ ਹਿਸਟਰੀ ਹੈ ਸਾਡੇ ਕੋਲ ਧਰਮ ਦੀ। ਹਿਸਟਰੀ ਆਪਣੇ ਆਪ ਨੂੰ ਦੁਹਰਾਉਂਦੀ ਰਹਿੰਦੀ ਹੈ। ਪਿੱਛੇ ਵੀ ਇਹ ਗੱਲ ਹੋਈ ਹੈ, ਹੁਣ ਵੀ ਹੋਈ ਹੈ, ਕਈ ਵਾਰ ਹੋਈ ਹੋਊ। ਇਹ ਕਈ ਵਾਰ ਜੇ ਗੱਡੀ ਲੀਹ ਤੋਂ ਲੈ ਜਾਂਦੀ ਹੈ, ਦੁਬਾਰਾ ਲੀਹ ਤੇ ਆਉਂਦੀ ਹੋਈ ਹੈ ਨਾ। ਰੋਜ਼ ਉਤਰਦੀਆਂ ਰਹਿੰਦੀਆਂ ਗੱਡੀਆਂ ਲੀਹ ਤੋਂ, ਆਉਂਦੀਆਂ ਵੀ ਰਹਿੰਦੀਆਂ ਲੀਹ ਤੇ। ਜਿਹਨੇ ਗੱਡੀ ਬਣਾਈ ਹੈ, ਜਿਹਨੇ ਲਾਈਨ ਵਿਛਾਈ ਹੈ, ਉਹਨੂੰ ਨਹੀਂ ਪਤਾ ਉਹਨੇ ਲੀਹ ਤੇ ਲਿਆਉਣੀ ਵੀ ਹੈ। ਜਿਹਨੇ ਸੰਸਾਰ ਬਣਾਇਆ ਉਹ ਲੀਹ ਤੋਂ ਲੈਂਦੀ ਵੀ ਰਹਿੰਦੀ ਹੈ, ਲੀਹ ਤੇ ਲਿਆਉਂਦਾ ਵੀ ਰਹਿੰਦਾ। ਤਿਮ ਤਿਮ ਘਾਲ ਪਾਲ ਕੀ ਆਪਣ ਅਮਰਪੁਰੀ ਲੈ ਜਾ ਹੈ। ਹਾਂ ਜਿਵੇਂ ਜਿਵੇਂ ਜਿਹੜੇ ਸੁਪੱਟ ਹੋਣਗੇ, ਦੇਖੋ ਸੁਪੱਟ ਜਿਹੜੇ ਹੋਣਗੇ, ਜਿਵੇਂ ਜਿਵੇਂ ਸੁਪੱਟ ਜੂਝੇ ਹੈ। ਹਾਂ ਜਿਵੇਂ ਜਿਵੇਂ ਸੁਪੱਟ ਜੂਝੇ ਨੇ। ਚੰਗੇ ਆਦਮੀ ਜਿਹੜੇ ਸੀ, ਜਿਨ੍ਹਾਂ ਨੇ ਠੀਕ ਗੱਲ ਕੀਤੀ ਹੈ, ਸੱਚ ਨੂੰ ਸੱਚ, ਝੂਠ ਨੂੰ ਝੂਠ ਮੰਨਿਆ, ਉਹਨਾਂ ਨੂੰ ਉਵੇਂ ਉਵੇਂ ਆਪਣੇ ਆਪਣੇ ਮੱਤ ਦੇ ਵਿੱਚ ਲੈ ਜਾਣਾ। ਇੱਥੇ ਗਾਹਾਂ ਜਾ ਕੇ ਕੋਈ ਨਹੀਂ, ਗਾਹਾਂ ਜਾ ਕੇ ਨਹੀਂ ਹੈਗਾ ਇਹ ਬਈ ਇਹਨੂੰ ਫਲਾਨੀ ਮੱਤ 'ਚ ਲੈ ਕੇ ਜਾਣਾ। ਦੇਖੋ ਸਾਡੇ ਕੋਲ ਇੱਕਦਮ ਇੰਨੇ ਬੰਦੇ ਕਿੱਥੋਂ ਆ ਗਏ। ਖੋਪਰੀਆਂ ਲੈ ਗਈਆਂ ਤੇ ਗਾਂ ਜੁਬੜ ਗਏ, ਹਾਰਿਆਂ ਨਾਲ ਚਰਾਤੇ। ਕਿੱਥੋਂ ਆਏ ਬੰਦੇ? ਸਿੱਖੀ ਜੋ ਆਏ ਤੇ ਨਹੀਂ, ਹੋਰ ਮੱਤਾਂ ਜੋ ਆ ਗਏ। ਸ੍ਰੀ ਗੁਰੂ ਨਾਨਕ ਗਏ ਨੇ, ਜਿਹੜੇ ਨੇ ਮੰਨ ਲਈ ਇਹ ਮੱਤ ਅੰਦਰ ਖਾਨੇ, ਉਹ ਗਏ ਨੇ। ਫਿਰ ਉਹ ਮੱਤ ਛੱਡ ਕੇ ਸਿੱਖੀ ਜਨਮ ਲਿਆ ਉਹਨਾਂ ਨੇ। ਉਦੋਂ ਚੁੱਪ ਕਰਕੇ ਉਹ ਆਪਣੇ ਕਰਦੇ ਰਹੇ ਆਪਣੇ ਅੰਦਰ ਹੀ। ਜਿਹੜੇ ਚੰਗੇ ਆਦਮੀ ਹੁੰਦੇ ਨੇ ਆਪਣੇ ਅੰਦਰ ਹੀ ਚੰਗੇ ਹੁੰਦੇ ਨੇ, ਮਨ ਮਾਹੇ। ਜੇ ਮੰਦਾ ਹੈ ਆਪਣੇ ਮਨ 'ਚ ਮੰਦਾ, ਉਹ ਮੰਦਾਪਣਾ ਹੀ ਲੈ ਕੇ ਮਰ ਜਾਂਦਾ ਹੈ। ਜੇ ਚੰਗਾ ਹੈ ਉਹ ਆਪਣੀ ਚੰਗਿਆਈ ਲੈ ਕੇ ਖਾਮੀ ਚੱਲਦਾ। ਗਾਹਾਂ ਜਾ ਕੇ ਮੱਤ ਦੇ ਜਨਮ ਫਿਰ ਗਾਹਾਂ ਲੈ ਜਾਂਦੇ ਨੇ। ਜਿਵੇਂ ਚੰਗਾ ਇੱਥੇ ਕੋਈ ਖਿਲਾੜੀ ਹੈ, ਪੁਲਿਸ ਵਾਲੇ ਕਹਿੰਦੇ ਸਾਡੇ 'ਚ ਆ ਜਾ, ਫੌਜ ਵਾਲੇ ਕਹਿੰਦੇ ਸਾਡੇ 'ਚ ਆ ਜਾ, ਰੇਲਵੇ ਵਾਲੇ ਕਹਿੰਦੇ ਸਾਡੇ 'ਚ ਆ ਜਾ। ਉਹ ਕਦੇ ਲੈ ਜਾਂਦੇ ਨੇ। ਵਾਹੀ ਗੱਲ ਇੱਥੇ ਹੈ, ਅਮਰਪੁਰੀ ਲੈ ਜਾ ਹੈ। ਅਮਰਪੁਰੀ ਲੈ ਜਾਂਦੇ ਨੇ। ਕਹਿੰਦੇ ਤੂੰ ਇੱਧਰ ਆ ਜਾ ਸਾਡੀ ਮੱਤ 'ਚ, ਤਿਮ ਤਿਮ ਘਾਲ ਇੱਧਰ ਜਨਮ ਦੇਵਾਂਗੇ। ਘਾਲ ਪਾਲ ਕੀ ਆਪਣਾ। ਹਾਂ ਆਪਣੀਆਂ ਪਾਲਕੀਆਂ ਘਾਲ ਕਰਕੇ ਉਹਨੂੰ ਆਪਣੀ ਪਾਰਟੀ 'ਚ ਆਪਣੇ ਧਰਮ 'ਚ ਲੈ ਕੇ ਆਉਂਦੀਆਂ ਨੇ ਮੱਤਾਂ। ਅਮਰਪੁਰੀ ਜਿਹੜੇ ਨੇਕ ਆਦਮੀ ਹੁੰਦੇ ਨੇ ਇੱਥੇ, ਇਹ ਹੁਣ ਗਾਹਾਂ ਦੀ ਗੱਲ ਹੈ। ਗੱਲ
ਪਾਲਕੀਆਂ ਪੂਲਕੀਆਂ ਦੀਆਂ ਗੱਲਾਂ ਤਾਂ ਸਾਰੀ ਕੀਤੀਆਂ ਹੋਈਆਂ ਨੇ ਇਹ। ਅਸਲ ਦੇ ਵਿੱਚ ਗੱਲ ਕੀ ਹੈ? ਅਸਲ ਦੇ ਵਿੱਚ ਗੱਲ ਮੱਤਾਂ ਦੀ ਹੈ। ਆਪਣੇ ਧੜੇ ਚ ਲੈ ਜਾਣ ਆਪਣੇ ਬੰਦਿਆਂ ਨੇ, ਤੂੰ ਇੱਧਰ ਆ ਜਾ, ਤੂੰ ਤੇਰਾ ਇੱਧਰ ਨਹੀਂ, ਇਹ ਨਹੀਂ ਬੰਦੇ ਚੰਗੇ ਹੈਗੇ, ਇੱਧਰ ਆ ਦੇਖ, ਇੱਧਰ ਆਪਣਾ ਪ੍ਰੋਗਰਾਮ ਇਹੋ ਜਿਹਾ ਆਪਣੀ ਆਪਣੀ ਟੀਮ 'ਚ ਲੈ ਕੇ ਜਾਂਦੇ ਨੇ। ਇੱਥੇ ਜੋ ਟੀਮਾਂ ਆਉਣੀਆਂ ਨੇ, ਫਿਰ ਇੱਥੇ ਜਾਨਵਰ ਕਿੱਥੋਂ ਆਉਂਦੇ ਨੇ, ਚੰਗੇ ਆਦਮੀ ਕਿੱਥੋਂ ਆਉਂਦੇ ਨੇ? ਜਿਹੜੇ ਚੰਗੇ ਆਦਮੀ ਜਾਨਵਰ ਲੈਂਦੇ ਨੇ ਕਿੱਥੋਂ ਤਾਂ ਆਉਂਦੇ ਹੀ ਨੇ ਉਹ। ਇੱਦਾਂ ਹੀ ਆਉਂਦੇ ਨੇ। ਹਾਂਜੀ। ਚੰਦਨ ਚਾਦਰ ਚਿੱਤਰ ਚੰਦਨ ਕੇ ਚੰਚਲ ਅੰਗ ਚੜਾਉਂ। ਚੰਦਨ ਉਹ ਚਿੱਤਰ ਉਹਦੇ ਤੇ ਚੰਦਨ ਦੇ ਉਹ ਤਾਂ ਇੱਕ ਕੀਤਾ ਹੋਇਆ ਵੀ ਤੈਨੂੰ ਚੰਦਨ ਦੀ ਚਾਦਰ। ਚੰਦਨ ਦੀ ਚਾਦਰ ਕੀ ਹੁੰਦੀ ਹੈ? ਜਿਹੜਾ ਉਪਦੇਸ਼ ਹੈ ਹੀ ਚੰਦਨ ਦੀ ਚਾਦਰ ਹੈ। ਉਹ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ ਵੀ ਜਿਹੜੀ ਤੇਰੇ 'ਚ ਕਮੀ ਹੈ ਉਹ ਅਸੀਂ ਪੂਰੀ ਕਰ ਦੇਣੀ ਹੈ ਗਿਆਨ ਦੀ। ਜਿੰਨਾ ਤੇਰੇ ਕੋਲ ਪਿੱਛੇ ਹੈਗਾ ਉਹ ਪਿੱਛੇ ਹੈਗਾ। ਜੇ ਹੁਣ ਕਿਸੇ ਮੱਤ ਕੋਲ ਜ਼ਿਆਦਾ ਗਿਆਨ ਹੋਊ ਉਹੀ ਦੇ ਸਕਦੀ ਹੈ ਜਦ। ਜੇ ਉਹਨੂੰ 4 ਪਦਾਰਥ ਚਾਹੀਦੇ ਨੇ ਗੁਰਮਤਿ ਤੋਂ ਬਗੈਰ ਉਹਨੂੰ ਕੋਈ ਨਹੀਂ ਸਮਝ ਸਕਦਾ। ਜਿਹਨੂੰ ਪਦਾਰਥ 4 ਚਾਹੀਦੇ ਨੇ ਉਹਨੂੰ ਦੁਨੀਆ ਦੇ ਵਿੱਚ ਕੋਈ ਮੱਤ ਨਹੀਂ ਸਮਝ ਸਕਦੀ ਕਿ ਉਹਨੂੰ ਗੁਰਮਤਿ ਵਾਲੇ ਸਮਝਣਗੇ। ਦੋ ਤਾਂ ਉਹਦੇ ਕੋਲ ਹੈਗਾ ਹੀ ਨਹੀਂ। ਗਾਹਾਂ ਜਿਹਨੇ ਜਾਣਾ ਦੋ ਤੋਂ ਉਹ ਫਿਰ ਕੌਣ ਲੈ ਕੇ ਜਾਊਗਾ? ਮੁਕਤੀ ਤੋਂ ਗਾਹਾਂ ਕੌਣ ਲੈ ਕੇ ਜਾਊਗਾ? ਮੁਕਤ ਵੀ ਗਿਆਨੀ ਤੱਕ। ਹਾਂ, ਮੁਕਤ ਬੱਪਰੀ ਵੀ ਗਿਆਨਵਾਨ ਤਾਂ ਹੈ। ਉਹ ਕਹਿੰਦਾ ਮੁਕਤੀ ਤਾਂ ਮੈਂ ਤਿਆਗਣੀ, ਹੁਣ ਗਾਹਾਂ ਦੱਸੋ ਕੌਣ ਲੈ ਕੇ ਜਾਊ? ਫਿਰ ਗਾਹਾਂ ਉਹ ਕਹਿੰਦੇ ਵੀ ਨਹੀਂ, ਸਾਡੇ ਤਾਂ ਇਹੀ ਕੁਛ ਹੈ, ਇਹ ਤੋਂ ਗਾਹਾਂ ਨਹੀਂ ਸਾਡੇ ਕੋਲ ਹੈ। ਜਿਹਦੇ ਕੋਲ ਗਾਹਾਂ ਹੈ ਉਹੀ ਕਹੂਗਾ ਫਿਰ ਕਿ ਆ ਜਾ ਬਈ ਤੂੰ ਆ ਜਾ, ਤੈਨੂੰ ਦਿੰਦੇ। ਫਿਰ ਜਾ ਕੇ ਸਿਰ ਤੇ ਆਰੇ ਫਿਰਦੇ ਨੇ। ਜ਼ਿਆਦਾ ਬੰਦੇ ਮੁਸਲਮਾਨਾਂ 'ਚੋਂ ਆਏ ਨੇ ਸਾਡੇ, ਕਿਉਂ? ਕਾਣੇ ਸੀਗਾ ਹੀ ਉਹ, ਕਾਣੇ ਸੀਗੇ ਪਹਿਲਾਂ ਹੀ। ਇੱਕ ਅੱਖ ਹੋਰ ਚਾਹੀਦੀ ਸੀ ਉਹਨਾਂ ਨੂੰ। ਉਹਦੇ ਪਹਿਲਾਂ ਹੀ ਇਹਨਾਂ ਨੇ ਵਿਚਾਰੇ, ਉਹਨਾਂ ਦੇ ਤਾਂ ਕਾਣਾ ਕੋਈ ਬਿਰਲਾ ਹੀ ਸੀ। ਉਹਨਾਂ ਦਾ ਕਾਣਾ ਕਿੱਥੇ ਸੀ? ਚੰਦਨ ਚਾਦਰ ਚਿੱਤਰ ਚੰਦਨ ਕੇ ਚੰਚਲ ਅੰਗ ਚੜਾਉਂ। 3 ਉਦਾਸੀਆਂ ਹਿੰਦੂ ਇਲਾਕੇ 'ਚ ਹੋਈਆਂ ਨੇ ਗੁਰੂ ਨਾਨਕ ਦੀਆਂ। ਇੱਕ ਉਦਾਸੀ ਇਸਲਾਮ ਵਾਲੇ ਇਲਾਕੇ 'ਚ ਹੋਈ ਹੈ, ਔਰ ਸਭ ਤੋਂ ਛੋਟੀ ਉਦਾਸੀ ਇਹੀ ਹੈ। ਉਹਦੇ ਨਾਲ ਅੱਧ ਤੋਂ ਜ਼ਿਆਦਾ ਮੁਸਲਮਾਨ ਨੇ ਜਿਹੜੇ ਵਜ਼ਨਦਾਰ ਨੇ, ਜਿਹੜੇ ਗੁਰੂ ਘਰ ਨਾਲ ਜੁੜੇ ਨੇ। ਮੀਆਂ ਮੀਰ ਵਰਗਾ ਹਿੰਦੂਆਂ 'ਚ ਇੱਕ ਵੀ ਆਦਮੀ ਨਹੀਂ ਜਿਹੜਾ ਜੁੜਿਆ ਹੋ। ਮੁਸਲਮਾਨਾਂ ਵਰਗਾ ਮੀਆਂ ਮੀਰ ਦੇ ਮੁਕਾਬਲੇ ਹਿੰਦੂਆਂ 'ਚ ਇੱਕ ਵੀ ਆਦਮੀ ਨਹੀਂ ਜਿਹੜਾ ਜੁੜਿਆ ਹੋ। ਇੰਨਾ ਪ੍ਰਭਾਵਸ਼ਾਲੀ ਹੋਵੇ ਹਿੰਦੂਆਂ 'ਚ, ਔਰ ਗੁਰੂ ਘਰ ਦੀ ਗੱਲ ਮੰਨ ਲਈ ਹੋਵੇ। ਗੁਰੂ ਘਰ ਦੇ ਮੈਂਬਰਾਂ ਨੂੰ ਪਾੜਦੇ ਰਹੇ ਨੇ ਹਿੰਦੂ, ਇਹ ਤਾਂ ਕੰਮ ਕਰਦੇ ਰਹੇ ਨੇ। ਘਰਦਿਆਂ ਨੂੰ ਪਾੜ ਕੇ ਦੂਏ ਪਾਸੇ ਖੂਜ ਸਿੱਟਣ ਵਾਲਾ ਕੰਮ ਕੀਤਾ ਇਹਨਾਂ ਨੇ। ਅਮਦਾਦ ਵਾਲਾ ਕੋਈ ਕੰਮ ਨਹੀਂ ਕੀਤਾ। ਇੱਕ ਆਦਮੀ ਦੱਸੋ ਜਿਹੜਾ ਪਹਿਲਾਂ ਹੋਵੇ। ਬੰਦਾ ਬਹਾਦਰ ਆਇਆ ਸੀ, ਉਹ ਤਾਂ ਖੈਰ ਵਿਗੜਿਆ ਹੋਇਆ ਸੀ ਪਹਿਲਾਂ ਹੀ। ਉੱਥੇ ਵੀ ਉਹਨੇ ਕਿਹਾ ਸੀ ਵੀ ਉਹ ਬੰਦਾ ਚੰਗਾ ਨਹੀਂ। ਆਏ ਨੇ ਉਹ ਗੁਪਤ ਸੀ। ਉਹ ਜਿਵੇਂ ਉਹ ਸਾਧੂ ਜਿਨ੍ਹਾਂ ਕੋਲ ਜਾਂਦੇ ਸੀ ਗੁਪਤ ਸੀ ਰਹਿੰਦੇ, ਉਹ ਵੀ ਜਨਮ ਲੈਂਦੇ ਰਹੇ ਨੇ। ਐਲਾਨ ਕਰਕੇ ਜਨਮ ਉਹ ਨਹੀਂ ਹੋਏ। ਐਲਾਨ ਕਰਕੇ ਜੇ ਆਉਂਦੇ ਦੂਏ ਖਿਲਾਫ ਹੋ ਜਾਂਦੇ ਸਾਰੇ। ਉਹਦੇ ਜ਼ੋਰ ਪਾਲਦੇ ਜਾ ਕੇ ਵੀ ਤੂੰ ਇਹ ਨਾ ਕਰ ਕੰਮ। ਗੁਪਤੇ ਰਹੇ ਨੇ, ਜੇ ਰਹੇ ਵੀ ਨਾ ਅਟੈਕ ਤਾਂ ਗੁਪਤੇ ਰਹੇ। ਪ੍ਰਗਟ ਹੋ ਕੇ ਬੁੱਧੂ ਸ਼ਾਹ ਲੜਿਆ, ਪ੍ਰਗਟ ਹੋ ਕੇ ਬੁੱਢਣ ਸ਼ਾਹ ਬੈਠਾ, ਪ੍ਰਗਟ ਹੋ ਕੇ ਮੀਆਂ ਮੀਰ ਬੈਠਾ, ਪ੍ਰਗਟ ਹੋ ਕੇ ਉਹ ਬਲੀ ਗਦਾਰੀ ਬੈਠਾ ਕਨਾਰ ਦੇ ਵਿੱਚ। ਵਲੀ ਸੀ ਉਹ। ਪੱਥਰ ਪੁੱਤਰ ਸੱਟੇ ਦੀਆਂ ਬਕਵਾਸ ਕਰਦੇ ਨੇ। ਪੱਥਰ ਸੱਟੇ ਦੀਆਂ ਕਹਾਣੀਆਂ ਕਿਹਨੇ ਬਣਾਈਆਂ? ਉਹ ਬਣਾਈਆਂ ਨੇ ਪਰੇ ਲਾਹੌਰ ਵਾਲਿਆਂ ਨੇ। ਲਾਹੌਰ ਤੇ ਪਰੇ ਜਿਹੜੇ ਬੈਠੇ ਨੇ ਹਿੰਦੂ, ਇਹਨਾਂ ਨੇ ਬਣਾਈਆਂ ਨੇ ਕਹਾਣੀ। ਪੱਥਰ ਕਿੱਦਾਂ ਸੱਟਿਆ? ਉੱਥੇ ਪੱਥਰ ਡਿੱਗ ਨਹੀਂ ਸਕਦਾ। ਵਲੀ ਕਹਿੰਦੇ ਨੇ, ਵਲੀ ਦਾ ਸਰੀਰਕ ਵਲੀ ਨਹੀਂ ਹੈ। ਵਲੀ ਇਹ ਕਹਿੰਦੇ ਨੇ ਬੁੱਧਵਾਲ ਵਾਲਾ ਵਲੀ ਤਾਂ ਬੁੱਧਵਾਲ ਵਾਲੇ ਨੂੰ ਕਹਿੰਦੇ ਨੇ। ਉਹ ਬੁੱਧਵਾਲ ਵਾਲਾ ਸੀ, ਪਰ ਨਾਨਕ ਮੂਹਰੇ ਹੱਥ ਖੜੇ ਕਰ ਗਿਆ।
ਬਲੀ ਕਹਾਉਂਦਾ ਸੀ ਉਹ ਬੁੱਧਵਾਲ ਚ ਤਕੜਾ ਸਭ ਨੂੰ। ਪਰ ਜਦੋਂ ਚਰਚਾ ਹੋਈ ਹੱਥ ਖੜੇ ਕਰ ਗਿਆ, ਕਹਿੰਦਾ ਤੁਸੀਂ ਬਲੀ ਹੋ। ਪੰਜਾ ਲਵਾਇਆ ਉੱਥੇ ਨਾਨਕ ਦਾ, ਪੰਜਾ ਨਿਸ਼ਾਨੀ ਰੱਖੀ ਹੋਣ ਦੀ, ਨਿਸ਼ਾਨੀ ਹੈ ਸਿਰ ਪੰਜਾ ਮੰਨਿਆ, ਇਹਦਾ ਉਹਦਾ ਸਿੱਕਾ ਮੰਨਿਆ ਨਾਨਕ ਦਾ। ਪੰਜਾ ਪੱਥਰ ਤੇ ਲਾ ਕੇ ਉੱਥੇ ਉਹਨੇ ਉਹ ਖੋਦਿਆ, ਖੋਦ ਕੇ ਆਪਣਾ ਨਿਸ਼ਾਨੀ ਰੱਖੀ, ਇੱਜ਼ਤ ਇੱਕ ਯਾਦਗਾਰ ਰੱਖੀ ਉਹਨੇ ਆਪਣੀ। ਤੇ ਨਹੀਂ ਤਾਂ ਉਹ ਕਿਉਂ ਨਾਨਕ ਦਾ ਪੰਜਾ ਲਵਾ ਕੇ ਨਾਨਕ ਨੂੰ ਦੇ ਦਿੱਤਾ ਆਪਣਾ ਸਾਰਾ, ਉਹ ਮਾਨਤਾ ਨਾਨਕ ਦੀ ਕਰਾਤੀ, ਆਪਣੀ ਛੱਡਤੀ, ਆਪਣੀ ਤਾਂ ਛੱਡਤੀ ਨਾ। ਕਨਾਰੀ ਮੁਸਲਮਾਨ ਨਹੀਂ ਉਹਦੀ ਕਰਦੇ ਉੱਥੇ ਕੋਈ ਪੂਜਾ, ਇਹ ਮੁਸਲਮਾਨ ਨੂੰ ਚੰਗਾ ਨਹੀਂ ਸਮਝਦੇ, ਨਾ ਬਲੀ ਕਨਾਰੀ ਨੂੰ ਚੰਗਾ ਸਮਝਦੇ ਨੇ ਮੁਸਲਮਾਨ, ਨਾ ਬੁੱਧੂ ਸ਼ਾਹ ਨੂੰ ਚੰਗਾ ਸਮਝਦੇ ਨੇ ਮੁਸਲਮਾਨ, ਨਾ ਮੀਆਂ ਮੀਰ ਨੂੰ ਚੰਗਾ ਸਮਝਦੇ ਨੇ ਮੁਸਲਮਾਨ। ਸੁਣ ਲਓ, ਕਹਿੰਦੇ ਨੇ ਇਹਦੇ ਨਾਲ ਬੜੇ ਬੜੇ ਬਲੀ ਪਏ ਨੇ ਸਾਡੇ, ਇਹ ਕਹਿੰਦੇ ਨੇ। ਚਲੋ ਉਹ ਤਾਂ ਕਹਿਣਗੇ, ਉੱਧਰ ਛੱਡ ਕੇ ਇੱਧਰ ਆ ਗਈ, ਉਹ ਤਾਂ ਕਹਿਣਗੇ, ਕਹਿਣਾ ਚਾਹੀਦਾ ਵੀ ਉਹਨਾਂ ਨੂੰ, ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ। ਇੱਕ ਧੜੇ ਨੂੰ ਛੱਡ ਕੇ ਜਿਹੜਾ ਬੜਾ ਲੀਡਰ ਚਲਿਆ ਜਾਂਦਾ ਹੈ ਦੂਏ ਧੜੇ 'ਚ, ਉਹ ਤਾਂ ਬਦਨਾਮ ਕਰਦੇ, ਉਹ ਤਾਂ ਫਿਰ ਉਹਨੂੰ ਤਾਂ ਉਹ ਚੰਗਾ ਸਮਝਦੇ ਹੀ ਨਹੀਂ ਹੁੰਦੇ, ਉਹਨਾਂ ਦੀ ਟੀਮ ਤਾਂ ਚੰਗਾ ਸਮਝੂਗਾ ਨਹੀਂ ਕੋਈ ਨਹੀਂ। ਪਰ ਜਿੰਨੇ ਮਜ਼ਬੂਤ ਆਦਮੀ ਇਸਲਾਮ 'ਚੋਂ ਇੱਧਰ ਆਏ ਨੇ, ਇੱਧਰੋਂ ਨਹੀਂ ਕੋਈ ਮਜ਼ਬੂਤ ਆਦਮੀ ਆਇਆ, ਇੱਧਰ ਮਜ਼ਬੂਤ ਗੁਰੂ ਘਰ ਨੇ ਬਣਾਏ ਨੇ। ਆਪ ਭੱਟ ਨੇ ਗੁਰੂ ਘਰ ਨੇ ਮਜ਼ਬੂਤ ਬਣਾਏ ਨੇ, ਸਿੱਖਿਆ ਲੈ ਕੇ ਬਣੇ ਨੇ ਨਾ, ਉਹ ਇੱਥੋਂ ਹੀ ਬਣ ਕੇ ਬਣੇ ਨੇ ਮਜ਼ਬੂਤ। ਜਾ ਦਿਨ ਸਮਰ ਸਵੰਬਰ ਕਰਕੇ ਪਰਮ ਪੀਰ ਵਹਿ ਪਾਉ। ਜਾ ਦਿਨ ਸਮਰ ਸਵੰਬਰ ਕਰਕੇ, ਜਿੱਦਣ ਜੰਗ ਦੇ ਮੈਦਾਨ ਦੇ ਵਿੱਚ, ਸਮਰ ਸਵੰਬਰ ਦੇ ਵਿੱਚ ਆ ਜਿਹੜਾ ਹੈਗਾ ਪਰਮ ਪੀਰ ਵਹਿ ਪਾਉ। ਪਰਮ ਪੀਰ ਪੀਰ ਹੁੰਦਾ ਮਤਲਬ ਹੈ ਪਤੀ, ਪਰਮ ਪੀਰ ਪਤੀ ਪੀਰ ਵਹਿ ਪਾਉ, ਪੀਰ ਪਰਮ ਪੀਰ ਮੈਨੂੰ ਮਿਲ ਜੂਗਾ। ਕੋਈ ਐਸਾ ਬੰਦਾ ਮਿਲ ਜੂਗਾ ਜਿਹੜਾ ਇਸ ਮਤ ਨੂੰ ਹੋਰ ਗਾਹਾਂ ਵਧਾਵੇ, ਮਤ ਦੇ ਵਿੱਚ ਲੀਡਰ ਬਣ ਕੇ ਗਾਹਾਂ ਵਧੇ ਮਤ ਅੱਗੇ। ਤਾਂ ਦਿਨ ਦੇਹ ਸਫਲ ਕਰ ਮਾਨੋ ਅੰਗ ਸ਼ਿਗਾਰ ਧਰੋਂ। ਉਦਣ ਮੈਂ ਆਪਣੀ ਦੇਹ ਨੂੰ ਸਫਲ ਮੰਨ ਕੇ, ਮੈਂ ਉਦਣ ਹੈ ਜਿਹੜੇ ਸ਼ਿੰਗਾਰ ਨੇ, ਅੰਗ ਜਿਹੜੇ ਨੇ ਨਵੇਂ ਸਿਰੇ ਤੇ, ਜਿਹੜੇ ਚਿੰਨ੍ਹ ਨੇ, ਜਿਹੜੇ ਗੁਣ ਨੇ, ਅੰਗ ਸ਼ਿੰਗਾਰ ਧਰੋਂ ਗੁਣ ਨੇ, ਉਦਣ ਮੈਂ ਦੁਬਾਰਾ ਧਾਰਨ ਕਰਨੇ ਨੇ। ਇਹ ਜਿਹੜਾ ਬਾਹਰਲਾ ਭੇਖ ਹੈ, ਇਹ ਭੇਖ ਨਹੀਂ ਸ਼ਿੰਗਾਰ ਹੁੰਦਾ। ਬਾਹਰਲਾ ਭੇਖ ਸ਼ਿੰਗਾਰ ਨਹੀਂ ਹੁੰਦਾ। ਜਦੋਂ ਬਾਹਰਲੇ ਭੇਖ ਨੂੰ ਸ਼ਿੰਗਾਰ ਮੰਨ ਲਈਏ, ਉਹ ਮਤ ਦਾ ਨਾਸ ਹੋ ਜਾਂਦਾ। ਬਸ ਉਧਰ ਮਤ ਦਾ ਸ਼ਿੰਗਾਰ ਹੈ ਗੁਣ, ਸਗਲ ਗੁਣਾ ਗੜਹਾਰ, ਸਗਲ ਗੁਣਾ ਗੜਹਾਰ। ਉਦਣ ਦੁਬਾਰਾ ਗੁਣ ਆਉਣਗੇ, ਉਦਣ ਮੈਨੂੰ ਖੁਸ਼ੀ ਹੋ। ਜਿੱਦਣ ਗੁਣਾਂ ਵਾਲੇ ਬੰਦੇ ਜਿਹੜੇ ਹੋਣਗੇ ਨਾ, ਗੁਣ ਧਾਰਨ ਕਰਨ ਵਾਲੀ ਗੱਲ ਚੱਲੂਗੀ ਮਤ ਦੇ ਵਿੱਚ, ਉਦਣ ਸਮਝੂ ਮੇਰਾ ਸ਼ਿੰਗਾਰ ਹੋ ਗਿਆ, ਹੋਇਆ ਸ਼ਿੰਗਾਰ ਅਸਲੀ। ਕਿਸੇ ਵੀ ਮਤ ਦਾ ਸ਼ਿੰਗਾਰ ਉਹਦੇ ਗੁਣ ਨੇ। ਜੇ ਗੁਣ ਨਹੀਂ ਹਨ, ਇਸੇ ਕਰਕੇ ਕਿਹਾ ਬਿਨ ਗੁਣ ਕੀਤੇ ਭਗਤੀ ਨਾ ਹੋਵੇ। ਭਗਤੀ ਜਿਹੜੀ ਹੈ ਮਤ ਹੈ, ਭਗਤੀ ਨਹੀਂ ਰਹਿ ਸਕਦੀ ਜੇ ਗੁਣ ਨਹੀਂ ਹਨ। ਭਗਤੀ ਨਹੀਂ ਹੈ ਜੇ ਗੁਣ ਨਹੀਂ ਹੈ। ਗੁਣ ਖਤਮ, ਭਗਤੀ ਵੀ ਖਤਮ। ਗੁਣ ਖਤਮ, ਸਿੱਖੀ ਖਤਮ। ਇਹ ਸੁਰਪਰ ਨਾਰੀਆਂ ਵੱਲੋਂ ਬੋਲਿਆ ਜਾ ਰਿਹਾ ਹੈ ਸਾਰਾ। ਹਾਂ, ਸੁਰਪਰ ਨਾਰੀਆਂ ਵੱਲੋਂ ਬੋਲਿਆ ਜਾ ਰਿਹਾ। ਤਾਂ ਦਿਨ ਦੇਹ ਸਫਲ ਕਰ ਮਾਨੋ ਅੰਗ ਸ਼ਿੰਗਾਰ ਧਰੋਂ। ਅੰਗ ਸ਼ਿੰਗਾਰ ਧਰੋਂ। ਜਦੋਂ ਮੇਰੇ ਬੁੱਧਾ ਹੋ ਵਿਵੇਕ ਬੁੱਧੀ ਬੋਲਦੀ ਹੈ, ਉਸ ਲੈਵਲ ਦੀਆਂ ਬੁੱਧੀਆਂ ਹੀ ਬੋਲਦੀਆਂ ਨੇ। ਜਾ ਦਿਨ ਸਮਰ ਸਵੰਬਰ ਸਖੀਰੀ ਪਾਰਸਨਾਥ ਬਰੋਂ। ਅਸਲ ਦੇ ਵਿੱਚ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ ਨਾ, ਉਹ ਬੁੱਧੀਆਂ ਜਿਹੜੀਆਂ ਨੇ ਤੇ ਪ੍ਰਲੋਕ, ਉਹ ਉਹਨਾਂ ਵੱਲੋਂ ਗੱਲ ਹੈ। ਜਿਨ੍ਹਾਂ ਨੇ ਮੱਤਾਂ ਬਣਾਈਆਂ, ਜਿਨ੍ਹਾਂ ਨੇ ਮੱਤਾਂ ਚਲਾਈਆਂ ਨੇ, ਜਾ ਦਿਨ ਸਮਰ ਸਵੰਬਰ ਸਖੀਰੀ ਪਾਰਸਨਾਥ ਬਰੋਂ। ਹਾਂ, ਜਿੱਦਣ ਪਾਰਸਨਾਥ ਵੀ ਬਰਿਆ ਗਿਆ ਨਾ, ਪਾਰਸਨਾਥ ਮੰਨ ਗਿਆ, ਉਦਣ ਗੱਲ ਬਾਣੀ। ਇਹ ਵੀ ਬੈਠੇ ਨਾ ਦੂਰ ਪਾਸੇ। ਪਾਰਸਨਾਥ ਨੂੰ ਕੋਈ ਹਰਾਉਣ ਵਾਲਾ ਜਿੱਦਣ ਆਇਆ ਨਾ, ਉਹ ਕਹਿੰਦਾ ਨਾ ਮੈਨੂੰ ਹਰਾਓ, ਕੋਈ ਆ ਕੇ ਉੱਪਰ ਪੈ ਕਹਿ ਕੇ ਆਇਆ, ਹੰਕਾਰ 'ਚ ਬੋਲਿਆ,
ਜਾਂ ਦਿਨ ਸਮਰ ਸਵੰਬਰ ਸਖੀ ਦੀ ਪਾਰਸਨਾਥ ਵਰੋਂ। ਅਜੇ ਤਾਂ ਪਾਰਸਨਾਥ ਅੜ ਕੇ ਆ ਗਿਆ ਨਾ ਕਿਸੇ ਦੇ, ਉਧਰ ਮੈਨੂੰ ਸ਼ਾਂਤੀ ਆਉਂਦੀ ਹੈ। ਇਹ ਵਿਵੇਕ ਬੁੱਧੀ ਕਹਿ ਰਹੀ ਹੈ ਇੱਥੇ ਕਮੀਆਂ ਆ ਗਈਆਂ ਵਿਗੜ ਗਏ ਬਸ ਸੁਰਪੁਰ ਵਾਲੀਆਂ ਬੋਲ ਰਹੀਆਂ ਨਾ। ਹਾਂ ਕਾਫੀ ਵੀ ਇਹ ਵੀ ਆਵੇ ਕਾਬੂ ਹੁਣ ਕਹਿੰਦੇ ਇਹਦੇ ਜਿੱਦਾਂ ਨੱਥ ਪਈ ਨਾ। ਹਾਂ। ਕਾਫੀ ਚੌਂ ਦਿਸ ਮਾਰੂ ਸ਼ਬਦ ਵੱਜੇ। ਚਾਰੇ ਪਾਸੇ ਮਾਰੂ ਸ਼ਬਦ ਫਿਰ ਵੱਜ ਗਏ। ਮਾਰੂ ਸ਼ਬਦ ਹੁੰਦਾ ਜਾਂ ਜੰਗ ਦਾ ਸ਼ਬਦ ਹੁੰਦਾ ਉਹਨੂੰ ਮਾਰੂ ਸ਼ਬਦ ਕਹਿੰਦੇ ਨੇ। ਮਾਰੂ ਰਾਗ ਵੀ ਆਪਣੇ, ਜਦ ਮਾਰੂ ਰਾਗ ਸ਼ੁਰੂ ਹੋਇਆ ਉਹਦੇ ਭਾਰੂ ਪੈ ਗਿਆ ਸਾਰੇ ਵਕਾਰਾਂ ਤੇ। ਉਹ ਤੋਂ ਬਾਅਦ ਵਕਾਰ ਥੱਲੇ ਹੀ ਥੱਲੇ ਜਾ ਰਹੇ ਨੇ। ਮਾਰੂ ਰਾਗ ਦੇ ਬਾਅਦ ਵਕਾਰਾਂ ਦਾ ਸਰ ਨਹੀਂ, ਵਕਾਰ ਥੱਲੇ ਹੀ ਥੱਲੇ ਜਾਂਦੇ ਨੇ, ਥੱਲੇ ਹੀ ਥੱਲੇ। ਗਹਿ ਗਹਿ ਗਦਾ ਗੁਰਜ ਗਾਜੀ ਸਭ ਹਠ ਰਣ ਆਣ ਗੱਜੇ। ਹਾਂ, ਗੁਰਜ ਗਦਾ ਗਾਜੀ ਹਾਥੀ ਅਤੇ ਚੜ੍ਹ ਕੇ ਆ ਕੇ ਗਾ ਫੇੜਾ ਪਏ। ਗਾਜੀ ਹੁੰਦਾ ਇੱਕ ਹੰਕਾਰ ਦੀ ਬੋਲੀ 'ਚ ਬੋਲਣਾ, ਆਪਣੀ ਵਿਦਿਆ ਦੇ ਜ਼ੋਰ ਨਾਲ ਹੰਕਾਰ ਤੇ ਬੋਲਣਾ। ਤੇ ਉਹ ਹਥਿਆਰ ਨੇ ਗੁਰਜ ਗਦਾ ਇਹ ਉਸ ਤਰੀਕੇ ਨਾਲ ਮਤਲਬ ਚਲਾਉਣੇ। ਹਾਂ, ਬਾਣ ਕਮਾਨ ਕਿਰਪਾਨ ਸਹਿਥੀ ਬਾਣ ਪ੍ਰਯੋਗ ਚਲਾਏ। ਬਾਣ ਕਮਾਨ ਸਹਿਤੀ ਸਾਰੇ ਕਿਸਮ ਦੇ ਹਥਿਆਰ ਨੇ। ਅਲੱਗ-ਅਲੱਗ ਬਾਣ ਮਤਲਬ ਹੈ ਜਿਹੜਾ ਉਹਨਾਂ ਦਾ ਕੁਝ ਬੰਨ੍ਹਣਾ ਹੈ ਨਾ, ਉਹਨਾਂ ਦੇ ਭੇਖ ਨੂੰ ਬੰਨ੍ਹਣਾ ਹੈ, ਉਹਨਾਂ ਦੀ ਫਿਲਾਸਫੀ ਨੂੰ ਬੰਨ੍ਹਣਾ ਹੈ। ਇਹ ਬਾਣ ਦੀ ਗੱਲ ਹੈ, ਬਾਣੀ ਦਾ। ਤਲਵਾਰ ਹੈ, ਘਾੜਤ ਘੜਨ ਦੀ ਗੱਲ ਹੈ। ਘਾੜਤ ਘੜੀਏ ਬਹੁਤ ਰੂਪ, ਸੱਚ ਕੀ ਕਾਤੀ ਘਾੜਤ ਘੜਦੀ ਹੈ ਜਦ ਉਹਨੂੰ ਕੋਈ ਸਿੱਖਿਆ ਦੇਣੀ ਹੈ। ਬਾਣ ਤਾਂ ਸਿਰਫ ਉਹਦੇ ਛੇਦ ਕਰਨ ਵਾਲੀ ਉਹ ਗੱਲ ਹੈ। ਜਾਨਕ ਮਹਾ ਮੇਘ ਬੂੰਦਨ ਬੂੰਦਣ ਜਿਉ ਬਸਿਕ ਪਿਉ ਹੈ ਬਰਸਾਏ। ਜਾਨਕ ਮੇਘ ਜਿਵੇਂ ਮੇਘ ਬਰਸਦਾ ਇੱਕ ਦਿਨ ਬਹੁਤ ਜ਼ਿਆਦਾ ਸੰਘਣਾ ਵੀ ਪੈਂਦਾ, ਐਂ ਬਾਣ ਚੱਲੇ ਨੇ ਦੋਹਾਂ ਪਾਸਿਆਂ ਤੇ ਬਰਸਾਏ। ਝਟਪਟ ਚਰਮ ਬਰਮ ਸਭ ਬੇਦੇ ਸਟਪਟ ਪਾਰ ਪਰਾਨੇ। ਝਟਪਟ ਜਿਹੜਾ ਵੀ ਕੋਈ ਮੂਹਰੇ ਲਿਆਉਂਦਾ ਹੈ ਗੱਲ, ਸਟੈਂਡ ਲੈਂਦਾ ਹੈ, ਝਟਪਟ ਉਹਨੂੰ ਵੇਧ ਕੇ ਪਰੇ ਮਾਰਦਾ। ਕੋਈ ਸਟੈਂਡ ਲੈਂਦਾ ਜਿਹੜਾ ਉਹਨੂੰ ਜਿਹੜੀ ਕਬਜ਼ ਲਿਆਉਂਦਾ ਉਹ ਤੀਰ ਮਾਰ ਕੇ ਪਰੇ। ਚਰਮ ਬਰਮ, ਚਰਮ ਹੁੰਦਾ ਢਾਲ, ਬਰਮ ਹੁੰਦੀ ਹੈ ਕਬਜ਼। ਢਾਲ ਮੂਹਰੇ ਕਰਤੀ ਢਾਲ ਕੱਟਤੀ, ਜੇ ਮੂਹਰੇ ਛਾਤੀ ਕਰਤੀ ਤਾਂ ਛਾਤੀ ਦੇ ਵਿੱਚੋਂ ਹੁੰਦੀ ਹੈ ਸੰਜੋਗ, ਉਹ ਕੱਟ ਕੇ ਉਹ ਮੂਹਰੇ ਕਰ ਉਹ ਤੀਰ ਪਾਰ ਕਰਤਾ। ਖਟਪਟ ਸਰਮ ਭੂਮ ਕੇ ਬੇਦੇ ਨਾਗਨ ਲੋਕ ਸਿਧਾਨੇ। ਖਟਪਟ ਸਰਬ ਭੂਮੀ ਕੇ ਬੇਦੇ, ਸਰਬ ਭੂਮੀ ਕੇ ਬੇਦੇ ਸਾਰੇ ਜਿਹੜੇ ਰਾਜੇ ਨੇ ਭੂਮੀ ਦੇ ਬਿੰਨ ਕੇ ਨਾਗਨ ਲੋਕ ਸਿਧਾਨੇ। ਨਾਗਨ ਲੋਕ ਸਿਧਾਨੇ ਸਾਰੇ ਮੈਂ ਜਿਹਦੇ ਕੋਲ ਜਿੰਨਾ ਕੁ ਸੀਗਾ ਉਹ ਦੋ ਗੱਲਾਂ ਕੀਤੀਆਂ, ਦੋ ਕੁ ਜਵਾਬ ਲਏ, ਉਹ ਪਿੱਛੇ ਚਲਾ ਗਿਆ। ਉਹ ਆਪਣਾ ਪਿੱਛੇ ਚਲਾ ਗਿਆ ਜਿੰਨਾ ਕੁ ਹੁੰਦਾ ਸੀ। ਹਾਂ, ਝਮਕਤ ਖੜਕ ਕਾਢ ਨਾ ਵਿਧੀ ਸਹਿਤੀ ਸੁਬਟ ਚਲਾਵਤ। ਆਪਣੀ ਆਪਣੀ ਗੱਲ, ਆਪਣੀ ਆਪਣੀ ਅਕਲ ਦੇ ਇਸਤੇਮਾਲ ਕਰਦੇ ਨੇ, ਆਪਣੇ ਆਪਣੇ ਤਰੀਕੇ ਨਾਲ ਸਵਾਲ ਕਰਦੇ ਨੇ, ਆਪਣੇ ਆਪਣੇ ਤਰੀਕੇ ਨਾਲ ਉਹ ਸਟੈਂਡ ਲੈਂਦੇ ਨੇ ਆ ਕੇ ਆਪਣੀ ਆਪਣੀ ਅਕਲ ਦਾ। ਜਾਨਕ ਪ੍ਰਗਟ ਬਾਟ ਸੁਰਪੁਰ ਕੀ ਨੀਕੇ ਹਿਰਦੇ ਦਿਖਾਵਤ। ਅਸਲ ਦੇ ਵਿੱਚ ਬਹੁਤ ਤਰੀਕਿਆਂ ਨਾਲ ਇਹ ਵੀ ਜਵਾਬ ਤਰੀਕਿਆਂ ਨਾਲ ਦੇ ਰਿਹਾ। ਇਹ ਪੰਕਤੀ ਤੇ ਆ ਕੇ ਪਤਾ ਲੱਗਦਾ ਵੀ ਇਹ ਲੜਾਈ ਕਾਹਦੀ ਸੀ। ਜਾਨਕ ਬਾਤ ਜਾਨਕ ਪ੍ਰਗਟ ਬਾਟ ਸੁਰਪੁਰ ਕੀ, ਬਾਟ ਰਸਤਾ ਸੁਰਪੁਰੀ ਦਾ ਰਸਤਾ ਦਿਖਾ ਰਿਹਾ ਲੋਕਾਂ ਨੂੰ, ਹਿਰਦੇ ਚ ਅੰਦਰੋਂ ਹੀ ਜਾਣੀ। ਨੀਕੇ ਹਿਰਦੇ ਦਿਖਾਵਤ। ਹਾਂ, ਹਿਰਦੇ ਦੇ ਵਿੱਚੋਂ ਸੁਰਗ ਦਾ ਰਾਹ ਦਿਖਾਉਣ ਦੀ ਲੜਾਈ ਚੱਲਦੀ ਹੈ, ਬਾਹਰਲੀ ਲੜਾਈ ਨਹੀਂ ਚੱਲਦੀ ਹੈ। ਜਾਨਕ ਪ੍ਰਗਟ ਬਾਟ ਸੁਰਪੁਰ ਕੀ, ਬਾਟ ਸੁਰਪੁਰ ਕੀ ਬਾਟ ਹੁਣ ਵਿਚਾਰਧਾਰਾ ਦੂਜੀਆਂ ਗੱਲਾਂ ਨਾਲ ਥੋੜ੍ਹੀ ਦਿਖ ਜੂਗੀ, ਦੂਈ ਲੜਾਈ ਨਾਲ ਥੋੜ੍ਹੀ ਦਿਖੂਗੀ। ਸਮਝ ਦੀ ਲੜਾਈ ਚੱਲਦੀ ਹੈ, ਚਰਚਾ ਗਿਆਨ ਚਰਚਾ ਦੀ ਗੱਲ ਚੱਲਦੀ ਹੈ। ਉਹ ਕਹਿੰਦਾ ਸੁਰਪੁਰ ਦਾ ਆਹ ਰਸਤਾ ਹੈ, ਉਹ ਕਹਿੰਦਾ ਸੁਰਪੁਰ ਦਾ ਆਹ ਰਸਤਾ। ਜੋਗੀ ਕਹਿੰਦੇ ਸੀ ਨਾ, ਤੀਰਥ ਨਹਾਈਏ ਸੁਖ ਪੜ ਪਾਈਏ ਮੈਲ ਲਾਗੇ ਕਾਈ। ਉਹ ਆਪਣੀ ਗੱਲ ਦੱਸਦੇ ਨੇ, ਆਪਣੀ ਦੱਸਦੇ ਨੇ, ਆਪਣੀ ਦੱਸਦੇ ਨੇ, ਆਪਣੀ ਆਪਣੀ ਗੱਲ ਸਾਰੀ ਦੱਸਦੇ ਨੇ। ਸੁਰਪੁਰ ਦੇ ਰਸਤੇ ਸਾਰੇ ਦੱਸਦੇ ਨੇ, ਉਦੋਂ ਗਾਹਾਂ ਕੋਈ ਨਹੀਂ ਦੱਸ ਰਿਹਾ। ਸੁਰਪੁਰ ਤੋਂ ਗਾਹਾਂ ਦੀ ਗੱਲ ਨਹੀਂ ਚੱਲ ਰਹੀ। ਸੁਰਪੁਰ ਤੱਕ ਤਾਂ ਉਹਨੂੰ ਇਹ ਪਤਾ ਹੈ
ਪਾਰਸਨਾਥ ਪਾਰਸਨਾਥ ਨੂੰ ਸੁਰਪੁਰ ਦਾ ਪਤਾ, ਜੋ ਗਾਹਾਂ ਤਾਂ ਗੱਲੇ ਨਹੀਂ ਕਿਸੇ ਕੋਲ ਹੈ। ਵਿਸ਼ਨਪਦ ਸੋਰਠ ਸੁਰਪੁਰ ਦੇਵਪੁਰੀ ਨੂੰ ਕਹਿੰਦੇ ਨੇ। ਸੁਰਪੁਰ ਦੇਵਪੁਰੀ ਹੈ ਨਾ ਜਿਹੜੀ, ਉਹ ਸੁਰਪੁਰ ਬਾਹਰ ਮੰਨਦੇ ਨੇ, ਉਹ ਸੁਰਪੁਰ ਕੋਈ ਅੰਦਰ ਮੰਨਦਾ। ਹੁੰਦਾ ਤਾਂ ਅੰਦਰ ਹੀ ਹੈ ਸੁਰਪੁਰ, ਦੇਵ ਲੋਕ ਅੰਦਰ ਹੀ ਹੈ। ਜਿੱਥੇ ਅੰਤਰਦੇਵ ਕਹਿੰਦਾ ਨਾ, ਆਪਣੇ ਅੰਤਰਦੇਵ ਨੂੰ ਜਾਣੇ ਅੰਦਰ। ਹੁਣ ਦੇਵਪੁਰੀ ਕੀ ਹੁੰਦੀ ਹੈ? ਜਦ ਆਦਮੀ ਸੌ ਜਾਂਦਾ ਤਾਂ ਦੇਵਪੁਰੀ ਹੁੰਦਾ, ਜਾਂ ਬੇਹੋਸ਼ ਹੁੰਦਾ ਤਾਂ ਦੇਵਪੁਰੀ ਹੁੰਦਾ। ਚਲੋ ਮੋਟੀ ਗੱਲ ਹੈ। ਜੇ ਜਵਾਬ ਦੇਣਾ ਹੋਵੇ ਆਪਾਂ ਨੇ, ਡਾਕਟਰ ਵੀ ਕਹਿੰਦੇ ਨੇ ਜਿਉਂਦਾ, ਅਸੀਂ ਮੰਨਦੇ ਹਾਂ ਜਿਉਂਦਾ, ਬੇਹੋਸ਼ ਉਹ ਦੇਵਪੁਰੀ 'ਚ ਹੁੰਦਾ। ਰੌਲਾ ਮੁੱਕਿਆ, ਉਹੀ ਦੇਵਪੁਰੀ ਹੈ ਸਾਡੀ। ਦਿਮਾਗ ਤਾਂ ਹੁੰਦਾ ਨਹੀਂ, ਇਹ ਤਾਂ ਮੰਨਦੇ ਨੇ। ਫਿਰ ਉਹੀ ਦੇਵਪੁਰੀ, ਉਹੀ ਦਸ ਦੁਆਰ ਹੈ। ਉਹਨੇ ਡਾਕਟਰ ਫੈਸਲਾ ਕਰਨਗੇ ਕਿੱਥੇ ਹੁੰਦਾ। ਦੇਖੋ ਨਾ, ਗੱਲ ਸਰੀਰ ਦੀ ਚੱਲਦੀ ਹੈ ਨਾ ਆਪਣੀ। ਸਰੀਰ ਦੇ ਵਿੱਚ ਮਾਹਰ ਡਾਕਟਰ ਹੈ, ਸਰੀਰ ਦਾ ਤਾਂ ਡਾਕਟਰ ਹੈ ਦੱਸੂਗਾ। ਇੰਜੀਨੀਅਰ ਸਰੀਰ ਦਾ ਡਾਕਟਰ ਹੈ, ਉਹ ਦੱਸੂਗਾ ਵੀ ਆਤਮਾ ਕਿੱਥੇ ਬੈਠੀ ਹੈ। ਉਹਦੀ ਸੁਰਤ ਧਿਆਨ ਕਿੱਥੇ ਬੈਠਾ, ਕਿੱਥੋਂ ਉਹਨੇ ਕਿੱਥੇ ਆਉਣਾ ਹੈ। ਹੋਸ਼ ਕਾਹਦਾ ਆਉਂਦੀ ਹੈ? ਦਿਮਾਗ ਚਾਹੇ ਤਾਂ ਹੋਸ਼ ਆਊਗੀ। ਜਾਂ ਦਿਮਾਗ 'ਚ ਸੁਰਤ ਆਉਂਦੀ ਹੈ ਜਾਂ ਹੋਸ਼ ਆਉਂਦੀ ਹੈ ਉਹਨੂੰ। ਬੇਹੋਸ਼ੀ ਦੀ ਹਾਲਤ ਵਿੱਚ ਕਿੱਥੇ ਹੈ? ਬੇਹੋਸ਼ੀ ਦੀ ਹਾਲਤ ਹਾਰਟ ਚੱਲਦਾ, ਉਹ ਤੇ ਹੈਗਾ। ਹਾਰਟ ਚਲਾਉਣ ਵਾਲਾ ਵੀ ਉਹੀ ਹੈ। ਉਹਦਾ ਧਿਆਨ ਹੁਣ ਦਿਮਾਗ 'ਚ ਨਹੀਂ, ਧਿਆਨ ਉਹਦਾ ਹਾਰਟ 'ਚ ਹੈ ਉਸ ਵੇਲੇ। ਬਸ ਧਿਆਨ ਅੰਤਰ ਧਿਆਨ ਹੋਇਆ ਉਹ, ਐਂ ਕਹਿ ਲਓ। ਅੰਤਰ ਧਿਆਨ ਹੋਇਆ ਬੇਹੋਸ਼ ਹੈ। ਧਿਆਨ ਆਪਣੇ ਅੰਦਰ ਹੀ ਹੈ, ਅੰਦਰ ਧਿਆਨ ਹੈ। ਹਾਰਟ ਵੀ ਚਲਾਉਂਦਾ ਧਿਆਨ, ਅੰਤਰ ਧਿਆਨ। ਇਸ ਤਰੀਕੇ ਨਾਲ ਅੰਤਰ ਧਿਆਨ ਹੁੰਦਾ ਦੇਵਪੁਰੀ ਸਰੀਰ ਛੱਡੇ ਤੋਂ ਬਾਅਦ। ਜਿਹੜਾ ਬੇਹੋਸ਼ੀ ਦੀ ਹਾਲਤ ਹੈ, ਦੇਵਪੁਰੀ ਦੀ ਹਾਲਤ ਹੈ, ਉਹੀ ਹਾਲਤ ਸਰੀਰ ਛੱਡੇ ਤੋਂ ਬਾਅਦ। ਇਹ ਲੋਕਾਂ ਦਾ ਨਹੀਂ ਪਤਾ ਹੁੰਦਾ। ਜਦੋਂ ਉਹਨੂੰ ਹੋਸ਼ ਆਉਂਦੀ ਹੈ, ਉਹ ਕਹਿੰਦਾ ਮੈਂ ਕਿੱਥੇ ਹਾਂ, ਕੌਣ ਲਿਆ, ਕਿਵੇਂ ਆਇਆ ਮੈਂ ਉਰੇ, ਐਂ ਪੁੱਛਦਾ। ਇੱਥੇ ਤਾਂ ਨਹੀਂ ਪਤਾ ਹੁੰਦਾ ਨਾ। ਦੇਵਪੁਰੀ ਦਾ ਪਤਾ ਹੁੰਦਾ ਉਹਨੂੰ। ਇੱਥੇ ਆ ਕੇ ਦੇਵਪੁਰੀ ਦਾ, ਉੱਥੇ ਪਤਾ ਹੋਊ ਨਾ ਹੋਵੇ ਉਹਨੂੰ, ਪਰ ਇੱਥੇ ਜਾਂਦਾ ਹੁੰਦਾ ਫਿਰ ਨਹੀਂ ਪਤਾ ਹੁੰਦਾ। ਕਮ ਸੇ ਕਮ ਮਨ ਨੂੰ ਨਹੀਂ ਪਤਾ ਹੁੰਦਾ, ਦਿਮਾਗ 'ਚ ਮੈਸੇਜ ਨਹੀਂ ਹੁੰਦਾ। ਮਨ ਸੁੱਤਾ ਹੁੰਦਾ, ਉੱਥੇ ਸੁੱਤੇ ਹਾਲਤ ਵਿੱਚ ਹੈ। ਜੇ ਜਾਗਰਤ ਹਾਲਤ ਵਿੱਚ ਹੋਵੇ ਨਾ ਦੇਵਪੁਰੀ 'ਚ, ਉਹਨੂੰ ਸਾਰੇ ਪਤਾ ਹੁੰਦਾ। ਜਿਵੇਂ ਬਲਵਿੰਦਰ ਕਹਿੰਦਾ ਸੀ, ਉਹ ਜਾਗਰਤ ਅਵਸਥਾ ਸੀ ਦੇਵਪੁਰੀ, ਤਾਂ ਪਤਾ ਸੀ ਉਹਨੂੰ ਸਾਰਾ। ਜਾਗਰਤ ਅਵਸਥਾ ਦੇਵਪੁਰੀ ਦੀ ਹੈ, ਉਹੀ ਅਵਸਥਾ। ਸਰੀਰ ਛੱਡਣ ਦੀ ਅਵਸਥਾ ਉਹ ਛੱਡਿਆ ਹੋਇਆ ਸੀ। ਹੁਣ ਬਾਤ ਹੈ ਵੀ ਮੈਨੂੰ ਤੁਹਾਡੀਆਂ ਗੱਲਾਂ ਸੁਣਦੀਆਂ ਸੀ। ਹਾਂ, ਬਸ ਇਹੀ ਹੁੰਦਾ। ਉਹਨੂੰ ਪਤਾ ਹੋਊਗਾ ਜਾਗਰਤ ਅਵਸਥਾ ਦੇ ਪੂਰੀ ਗੱਲ ਨੂੰ। ਇੱਥੇ ਦਾ ਵੀ ਪਤਾ ਹੋਊ, ਉੱਥੇ ਦਾ ਵੀ ਪਤਾ। ਉਹ ਉੱਠ ਕੇ ਦੱਸ ਦੂ। ਸੁਪਨੇ 'ਚ ਆਪਾਂ ਜਾਗਰਤ ਅਵਸਥਾ 'ਚ ਹੁੰਦੇ, ਸੁਪਨੇ ਦੀ ਗੱਲ ਸਾਰੀ ਯਾਦ ਹੁੰਦੀ ਹੈ, ਕਿ ਉਹ ਥੋੜ੍ਹਾ ਦਿਮਾਗ ਵੀ ਕੰਮ ਨਾਲ ਕਰਦਾ ਹੁੰਦਾ। ਸੁਪਨੇ ਵਾਲਾ ਦਿਮਾਗ ਕੰਮ ਕਰਦਾ ਹੁੰਦਾ, ਦਿਮਾਗ 'ਚ ਰਿਕਾਰਡ ਹੁੰਦਾ। ਇਹ ਦਿਮਾਗ ਦੇ ਵਿੱਚ ਬਿਲਕੁਲ ਨਹੀਂ ਹੁੰਦਾ। ਵਿਸ਼ਨਪਦ ਸੋਰਠ ਬਾਨਨ ਵਿਦ ਅਮਿਤ ਸੰਨਿਆਸੀ। ਅਮਿਤ ਸੰਨਿਆਸੀ ਵਿਦੇ ਗਏ, ਜ਼ਿਆਦਾ ਸੰਨਿਆਸੀ ਮੰਨ ਗਏ। ਤਰਕ ਐਸੇ ਦਿੱਤੇ, ਸੰਨਿਆਸੀ ਬੇਅੰਤ ਸੰਨਿਆਸੀ ਮੰਨ ਗਏ ਵੀ ਗੱਲ ਇਹੀ ਠੀਕ ਹੈ। ਬਈ ਮਹਿਜ਼ ਜਟਾਂ ਨਾਲ ਉਹਨਾਂ ਨੇ ਇੰਨੀ ਕੁ ਗੱਲ ਚੱਲਦੀ, ਮਹਿਜ਼ ਭੇਖ ਨਾਲ ਯੋਗ ਨਹੀਂ, ਬਸ ਇੰਨੀ ਉਹ ਗੱਲ ਚੱਲਦੀ ਉਹਨਾਂ ਨੂੰ। ਜਟਾਂ ਦੇ ਨਾਲ ਰੱਖਣ ਨਾਲ ਕੋਈ ਨਹੀਂ ਹੈ। ਹਾਂ, ਜੇ ਤੁਸੀਂ ਜਟਾਂ ਸਿਰਫ ਇਸ ਕਰਕੇ ਰੱਖੀਆਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਫਿਰ ਅਪਰਾਧ ਹੈ। ਮੰਗ ਖਾਣ ਨੂੰ ਰੱਖੀਆਂ ਨੇ। ਅੱਜ ਮੈਂ ਸੰਤਾਂ ਨੇ ਬਾਣਾ ਵੀ ਇਹੀ ਗੱਲ। ਜੇ ਮੈਂ ਇਸ ਕਰਕੇ ਬਾਣਾ ਪਾਇਆ ਸੰਤ ਕਹਾਇਆ, ਆਹੋ ਵੀ ਦਾਦਰ ਮੰਗ ਕੇ ਖਾਣ ਵਾਸਤੇ ਜੇ ਬਾਣਾ ਪਾਇਆ ਹੈ, ਫਿਰ ਇਹ ਅਪਰਾਧ ਹੈ। ਫਿਰ ਧਰਮ ਨਹੀਂ ਅਪਰਾਧ ਹੈ, ਧਰਮ ਦੇ ਨਾਂ ਤੇ ਅਪਰਾਧ ਹੈ। ਧਰਮ ਦੇ ਨਾਂ ਤੇ ਅਪਰਾਧ ਹੈ।
ਗੁਰਬਾਣੀ ਤਾਂ ਹੋਰ ਵੀ ਕਹਿੰਦੀ ਹੈ, ਗੁਰੂ ਸਦਾਏ ਮੰਗਲ ਜਾਏ ਤਿਨਕੇ ਮੋਲ ਨਾਲ ਲਾਗਿਓ ਪਾਏ। ਉਹਨਾਂ ਨੂੰ ਸੰਤੇ ਨਹੀਂ ਮੰਨਣਾ ਚਾਹੀਦਾ, ਉਹਨਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ, ਉਹਨਾਂ ਦੇ ਗੱਲ ਦਾ ਅਸਰ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਇਹ ਪੰਕਤੀ ਨਹੀਂ ਪੜ੍ਹਦੇ, ਸੰਤ ਕੀ ਨਿੰਦਾ ਵਾਲੀ ਭਗਤੀ ਪੂਰੇ ਕਰਦੇ ਨੇ, ਆਹ ਨਹੀਂ ਕਰਦੇ ਜਿਹੜੀ ਦੂਈ ਹੈ ਗੁਰਬਾਣੀ ਦੀ ਪੰਕਤੀ, ਉਹ ਨਹੀਂ ਕਰਦੇ। ਉਹਨਾਂ ਨੂੰ ਪਤਾ ਸਾਡੇ ਖਿਲਾਫ ਹੈ। ਆਪਣੇ ਖਿਲਾਫ ਵਾਲੀ ਪੰਕਤੀ ਜ਼ਿਆਦਾ ਪੜ੍ਹਨੀ ਚਾਹੀਦੀ। ਹੱਕ ਵਾਲੀ ਤਾਂ ਭਰਮ ਪੈਦਾ ਕਰ ਦਿੰਦੀ ਹੈ, ਆਪ ਨੂੰ ਵੀ ਲੋਕਾਂ ਨੂੰ ਵੀ। ਹੱਕ ਵਾਲੀਆਂ ਪੰਕਤੀਆਂ ਭਰਮ ਪੈਦਾ ਕਰਦੀਆਂ ਨੇ, ਹੱਕ 'ਚ ਨਹੀਂ ਹਨ, ਉਹ ਕੁਛ ਹੋਰ ਹੈ ਗੱਲ ਹੋ ਗਈ। ਉਹ ਵੀ ਸਹੀ ਸੰਤ ਦੀ ਔਰ ਗਲਤ ਸੰਤ ਦੀ ਪਛਾਣ ਦੱਸੀ ਹੋਈ ਹੈ ਉੱਥੇ। ਗੁਰਬਾਣੀ ਦੇ ਖੋਟੇ ਖਰੇ ਦੀ ਪਛਾਣ ਕਰਦੀ ਹੈ ਗੁਰਮੁਖੀ, ਖੋਟੇ ਖਰੇ ਪਛਾਣ। ਖੋਟਾ ਖਰਾ ਸੰਤ ਦੀ ਪਛਾਣ ਕਰਾਈ ਹੈ ਸੰਤ ਦੋਏ ਕਿਸਮ ਦੇ ਦੱਸ ਕੇ। ਹੁਣ ਖੋਟਾ ਕੌਣ ਹੈ ਖਰਾ ਕੌਣ ਹੈ, ਜੇ ਤੁਹਾਨੂੰ ਹੀ ਨਹੀਂ ਪਤਾ ਲੱਗਿਆ ਤਾਂ ਪਤਾ ਫਿਰ ਕਿਹਨੂੰ ਲੱਗੂਗਾ। ਗੁਰਮੁਖੀ ਖੋਟੇ ਖਰੇ ਪਛਾਣ ਹੈ ਨਾ, ਤੇ ਖੋਟਾ ਦੱਸੋ ਕੌਣ ਹੈ, ਖਰਾ ਦੱਸੋ ਖੋਟਾ ਕੌਣ ਹੈ। ਖੋਟਾ ਦਾ ਘਰ ਕਿਉਂ ਦੱਸੂ ਵੀ ਖੋਟਾ ਹੈ ਹੁੰਦਾ, ਉਹ ਤਾਂ ਆਪੇ ਹੋ ਜਾਏ। ਉਹਦਾ ਫਿਰ ਉਹਦੇ ਵੱਲ ਉਂਗਲੀ ਜਾਊਗੀ, ਤੂੰ ਤਾਂ ਹੈ, ਫਿਰ ਉਹਦਾ ਕਿਉਂ ਦੱਸੂ ਵੀ ਖੋਟਾ ਕਿਹਾ ਜਾ, ਖਰਾ ਕਿਹਾ ਜਾ ਹੁੰਦਾ। ਖਰਾ ਦੱਸੂ ਵੀ ਖੋਟਾ ਹੈ ਜਾਂ ਹੁੰਦਾ, ਗੁਰਮੁਖ ਦੱਸੂਗਾ ਖੋਟਾ ਖਰਾ ਕੀ। ਉਹਨੇ ਕਿਉਂਕਿ ਉਹਨੇ ਕਿਸੇ ਕੀ ਲੈਣਾ, ਉਹਨੇ ਤਾਂ ਦੱਸ ਦੇਣਾ, ਪਬਲਿਕ ਨੂੰ ਦੱਸਣਾ। ਤੁਸੀਂ ਆਪਣੇ ਭਾਈ ਬਚੋ। ਠੱਗਾਂ ਦਾ ਅਲਰਟ ਸਰਕਾਰ ਕਰਦੀ ਹੈ, ਠੱਗਾਂ ਨੂੰ ਗ੍ਰਿਫਤਾਰ ਵੀ ਕਰਨਾ ਕੰਮ ਹੈ, ਅਲਰਟ ਕਰਨਾ ਵੀ ਕੰਮ ਹੈ। ਬਾਨਨ ਵਿਦੇ ਅਮਿਤ ਸੰਨਿਆਸੀ, ਅਮਿਤ ਸੰਨਿਆਸੀ ਬੇਅੰਤ ਸੰਨਿਆਸੀ ਜਿਹੜੇ ਸੀ ਤਰਕ, ਉਹਨਾਂ ਨੂੰ ਮਿਲੇ ਗਏ। ਤੇ ਤਜ ਦੇਹ ਨਹਿ ਸੰਪਤੀ ਕੋ ਭਏ ਸਵਰਗ ਕੇ ਬਾਸੀ, ਉਹ ਸਵਰਗ ਦੇ ਬਾਸੀ ਹੋ ਗਏ। ਤੇ ਤਜ ਦੇਹ ਨਹਿ ਸੰਪਤੀ ਕੋ, ਆ ਜਿਹੜੀ ਦੇਹ ਦਾ ਉਹਨਾਂ ਨੇ ਛੱਡ ਦਿੱਤਾ। ਉਹ ਕਹਿੰਦੇ ਵੀ ਦੇਹ ਨੂੰ ਛੱਡੋ ਪਰੇ, ਇਹਦੇ ਜਟਾ ਹੈ ਨਹੀਂ ਹੈ, ਕੋਈ ਮਤਲਬ ਨਹੀਂ ਇਹਦਾ ਹੈਗਾ। ਤੁਸੀਂ ਕਹਾਂ ਆਤਮਾ ਦੀ ਗੱਲ ਕਰੀਏ, ਆਤਮਾ ਨੂੰ ਸ਼ੁੱਧ ਕਰੀਏ। ਸਵਰਗ ਕੇ ਬਾਸੀ ਉਹ ਆਪਣੇ ਅੰਦਰ ਧਿਆਨ ਹੋ ਕੇ ਰਹਿਣ ਲੱਗੇ। ਦੇਹ ਨਹਿ ਸੰਪਤੀ ਕੋ, ਆ ਦੇਹ ਦੀ ਜਿਹੜੀ ਬਾਹਰਲੀ ਸੰਪਤੀ ਹੈ, ਦੇਹ ਦੇ ਵਾਸਤੇ ਜਿਹੜੀ ਸੰਪਤੀ ਚਾਹੀਦੀ ਹੈ ਸਾਨੂੰ, ਸਰੀਰ ਵਾਸਤੇ, ਸਰੀਰ ਜਿਹੜੀ ਬਾਹਰਲੀ ਸੰਪਤੀ ਉਹਨੂੰ ਛੱਡ ਕੇ ਪਏ ਸਵਰਗ ਕੇ ਬਾਸੀ, ਉਹ ਅੰਦਰ ਧਿਆਨ ਹੋ ਕੇ ਰਹਿਣ ਲੱਗੇ। ਸਵਰਗ ਨਿਜ ਘਰ, ਸਵਰਗ ਅੰਤਰ ਧਿਆਨ ਹੋ ਕੇ ਰਹਿਣਾ, ਨਿਜ ਘਰ ਰਹਿਣਾ, ਸੋਏ ਘਰ ਰਹਿਣਾ, ਅੰਤਰ ਧਿਆਨ ਹੋ ਰਹਿਣ ਲੱਗ। ਚਰਮ ਬਾਹਰ ਛੱਡਤਾ ਉਹਨਾਂ ਨੇ। ਚਰਮ ਬਰਮ ਰਥ ਤੁਝਾ ਪਤਾਕਾ ਬਹੁ ਵਿਧੀ ਕਾਟ ਗਰਾਏ, ਉਹਨਾਂ ਨੇ ਉਹ ਕਹਿੰਦੇ ਜਿਹੜੇ ਚਰਮ ਉਹਨਾਂ ਦੇ ਸੀ, ਢਾਲਾਂ ਬਰਮਾ ਸੰਜੋਆਂ ਪਾਈਆਂ, ਰਥ ਵੀ ਸੀ, ਰੱਖਦੇ ਸੀ, ਇਹ ਸਾਰੇ ਝੰਡਾ ਰੱਖਦੇ ਤੇ। ਉਹ ਕਹਿੰਦੇ ਛੱਡੋ, ਇਹ ਛੱਡ ਦਿਓ, ਉਹਨਾਂ ਨੇ ਤਿਆਗ ਹੀ ਦਿੱਤੇ, ਵੀ ਰੱਖਣੀ ਨਹੀਂ। ਇਹ ਤਾਂ ਹੰਕਾਰ ਦਾ ਪ੍ਰਤੀਕ ਨੇ, ਇਹ ਤਾਂ ਹੰਕਾਰ ਦਾ ਪ੍ਰਤੀਕ ਨੇ। ਰਥਾਂ ਦੇ ਚੜ੍ਹ ਜਾ ਸਾਧੂ ਹੋ ਕੇ, ਰਥਾਂ ਦਾ ਕੀ ਮਤਲਬ ਰਹਿ ਗਿਆ, ਝੰਡਿਆਂ ਦਾ ਕੀ ਮਤਲਬ ਰਹਿ ਗਿਆ। ਇਹ ਤਾਂ ਰਾਜਿਆਂ ਦਾ ਕੰਮ ਹੁੰਦਾ, ਸਾਡਾ ਨਹੀਂ ਕੰਮ ਹੈਗਾ। ਸਾਡਾ ਕੰਮ ਇਹ ਅਸੀਂ ਕਰਨਾ ਮਨਾਂ ਤੇ ਰਾਜ। ਅਸਲ 'ਚ ਸਾਧੂ ਦਾ ਰਾਜ ਮਨ ਤੇ ਹੁੰਦਾ, ਦਿਮਾਗ ਤੇ ਨਹੀਂ ਰਾਜ ਹੁੰਦਾ। ਦਿਮਾਗ ਦਾ ਇਹਨੂੰ ਆਪ ਨਹੀਂ ਰਹਿਣ ਦੇਣਾ, ਦਿਮਾਗ ਦਾ ਸ਼ੈਤਾਨ ਦਾ ਘਰ। ਜਿਹੜਾ ਦਿਮਾਗ ਨਾਲ ਜੁੜਿਆ ਉਹ ਤਾਂ ਸ਼ੈਤਾਨ ਤੇ ਸਾਧੂ ਦਾ ਰਾਜ ਨਹੀਂ ਹੋ ਸਕਦਾ ਕਦੇ ਵੀ। ਸ਼ੈਤਾਨ ਤੇ ਸਾਧੂ ਕਿਵੇਂ ਰਾਜ ਹੋ? ਸਾਧੂ ਦਾ ਸ਼ੈਤਾਨ ਤਾਂ ਸਾਧੂ ਦੇ ਖਿਲਾਫ ਹੈ। ਸ਼ੈਤਾਨ ਨੂੰ ਇਨਸਾਨ ਬਣਾਉਣਾ ਸਾਧੂ ਦਾ ਕੰਮ ਹੈ। ਸ਼ੈਤਾਨ ਤੋਂ ਇਨਸਾਨ ਬਣਾਉਣਾ ਸਾਧੂ ਦਾ ਕੰਮ ਹੈ। ਸ਼ੈਤਾਨ ਤਾਂ ਆਪਣਾ ਫਿਰ ਨਿਊਟਰਲ ਗੇਅਰ 'ਚ ਰਹੂਗਾ, ਵਿਚਾਰ 'ਚ ਰਹੂਗਾ, ਵੀ ਸ਼ੈਤਾਨੀ ਵੱਲ ਨਹੀਂ ਜਾਣਾ, ਸ਼ੈਤਾਨੀ ਵੱਲ ਨਹੀਂ ਜਾਣਾ, ਆਪਣੀ ਮਰਜ਼ੀ ਨਹੀਂ ਕਰਨੀ। ਜੇ ਆਪਣੀ ਮਰਜ਼ੀ ਬਿਨਾਂ ਲੋਕ ਕਰਦੇ ਨੇ, ਜਿਹੜੇ ਆਪਣੀ ਮਰਜ਼ੀ ਵੀ ਨਹੀਂ ਲੋਕ ਕਰਦੇ, ਸਰਕਾਰ ਸੰਸਾਰੀ ਕਾਨੂੰਨ 'ਚ ਵੀ ਚੱਲਦੇ ਨੇ, ਉਹ ਵੀ ਅਪਰਾਧ ਨਹੀਂ ਕਰਦੇ। ਸਾਡਾ ਕਾਨੂੰਨ ਇਹ ਨਹੀਂ ਸਾਨੂੰ ਅਪਰਾਧ ਕਰਨ ਦਿੰਦਾ, ਜਿਹੜਾ ਦੁਨਿਆਵੀ ਕਾਨੂੰਨ ਹੈ ਇਹ ਵੀ ਨਹੀਂ ਲੈ ਅਪਰਾਧ ਕਰਨ ਦਿੰਦਾ, ਇਹੀ ਰੋਕ ਦਿੰਦਾ ਪੂਰੇ ਪਾਸੇ ਜਾਣ ਦਿੰਦਾ। ਇਹ ਤਾਂ ਆਦਮੀਆਂ ਦਾ ਬਣਾਇਆ ਹੈ, ਆਦਮੀ ਵੀ ਚੰਗਿਆਂ ਦਾ ਬਣਾਇਆ ਹੈ, ਮਾੜਿਆਂ ਦਾ ਥੋੜ੍ਹੀ ਬਣਾਇਆ ਹੈ ਕਾਨੂੰਨ। ਉਹ ਮਿਸਯੂਜ਼ ਹੁੰਦਾ ਕਾਨੂੰਨ, ਉਹ ਅਲੱਗ ਗੱਲ ਹੈ। ਮਿਸਯੂਜ਼ ਕਰਦੀ ਹੈ ਸਰਕਾਰ, ਉਹ ਅਲੱਗ ਗੱਲ ਹੈ। ਸ਼ੈਤਾਨ ਮਿਸਯੂਜ਼ ਕਰਦਾ, ਸ਼ੈਤਾਨ ਦਾ ਧਰਮ ਦਾ ਵੀ ਮਿਸਯੂਜ਼ ਕਰਦਾ। ਕੀ ਕਰੋਗੇ ਉਹਨੂੰ?
ਧਰਮ ਦਾ ਮਿਸਯੂਜ਼ ਕਰਦੇ ਨਹੀਂ ਹੈ ਸੰਤ ਸਾਰੇ, ਮਿਸਯੂਜ਼ ਨਹੀਂ ਕਰਦੇ। ਉਹ ਤਾਂ ਮਿਸਯੂਜ਼ ਧਰਮ ਦਾ ਵੀ ਕਰੀ ਜਾਂਦਾ, ਉਹਨੂੰ ਕੋਈ ਕੀ ਕਰੂ ਜਿਹੜਾ ਧਰਮ ਦਾ ਜਾਂ ਕਾਨੂੰਨ ਦਾ ਮਿਸਯੂਜ਼ ਕਰਦਾ, ਉਹ ਆਪ ਸ਼ੈਤਾਨ ਹੈ ਅਸਲ 'ਚ। ਪਰ ਧਰਮ ਔਰ ਕਾਨੂੰਨ ਸ਼ੈਤਾਨ ਤੋਂ ਇਨਸਾਨ ਬਣਾਉਂਦੀ ਹੈ, ਦੋ ਇੱਕੋ ਕੰਮ ਕਰਦੇ। ਅਦਾਲਤਾਂ ਵੀ ਸੱਚ ਦੀ ਗੱਲ ਕਰਦੀਆਂ, ਸੱਚ ਦੀ ਖੋਜ ਕਰਦੀਆਂ, ਕੋਈ ਕਰੇ ਨਾ ਕਰੇ ਉਹ ਅਲੱਗ ਗੱਲ ਹੈ, ਡਿਊਟੀ ਇਹੀ ਹੈ ਉਹਨਾਂ ਦੀ, ਕੰਮ ਇਹੀ। ਸੋਬਤ ਭਏ ਇੰਦਰਪੁਰ ਜੰਪੁਰ ਸੁਰਪੁਰ ਨਿਰਖਲ ਜਾਏ। ਸੋਬਤ ਪਏ ਇੰਦਰਪੁਰ ਜੰਪੁਰ ਜੰਪੁਰ ਜਾਂ ਇੰਦਰਪੁਰੀ, ਜੰਪੁਰੀ ਵੀ ਕੋਈ ਇੰਦਰਪੁਰੀ, ਇਹ ਵੀ ਸੋਬਤ ਪਏ। ਇਹਨਾਂ 'ਚ ਵੀ ਮਤਲਬ ਹੈ ਇਹ ਸਾਰੇ ਕਿਹਦੇ ਬਣਾਏ ਹੋਏ ਨੇ? ਪਰਮੇਸ਼ਰ ਦੇ ਬਣਾਏ ਹੋਏ ਨੇ। ਕੋਈ ਵੀ ਪੁਰੀ ਮਾੜੀ ਨਹੀਂ ਹੈ ਜੇ ਆਪ ਮਾੜਾ ਨਾ ਹੋਵੇ। ਜਦੋਂ ਕਬੀਰ ਕਹਿੰਦਾ ਹੰਸ ਉੜ ਕੋਧਰੇ ਪਿਆ, ਲੋਕ ਵਡਾ ਨੂੰ ਜਾਏ। ਕੋਧਰਾ ਹੁੰਦਾ ਜਿੱਥੇ ਕਣਕ ਜੌਂ ਮਟਰ ਇਕੱਠੇ ਬੀਜੇ ਹੁੰਦੇ ਨੇ, ਤਿੰਨ ਚਾਰ ਅਨਾਜ, ਉਹਨੂੰ ਕੋਧਰਾ ਕਹਿੰਦੇ ਨੇ। ਕਹਿੰਦੇ ਹੰਸ ਜਾ ਕੇ ਕੋਧਰੇ ਦੇ ਖੇਤ 'ਚ ਬਹਿ ਗਿਆ, ਕੋਈ ਸੰਗਤ ਵਿੱਚ ਬਹਿ ਗਿਆ, ਕੋਈ ਸੰਗਤ ਵਿੱਚ ਬਹਿ ਗਿਆ ਜਾ ਕੇ। ਉਹ ਕੋਈ ਉੱਠਣ ਚਲਾ ਵੀ ਤੂੰ ਇੱਥੇ ਬੈਠਾ ਇਹਨਾਂ 'ਚ। ਕਹਿੰਦਾ ਗਹਿਲਾ ਲੋਕ ਨਾ ਜਾਣੀ ਹੰਸ ਨਾਲ ਕੋਧਰਾ ਖਾਏ। ਕਹਿੰਦਾ ਵੀ ਮੈਂ ਖਾਣਾ ਹੈ, ਹੰਸ ਕੋਧਰਾ ਖਾਂਦਾ ਹੁੰਦਾ। ਉਹ ਜੇ ਗੁਰੂ ਨਾਨਕ ਉੱਥੇ ਚਲਿਆ ਗਿਆ ਹਰਿਦੁਆਰ, ਉਹ ਹਰਿਦੁਆਰ ਨਹਾਉਣ ਥੋੜ੍ਹੀ ਗਿਆ ਸੀ, ਉਹਨਾਂ ਨੂੰ ਸਮਝਾਉਣ ਗਿਆ ਸੀ। ਉਹ ਕੋਧਰੇ ਦੇ ਖੇਤ 'ਚ ਗਿਆ ਸੀ, ਉੱਥੇ ਉਹ ਕੋਧਰਾ ਹੀ ਸੀ, ਉੱਥੇ ਤੀਰਥਾਂ ਦੇ ਕੋਧਰਾ ਹੀ ਸੀ। ਉਹ ਪਖੰਡਵਾਦੀ ਕੋ ਜਾ ਕੇ ਬੈਠਣਾ, ਪਖੰਡਵਾਦ ਨੂੰ ਦੇਖੋ ਨਾ। ਹੁਣ ਸਾਬਣ ਨੇੜੇ ਜਾਊਗਾ ਮੈਲ ਦੇ ਤਾਂ ਹੀ ਮੈਲ ਧੋ, ਜੇ ਸਾਬਣ ਗਏ ਮੈਂ ਤਾਂ ਦੂਰੀ ਬਣਾ ਕੇ ਰੱਖਣੀ ਹੈ, ਤੇ ਪਾਣੀ ਦੇ ਮੈਲੇ ਕੱਪੜੇ ਤੇ ਫਿਰ ਉਹਦੇ ਧੋ ਲਿਆ। ਫਿਰ ਸਾਬਣ ਤੇ ਕਰਾਉਣਾ ਕੀ ਹੈ? ਉਹਤੇ ਇਹੋ ਜਿਹੇ ਸਾਬਣ ਤੇ ਜਿਹੜਾ ਡਰਦਾ ਹੋਵੇ ਮੈਲੇ ਕੱਪੜੇ ਤੇ ਉਹ ਸਾਬਣ, ਉਹਦੇ ਮੈਲ ਧੋ ਦੇਣੀ ਆ ਉਹਨੇ। ਸੰਗਤ ਕਰਨੀ ਪਊਗੀ ਤੁਹਾਨੂੰ। ਸੰਤ ਨਾ ਛੋੜੇ ਸੰਤੀ ਕੋਟ ਮਿਲੇ ਸੰਤ। ਕਰੋੜਾਂ ਹੀ ਸੰਤਾਂ ਦੇ ਵਿੱਚ ਸੰਤ, ਉਹ ਆਪਣਾ ਨਹੀਂ ਛੱਡਦਾ ਹੈ। ਇੱਥੇ ਸੰਗਤ ਦਾ ਕੋਈ ਅਸਰ ਨਹੀਂ ਹੁੰਦਾ, ਫੇਲ ਹੋ ਗਿਆ ਇੱਥੇ ਆ ਕੇ। ਇੱਕ ਪਾਣੀ ਉੱਚਾ ਹੈ, ਉਹ 1 ਲੀਟਰ ਹੈ, ਨੀਵਾਂ ਪਾਣੀ 1000 ਲੀਟਰ ਹੈ। ਉੱਚੇ ਨੇ ਥੱਲੇ ਆਏ ਜਾਣ, ਉੱਚਾ ਜਾਊ ਥੱਲੇ, ਥੱਲੇ ਵਾਲਾ ਉੱਚਾ ਨਹੀਂ ਚੜ੍ਹਦਾ ਹੈ, ਜਿੰਨਾ ਮਰਜ਼ੀ ਹੋਵੇ। ਸਮੁੰਦਰ ਦਾ ਪਾਣੀ ਪਹਾੜ 'ਤੇ ਨਹੀਂ ਜਾਂਦਾ, ਪਹਾੜ ਦਾ ਪਾਣੀ ਸਮੁੰਦਰ 'ਤੇ ਆ ਜਾਂਦਾ। ਸਮੁੰਦਰ ਜੋ ਨੀਵੇਂ ਥਾਂ, ਪਹਾੜ 'ਤੇ ਤਾਂ ਥੋੜ੍ਹਾ ਹੀ ਪਾਣੀ ਹੁੰਦਾ ਹੈ ਸਮੁੰਦਰ ਦੇ ਹਿਸਾਬ ਨਾਲ, ਆਉਂਦਾ ਉਹ ਇੱਧਰ ਨੂੰ। ਉਹ ਉੱਚੇ ਥਾਂ 'ਤੇ ਚੱਲ ਕੇ ਗਿਆਨ ਨੀਵੇਂ ਥਾਂ ਨੂੰ ਆਉਂਦਾ ਹੁੰਦਾ। ਜਿਹਦੇ ਕੋਲ ਉੱਚਾ ਗਿਆਨ ਹੈ, ਨੀਵੇਂ ਥਾਂ ਨੂੰ ਚਲੇ ਹੀ ਜਾਣਾ। ਨੀਵੇਂ ਥਾਂ ਦਾ ਗਿਆਨ ਉੱਚੇ ਵਾਲੇ ਦਾ ਅਸਰ ਨਹੀਂ ਕਰਦਾ ਹੁੰਦਾ ਕਦੇ ਵੀ। ਸੰਤ ਦਾ ਕੋਈ ਅਸਰ ਨਹੀਂ ਪੈਂਦਾ ਹੁੰਦਾ। ਉਹ ਤਾਂ ਛੱਡ ਕੇ ਗਿਆ ਜੀ। ਸਾਬਣ ਥੋੜ੍ਹੀ ਮੈਲਾ ਹੋ ਜਾਊਗਾ, ਘਸ ਭਾਵੇਂ ਜਾਵੇ, ਸਾਬਣ ਖਤਮ ਚਾਹੇ ਹੋ ਜਾਵੇ, ਮੈਲਾ ਨਹੀਂ ਹੁੰਦਾ। ਮੈਲ ਕੱਪੜੇ ਦੀ ਲਊਗੀ, ਸਾਬਣ ਨਹੀਂ ਮੈਲਾ ਹੁੰਦਾ। ਹਾਂ। ਸੋਬਤ ਭਏ ਇੰਦਰਪੁਰ ਜੰਪੁਰ ਸੁਰਪੁਰ ਨਿਰਖਲ ਜਾਏ। ਸੋਬਤ ਪਏ ਸਾਰਿਆਂ ਦੇ ਵਿੱਚ ਸੋਭਣ ਲੱਗੇ। ਇੰਦਰਪੁਰ ਵਾਲੇ ਲੋਕ ਵੀ ਮਤਲਬ ਹੈ ਜਿਹੜੇ ਨੇ ਗਿਆਨ ਲੈ ਕੇ ਠੀਕ ਹੋ ਗਏ। ਜਿਵੇਂ ਜੇਲ੍ਹ 'ਚ ਰਹਿਣ ਵਾਲੇ ਜਿਹੜੇ ਲੋਕ ਨੇ, ਉਹ ਵੀ ਜਿਹੜੇ ਕੰਮ ਕਰਦੇ ਨੇ, ਜੇ ਉਹ ਸੁਧਰ ਜਾਣ, ਜਿਹੜੇ ਸੁਰਗ ਬਣ ਜਾਂਦੀ ਹੈ। ਸੁਰਪੁਰ ਜੰਪੁਰ ਸੁਰਪੁਰ ਨਿਰਖਲ ਜਾਏ। ਨਿਰਖ ਉਹ ਸ਼ਰਮਿੰਦੇ ਹੁੰਦੇ ਨੇ। ਹਾਂ, ਦੇਖ ਕੇ। ਭੂਖਣ ਬਸਤਰ ਰੰਗ ਰੰਗਣ ਕੇ ਛੁੱਟ ਛੁੱਟ ਭੂਮ ਗਿਰੇ। ਭੂਖਣ ਜਿਹੜੇ ਪਹਿਨੇ ਤੇ ਭੂਖਣ ਬਸਤਰ ਰੰਗ ਰੰਗਣ ਕੇ ਲਾ ਕੇ ਪਰੇ ਸਰਤੇ, ਛੁੱਟ ਛੁੱਟ ਭੂਮ ਗਿਰੇ। ਸਾਰੇ ਲਾ ਕੇ ਪਰੇ ਸਰਤੇ। ਸੋਨੇ ਕੇ ਕੋਂਡਾ ਜਿਹੜੇ ਬਸਤਰ ਸੀ ਗਹਿਣੇ ਪਾਏ ਉਹ ਮਾਰੇ ਪਗਾ ਕੇ ਪਰੇ। ਹੁਣ ਤਾਂ ਨਹੀਂ ਪਾਉਣੇ। ਲਾਲ ਬੱਤੀ ਗੱਡੀ ਤੋਂ ਲਾਹਤੀ। ਹਾਂ, ਲਾਲ ਬੱਤੀ ਲਾਹਤੀ ਗੱਡੀ।
ਪੈਦਲ ਹੋ ਰਿਹਾ, ਜੁੱਤੀ ਵੀ ਲਾਤੀ ਜਿਹੜੀ ਪਾਉਂਦਾ ਸੀ, ਖੜਾਵਾਂ ਹੀ ਪਾਉਂ। ਜਨਕ ਅਸ਼ੋਕ ਇਹ ਨਹੀਂ ਲਾਉਂਦੇ, ਚਾਹੇ ਤੁਸੀਂ ਜੋਰ ਲਾ ਲਿਓ, ਜੋ ਮਰਜ਼ੀ ਕਰੀ ਜਾਓ, ਇਹਨਾਂ 'ਚ ਨਹੀਂ ਹੋਏਗਾ। ਉਹ DNA ਨਹੀਂ ਇਹਨਾਂ ਦਾ ਹੈ ਜਿਹੜਾ ਤੁਸੀਂ ਸਮਝਦੇ ਹੋ, ਇਹ ਲਾ ਦੇਣਗੇ ਸਾਨੂੰ, ਇਹ ਹੋਰ DNA ਇਹਨਾਂ ਦਾ। ਜਨਕ ਅਸ਼ੋਕ ਬਾਗ ਦਿਵਪਤ ਕੇ ਪੋਹਬ ਬਸੰਤ ਝਰੇ। ਜਿਵੇਂ ਕਹਿੰਦੇ ਬਸੰਤ ਦੇ ਫੁੱਲ ਝੜ ਜਾਂਦੇ ਨੇ ਨਾ, ਦਿਵਪਤ ਕੇ ਪੋਹਬ ਬਸੰਤ ਝਰੇ। ਹਾਂ, ਸੂਰਜ ਦੀ ਗਰਮੀ ਨਾਲ ਬਸੰਤ ਦੇ ਫੁੱਲ ਝੜਦੇ ਨੇ, ਐ ਸਾਰੇ ਉਹ ਗਹਿਣੇ ਗੁਣੇ ਜਿਹੇ ਲਾ ਕੇ ਪਰੇ ਮਾਰੇ, ਗਰਮੀ ਨਾਲ ਫੁੱਲ ਝੜ ਜਾਂਦੇ ਨੇ ਨਾ। ਗਿਆਨ ਦੀ ਪ੍ਰਚੰਡ ਜਦ ਗਿਆਨ ਹੋਇਆ, ਪ੍ਰਚੰਡ ਗਿਆਨ ਜਦ ਹੋਇਆ, ਉਹਦੇ ਸੇਕ ਨਾਲ ਸਭ ਬਾਰ ਸਿਰ ਤੇ ਚੱਕ ਵੀ ਜੇ ਇਹੀ ਅੜਕਾ ਨੇ ਸਾਡੇ ਰਾਹ ਦਾ, ਪਰ ਇਸ ਨਾਲ ਕੀ ਫਰਕ, ਕਿਉਂ ਜੀਵਨ ਖਰਾਬ ਕਰਨਾ? ਇਹਨਾਂ ਜੋ ਕਿਹੜਾ ਸਾਨੂੰ ਕੁਝ ਮਿਲਦਾ ਪਾ ਕੇ, ਕੀ ਮਿਲਦਾ ਭਲਾ ਵੀ ਇਹ ਚੋਂ ਪਾ ਕੇ ਮਿਲਦਾ ਕੀ ਹੈ? ਗਰਮੀ ਹੰਕਾਰੇ ਮਿਲਦਾ, ਹੋਰ ਕੀ ਮਿਲਣਾ? ਇਹ ਚੋਂ ਲਾ ਦਿਓ, ਬਾਹਰੇ ਪਏ ਨੇ, ਨਹੀਂ ਜਦ ਸਾਹ ਮੁੱਕ ਜਾਣਗੇ, ਜਦ ਦੂਏ ਲਾ ਲੈਣਗੇ, ਫਿਰ ਤੂੰ ਨਾਲ ਲੈ ਜਾਏਗਾ, ਫਿਰ ਲਾ ਲੈਣਗੇ। ਜੇ ਪਹਿਲਾਂ ਹੀ ਲਾ ਦਈਏ, ਜਿਹੜੀ ਚੀਜ਼ ਨੁਕਸਾਨ ਕਰਦੀ ਉਹਨੂੰ ਪਹਿਲਾਂ ਹੀ ਲਾ ਦਿਓ, ਅੜਿੱਕਾ ਬਣਦੀ ਹੈ ਉਹਨੂੰ ਪਹਿਲਾਂ ਹੀ ਲਾ ਦਿਓ, ਪਰੇ ਕਰ ਦਿਓ। ਕਟ ਕਟ ਗਿਰੇ ਗੰਜਨ ਕੁੰਡ ਸਥਲ ਮੁਕਤਾ ਬਿਥਰ ਪਰੇ। ਘੱਟ ਘੱਟ ਕਟ ਕਟ ਗਿਰੇ ਗੰਜਨ ਕੁੰਡ ਸਥਲ। ਗੰਜਨ ਕੁੰਡ ਸਥਲ, ਗੰਜ ਜਿਹੜੀ ਹੁੰਦੀ ਹੈ ਅਸਲ ਦੇ ਵਿੱਚ ਕੁੰਡ ਜਿਹੜੀ ਹੈਗੀ ਹੈ ਹਿਰਦੇ ਨੂੰ ਕਹਿੰਦੇ ਨੇ। ਗੰਜਨ ਹੁੰਦੀ ਹੈ ਜਿਹੜੀ ਨਹੀਂ ਕੱਟੀ ਜਾਣ ਵਾਲੀ, ਗੰਜਨ ਕੱਟਣ ਵਾਲੀ ਹੈ, ਅਗੰਜ ਨਹੀਂ ਕੱਟਣ ਵਾਲੀ। ਗੰਜਨ ਕੁੰਡ ਕਟ ਕਟ ਗਿਰੇ ਗੰਜਨ ਕੁੰਡ, ਬਸ ਆਪ ਸਾਰੇ ਅੰਤਰ ਧਿਆਨ ਹੋ ਗਏ, ਅੰਦਰੇ ਸਮਾ ਕੇ ਜਾ ਕੇ ਮੁਕਤਾ ਬਿਥਰ ਪਰੇ। ਮੁਕਤ ਹੋ ਗਏ ਨਾ, ਬਿਥਰ ਪਰੇ ਮੁਕਤੀ ਨੂੰ ਪ੍ਰਾਪਤ ਹੋ ਗਏ ਜਿਨ੍ਹਾਂ ਨੇ ਮਤਲਬ ਹੈ ਮਾਇਆ ਦਾ ਤਿਆਗ ਕਰਤਾ। ਉਹ ਤ੍ਰਿਕੁਟੀ ਛੱਡ ਕੇ ਆਪਣੇ ਅੰਤਰ ਧਿਆਨ ਹੋ ਕੇ ਬਹਿ ਗਏ। ਬਾਹਰਲਾ ਖਿਆਲ ਛੱਡਤਾ ਉਹਨਾਂ ਨੇ, ਲੋਕਾਂ ਦੇ ਰਾਜ ਕਰਨ ਦਾ ਖਿਆਲ ਛੱਡਤਾ, ਲੋਕਾਂ ਦੀ ਮਾਨਤਾ ਦਿਲੋਂ ਤਿਆਗਤੀ, ਮਾਇਆ ਦਾ ਮੋਹ ਤਿਆਗਤਾ। ਮੈਂ ਕਿਹਾ ਕੀ ਐਵੇਂ ਖਾਮ ਕਾ ਘਰ ਛੱਡਿਆ, ਬਾਹਰ ਛੱਡਿਆ, ਜੇ ਤੁਸੀਂ ਪ੍ਰਾਪਤੀ ਉਹ ਨਹੀਂ ਕੁਛ ਹੈਗੀ, ਕੀ ਫਾਇਦਾ? ਇਹ ਸੰਸਾਰੀ ਜਿਹੜਾ ਹੈਗਾ ਇੱਜ਼ਤ ਹੈ ਤਾਂ ਥੋੜ੍ਹੇ 4 ਦਿਨਾਂ ਦੀ। ਉਹ ਕਹਿੰਦੇ ਵੀ ਦਾਤਾ ਤ੍ਰੈ ਦਾ ਨਾਂ ਹੁਣ ਤਾਈਂ ਚੱਲਦਾ, ਕਿਉਂ ਚੱਲਦਾ ਉਹਦਾ? ਤੁਹਾਡੇ ਪਹਿਲਾਂ ਵਾਲਿਆਂ ਦਾ ਕਿਉਂ ਨਹੀਂ ਚੱਲਦਾ ਨਾਂ? ਸਭ ਤੋਂ ਪਹਿਲਾਂ ਜਿਹੜੇ ਸੀਗੇ ਕਿਉਂ ਨਹੀਂ ਚੱਲਦਾ ਨਾਂ ਕਿਸੇ ਦਾ? ਉਹਨਾਂ ਦਾ ਕਿਉਂ ਚੱਲਦਾ? ਤੁਸੀਂ ਦੇਖ ਲਓ, ਰਣਜੀਤ ਸਿੰਘ ਨੂੰ ਕੋਈ ਕਿਉਂ ਨਹੀਂ ਪੁੱਛਦਾ? ਐਡਾ ਬੜਾ ਰਾਜ ਕਰਕੇ, ਦਸਮ ਪਾਤਸ਼ਾਹ ਦਾ ਐਡਾ ਬੜਾ ਰਾਜ ਹੈ ਹੀ ਨਹੀਂ। ਕੀ ਅਨੰਦਪੁਰ ਸਾਹਿਬ ਹੈ, ਕਿੰਨੀ ਕੁ ਉੱਥੇ ਮਾਰੀਅਤ ਸੀ, ਕਿੰਨੇ ਘੋੜੇ ਹਾਥੀ ਸੀ, ਕਿੰਨਾ ਏਰੀਆ ਸੀ, ਉਹਨਾਂ ਨੂੰ ਕਿਉਂ ਪੁੱਛਦੇ ਨੇ ਹੁਣ ਤਾਈਂ? ਉਹ ਭਾਈ ਮਨੀ ਸਿੰਘ ਆ, ਜਿਹੜੇ ਹੋਰ ਉਦੇ ਸਿੰਘ ਜਿਹੜੇ ਸਿੰਘ ਹੋਏ ਨੇ, ਇਹਨਾਂ ਨੂੰ ਕਿਉਂ ਪੁੱਛਦੇ ਨੇ? 5 ਪਿਆਰਿਆਂ ਨੂੰ ਕਿਉਂ ਪੁੱਛਦੇ ਨੇ? ਚਲੋ ਛੱਡੋ, ਉਹਨਾਂ ਦੀ ਗੱਲ ਚੱਲਦੀ ਹੈ, ਇਹਨੂੰ ਕਿਉਂ ਨਹੀਂ ਪੁੱਛਦਾ ਕੋਈ? ਪੁੱਛਣਾ ਵੀ ਨਹੀਂ ਹੈ। ਇਹ ਜੇ ਪੁੱਛੂਗਾ ਵੀ ਕੋਈ ਤਾਂ ਇਹ ਸਿੱਖੀ ਦੇ ਦੁਸ਼ਮਣ ਕਰਕੇ ਜਾਣੇ ਜਾਣਗੇ। ਸਿੱਖੀ ਨੂੰ ਘਾਤ ਮਤਲਬ ਹੈ ਆਪਣੇ ਘਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਖੀ ਦੇ ਘਰ ਨੂੰ ਗਿਣੇ ਜਾਣਗੇ। ਜਿੰਨਾ ਉਹਨਾਂ ਨੇ ਇਹਨਾਂ ਨੂੰ ਜਿੰਨੇ ਵੀ ਪਿੱਛੋਂ ਆਏ ਨੇ ਸਾਰੇ ਨੇ ਲੀਡਰ ਨੇ, ਕਿਸੇ ਨੂੰ ਨਹੀਂ ਪੁੱਛਣਾ ਇਹਨਾਂ ਨੂੰ। ਗੁਰਦੁਆਰੇ ਆਜ਼ਾਦ ਕਰਾਏ ਨੇ ਜੀ, ਗੁਰਦੁਆਰੇ ਗੁਲਾਮ ਸੀ ਨਾਲੇ। ਤੁਸੀਂ ਗੋਲਕ ਤੇ ਕਬਜ਼ਾ ਕੀਤਾ ਸੀ ਇਹਨਾਂ ਨੇ, ਗੋਲਕ ਤੇ ਕਬਜ਼ਾ ਕਰਦੀ ਸਾਰੇ ਵਿਚਾਰਧਾਰਾ ਉਹੀ ਹੈ। ਵਿਚਾਰਧਾਰਾ ਹੁਣ ਆਪ ਨਹੀਂ ਬਦਲ ਦਿੰਦੇ, ਵਿਚਾਰਧਾਰਾ ਨਹੀਂ ਬਦਲ ਦਿੰਦੇ, ਪਹਿਲਾਂ ਬਦਲੀ ਨਹੀਂ ਹੈ, ਸਾਧਾਂ ਨੇ ਹੁਣ ਬਦਲ ਨਹੀਂ ਦਿੰਦੇ। ਕੌਣ ਨੇ ਇਹ? ਕੌਣ ਪੁੱਛੂਗਾ ਇਹਨਾਂ ਨੂੰ? ਕਿਸੇ ਨੇ ਨਹੀਂ ਪੁੱਛਣੇ। ਉਹ ਹੁਣ ਵੀ ਬਦਨਾਮੀ ਹੈ, ਹੁਣ ਕਿਹੜਾ ਬਹੁਤ ਹੈ, ਹੁਣ ਕਹਿੰਦੇ ਬਦਨਾਮੀ ਨਹੀਂ ਹੈ। ਬਦਨਾਮੀ ਹੁਣ ਵੀ ਹੋਈ ਜਾਂਦੀ ਹੈ, ਬੁਰਿਆਂ ਦੀ ਬਦਨਾਮੀ ਮੂੰਹ ਤੇ ਵੀ ਹੋਈ ਜਾਂਦੀ ਹੁੰਦੀ ਹੈ, ਉਹਦੇ ਜਿਉਂਦੇ ਵੀ ਹੋਈ ਜਾਂਦੀ ਹੈ, ਬਾਅਦ ਤਾਂ ਹੋਣੀ ਹੋਣੀ। ਔਰ ਇਹਨੇ ਚਲੇ ਗਏ ਨੇ, ਪ੍ਰਾਈਮ ਮਿਨਿਸਟਰ ਹੋ ਗਏ, ਉਹ ਰਾਸ਼ਟਰਪਤੀ ਹੋ ਗਏ, ਕੋਈ ਨਹੀਂ ਪੁੱਛਦਾ ਹੁੰਦਾ ਬਾਅਦ 'ਚ। ਐਵੇਂ ਨਸ਼ਾ ਹੀ ਹੁੰਦਾ ਉਦੋਂ। ਜਿਹੜਾ ਕੋਈ ਅਛਾਈ ਹੈ
ਅਛਾਈ ਦੀ ਖੁਸ਼ਬੂ ਰਹਿਣੀ ਅਖੀਰ ਤੱਕ। ਖੁਸ਼ਬੂ ਤਾਂ ਅਛਾਈ ਦੀ ਰਹਿ ਜਾਣੀ ਹੈ। ਉਸ ਵੇਲੇ ਉਹਨੂੰ ਕੋਈ ਪੁੱਛੇ ਨਾ ਪੁੱਛੇ, ਉਹਨੂੰ ਰੌਲਾ ਵੀ ਨਹੀਂ ਹੁੰਦਾ ਇਸ ਗੱਲ ਦਾ। ਆ ਭਗਤਾਂ ਕੋਲ ਕੀ ਹੈ? ਭਗਤਾਂ ਰਵਿਦਾਸ ਵਰਗੇ ਨੂੰ ਹੁਣ ਤੁਸੀਂ ਦੇ ਲਓ, ਉਹੀ ਜਿਹੀ ਖੁਸ਼ਬੂ ਹੈ। ਕੋਈ ਫਰਕ ਪੈ ਗਿਆ? ਕੀ ਫਰਕ ਪੈ ਗਿਆ? ਸੈਣ ਆਈ ਹੈ, ਕੀ ਫਰਕ ਪੈ ਗਿਆ ਉਹਨੂੰ? ਉਹ ਰਾਜੇ ਨੂੰ ਕੋਈ ਨਹੀਂ ਪੁੱਛਦਾ, ਜਿਹਦੇ ਉਹ ਨੌਕਰ ਸੀ ਉਹਨੂੰ ਪੁੱਛਦਾ। ਚਾਣਕ ਅੰਮ੍ਰਿਤ ਕੁੰਡ ਮੁਖ ਛੂਟੇ, ਜਲ ਕਨ ਸੁਭਗ ਚਰੇ। ਜਾਣੇ ਅੰਮ੍ਰਿਤ ਜਿਹੜੀ ਕੁੰਡ ਹੈ ਉਹ ਮੁਖ ਤੋਂ ਛੁੱਟੀ ਹੈ ਕਿਸੇ ਦੇ, ਉਹਨਾਂ ਦਾ ਜਲ ਉਹ ਸਾਰਿਆਂ ਦੇ ਹਿਰਦਿਆਂ 'ਚ ਇਕੱਠਾ ਹੋ ਗਿਆ। ਸਾਰਿਆਂ ਨੇ ਦੇਖੋ ਨਾ, ਕਿਤੋਂ ਅੰਮ੍ਰਿਤ ਝੜਦਾ ਹੋਵੇ ਕੋਈ ਇਕੱਠਾ ਕਰ ਲੈ, ਆਪਣੇ ਅੰਦਰ ਲੈ ਲੈ। ਮੁਖ ਤੇ ਜਾਂ ਛੁੱਟਦਾ ਹੈ ਅੰਮ੍ਰਿਤ। ਜਾਣਕ ਅੰਮ੍ਰਿਤ ਕੁੰਡ ਮੁਖ ਛੂਟੇ, ਹਾਂ ਮੁਖ ਛੁੱਟਦੀ ਹੈ। ਜਲ ਕਣ ਸੁਭਗ ਚਰੇ, ਜਲ ਝੜਦਾ ਸਾਰਿਆਂ ਤੇ, ਅੱਛਾ ਜਲ ਝੜਦਾ ਸਾਰਿਆਂ ਤੇ। ਦੇਵ ਗੰਧਾਰੀ ਤਰਹਾ ਦੂਜੀ, ਦੋ ਦਿਸ ਪਰੇ ਵੀਰ ਹੰਕਾਰ। ਦੋਵਾਂ ਪਾਸਿਆਂ ਦੇ ਹੰਕਾਰ ਕੇ ਵੀਰ ਫਿਰ ਇੱਕ ਦੂਏ ਤੇ ਝਪਟੇ। ਕਾੜ ਕਾੜ ਕਿਰਪਾਨ ਧਾਵਤ, ਮਾਰ ਮਾਰ ਉਚਾਰ। ਅਜੋ ਪੂਰੇ ਸਾਰੇ ਨਹੀਂ ਮੰਨੇ, ਵਿੱਚ ਜਿਹੜੇ ਰਹਿ ਜਾਂਦੇ ਨੇ ਫਿਰ ਆ ਜਾਂਦੇ ਨੇ ਚਰਚਾ ਕਰਨ। ਕੁਛ ਯਾਦ ਆ ਜਾਂਦਾ, ਸਾਡੀ ਗੱਲ 'ਚ ਸ਼ਾਇਦ ਜਾਨ ਹੈਗੀ, ਉਦੋਂ ਤਾਂ ਯਾਦ ਨਹੀਂ ਰਹਿੰਦੀਆਂ। ਕਈ ਵਰਸ਼ਨ ਯਾਦ ਨਹੀਂ ਰਹਿੰਦੇ, ਫਿਰ ਪਰੇ ਜਾ ਕੇ ਹੋਰ ਯਾਦ ਆ ਕੇ ਫਿਰ ਆ ਗਿਆ ਵੀ ਸ਼ਾਇਦ ਇੱਥੋਂ ਹੀ ਮੈਂ ਬ੍ਰੇਕਾਂ ਲਾ ਦੂੰਗਾ ਕਿ ਪਾਨ ਰੋਕਸ ਰੋਖ ਰਾਵਤ, ਕ੍ਰੁੱਧ ਜੁੱਧ ਫਿਰੇ। ਪਾਨ ਰੋਕਸ, ਹਾਂ ਰੋਖ ਰਾਵਤ, ਗੁੱਸੇ ਨਾਲ ਭਰੇ ਹੋਏ, ਕ੍ਰੁੱਧ ਜੁੱਧ ਫਿਰੇ। ਕ੍ਰੋਧ ਕੇ ਫਿਰ ਆ ਗਏ। ਗਾਹੇ ਜ਼ਿਆਦਾ ਗਾਹੇ ਜਿਹੜੇ ਮੂਰਖ ਹੁੰਦੇ ਨੇ ਪਿੱਛੋਂ ਮੰਨਦੇ ਨੇ, ਜਿਹੜੇ ਸਿਆਣੇ ਹੁੰਦੇ ਨੇ ਪਹਿਲਾਂ ਮੰਨ ਜਾਂਦੇ ਨੇ। ਜਿੰਨਾ ਜ਼ਿਆਦਾ ਮੂਰਖ ਹੋ ਉਨਾ ਹੀ ਲੇਟ ਬਣਦਾ। ਘੱਟ ਅਕਲ ਵਾਲੇ ਦੀ ਗੱਲ ਔਖੀ ਸਮਝ ਆਉਂਦੀ ਹੈ, ਘੱਟ ਜਿੰਨੀ ਅਕਲ ਹੁੰਦੀ ਹੈ ਉਨੀ ਗੱਲ ਉਹਦੇ ਦੇਰ ਨਾਲ ਸਮਝ ਆਉਂਦੀ ਹੈ। ਜਿਹੜਾ ਨੇੜੇ ਹੁੰਦਾ ਉਹ ਛੇਤੀ ਸਮਝ ਲੈਂਦਾ ਗੱਲ। ਜਿਹੜੇ ਦੇਰ ਨਾਲ ਸਮਝਦੇ ਨੇ ਉਹ ਤੋਂ ਪਤਾ ਲੱਗਦਾ ਵੀ ਇਹਨੂੰ ਅਕਲ ਘੱਟ ਹੈ, ਇਹ ਹਰਾਮਜ਼ਾਦਗੀ ਜ਼ਿਆਦਾ ਕਰਦਾ, ਜਾਣ ਬੁੱਝ ਕੇ ਸਮਝਣੀ ਨਹੀਂ ਚਾਹੁੰਦਾ। ਗਾਹੇ ਗਾਹੇ ਗਜੀ ਰਥੀ ਰਣ, ਅੰਤ ਭੂਮ ਗਿਰੇ। ਹਾਂ ਗਾਹੇ ਵਗਾਹੇ ਦੂਜਿਆਂ ਨੂੰ ਵੀ ਪ੍ਰਚਾਰ ਕਰਦੇ ਫਿਰਦੇ ਨੇ ਨਾ ਪਰੇ ਜਾ ਕੇ, ਕਿ ਆਪਾਂ ਨੇ ਐ ਨਹੀਂ ਕਰਨਾ, ਉਹ ਨਹੀਂ ਕਰਨਾ। ਪਾਰਟੀ 'ਚ ਮਤਲਬ ਜਿਹੜੀ ਪਿੱਛੇ ਕਈ ਕੱਟੜ ਹੁੰਦੇ ਨੇ ਨਾ, ਕਈ ਕਿਸੇ ਵੀ ਮਤ 'ਚ ਕੱਟੜ ਬੰਦੇ ਹੁੰਦੇ ਨੇ, ਉਹ ਆਪਣੇ ਨਾਲ ਦੇ ਨੂੰ ਤਕੜਾ ਕਰਦੇ ਫਿਰਦੇ ਰਹਿੰਦੇ ਨੇ। ਦੂਰ ਤਕੜਾ ਰਾਹੀਂ ਥੋੜ੍ਹੀ ਪਬਲਿਕ ਸੀ ਉੱਥੇ ਬੈਠੀ। ਉਹ ਅਖੀਰ ਨੂੰ ਜਿਹੜੇ ਇਹ ਫਿਰਦੇ ਸੀ ਰਥਾਂ ਦੇ ਵਿੱਚ ਦੂਜਿਆਂ ਨੂੰ ਆਪਣੀ ਪਾਰਟੀ ਖੜੀ ਕਰਦੇ ਬਣਾਉਂਦੇ, ਉਹ ਆਖਰ ਸਾਰੀ ਹਥਿਆਰ ਸੁੱਟਦੇ ਜਾਂਦੇ ਨੇ। ਜਿਹੜਾ ਆ ਜਾਂਦਾ ਉਹੀ ਹਥਿਆਰ ਸੁੱਟ ਦਿੰਦਾ। ਲਾਜਵਾਬ ਦੂਏ ਮੰਗਰ ਪੈ ਜਾਂਦੇ ਨੇ ਨਾ, ਦੂਏ ਪਾਸੇ ਪਬਲਿਕ ਜ਼ਿਆਦਾ ਜਾ ਹੋ ਜਾਂਦੀ ਹੈ। ਦੂਏ ਵੀ ਤਾਂ ਕਹਿੰਦੇ ਨੇ ਵੀ ਜਦ ਸਾਰਿਆਂ ਦਾ ਰੁਖ ਦੇਖਦਾ ਫਿਰ। ਤਾਣ ਤਾਣ ਸੰਧਾਨ ਬਾਣ, ਪ੍ਰਮਾਣ ਕਾਨ ਸੁਬਾਹਾ। ਹਾਂ ਕਾਨ ਤਾਨ ਸੰਧਾਨ ਬਾਣ, ਸੰਧਾਨ ਬਾਣ। ਆ ਜਿਹੜਾ ਬਾਣ ਹੈ ਜਾਂ ਖਿੱਚਦੇ ਨੇ ਕੰਨ ਤੱਕ ਆ ਜਾਂਦਾ ਹੁੰਦਾ ਖਿੱਚਿਆ ਹੋਇਆ, ਐ ਫੜੀ ਹੁੰਦੀ ਹੈ ਕਮਾਨ, ਕੰਨ ਪ੍ਰਮਾਣ ਲੈ ਜਾਣਾ ਖਿੱਚ ਕੇ। ਯਾਨੀ ਪੂਰੇ ਜ਼ੋਰ ਨਾਲ ਗੱਲ, ਪੂਰੀ ਤਾਣ ਲਾ ਕੇ ਬੁੱਧੀ ਦਾ ਗੱਲ ਕਰਦੇ ਨੇ। ਪਹਿਲਾਂ ਤਾਂ ਗੱਲਾਂ ਬਹੁਤੀਆਂ ਹੁੰਦੀਆਂ ਨੇ ਕਰਨ ਨੂੰ, ਫਿਰ ਗੱਲ ਕੋਈ ਵੱਜ ਜਾਂਦੀ ਹੈ। ਜਦ ਗੱਲੇ ਕੋਈ ਵੱਜਦੀ ਹੈ, ਫਿਰ ਪੂਰੀ ਬੁੱਧੀ ਨੂੰ ਖਿੱਚ ਕੇ ਫਿਰ ਗੱਲ ਚਲਾਉਣੇ ਪੈਂਦੇ ਨੇ ਤੀਰ, ਸੋਚ ਸਮਝ ਕੇ। ਹਾਂ ਬਹੁਤ ਵਿਚਾਰ ਨਾਲ ਗੱਲ ਕਰਨੀ ਪੈਂਦੀ ਹੈ ਫਿਰ। ਬਾਹੇ ਬਾਹੇ ਫਿਰੇ ਸੁਬਾਹਣ, ਛਤਰ ਧਰਮ ਨਿਵਾਹੇ। ਛਤਰੀ ਧਰਮ ਨਿਭਾਉਂਦੇ ਨੇ ਵੀ ਆਪਾਂ ਹਾਰਨਾ ਨਹੀਂ ਹੈ। ਛਤਰੀ ਧਰਮ ਵੀ ਹਾਰ ਨਹੀਂ ਮੰਨਣੀ। ਛਤਰੀ ਧਰਮ ਨਿਭਾ ਕਰਦੇ ਨੇ ਸਿਰਫ, ਵੀ ਛੇਤੀ ਹਾਰ ਨਹੀਂ ਮੰਨਣੀ ਆਪਾਂ ਨੇ। ਵੇਦ ਵੇਦ ਸੋ ਬਾਣ ਅੰਗ, ਜਵਾਨ ਜੂਝੇ ਐਸ। ਛਤਰੀ ਧਰਮ ਕੀ ਹੁੰਦਾ? ਛਤਰੀ ਕੀ ਹੁੰਦੀ ਹੈ? ਛਤਰੀ ਤੋਂ ਛਤਰੀ ਕੋਈ ਗੱਲ। ਜਿਹੜੇ ਦੁਨੀਆਂ ਦੇ ਰਕਸ਼ਕ ਬਣਦੇ ਨੇ ਨਾ, ਬਾਹਰਲੀ ਮਤਲਬ ਹੈ ਸੁਰੱਖਿਆ ਕਰਦੇ ਨੇ ਬਾਹਰਲੇ ਕਿਸੇ ਹਮਲਿਆਂ ਤੋਂ, ਬਾਹਰਲੇ ਹਮਲਿਆਂ ਤੋਂ ਆਪਣੀ ਪਬਲਿਕ ਦੀ, ਉਹ ਉਹਨਾਂ ਨੂੰ ਛਤਰੀ ਕਹਿਣ ਲੱਗ ਗਏ। ਉਹ ਜਿਵੇਂ
ਛਤਰੀ ਹੁਣ ਵੀ ਦਿੰਦਾ ਹੈ, ਅਮਰੀਕਾ ਨਹੀਂ ਦਿੰਦਾ ਛਤਰੀ ਪਰਮਾਣੂ, ਉਹਨਾਂ ਦੀ ਰੱਖਿਆ ਕਰਨ ਵਾਸਤੇ। ਉਹ ਜਿਹੜੇ ਨਾਲ ਸੀ ਇਹਨਾਂ ਦੇ ਜੁੜੇ ਹੋਏ ਰਥਾਂ ਵਾਲਿਆਂ ਦੇ, ਉਹ ਛਤਰੀ ਧਰਮ ਹੈ। ਨਾਲ ਦਿਆਂ ਨੂੰ ਦੇਖਦੇ ਨੇ ਵੀ ਜੇ ਨਾਲ ਦੇ ਨਾ ਕਹਿ ਜਾਣ ਵੀ ਇਹ ਮੰਨ ਗਏ ਅਸੀਂ ਕਿੱਧਰ ਜਾਈਏ ਹੁਣ, ਆਪਣਾ ਧਰਮ ਨਿਭਾਉਂਦੇ ਨੇ। ਆ ਤਾਂ ਕਹਿੰਦੇ ਨੇ ਵੀ ਦੱਸੋ ਵੀ ਹਥਿਆਰ ਛੱਡ ਦਈਏ ਲੜਨਾ। ਉਹ ਜਾਂ ਹੁਣ ਇੱਕ ਲੀਡਰ ਛੱਡਦਾ ਹੈ ਆਪਣੀ ਕਿਸੇ ਪਾਸਾ ਬਦਲਦਾ, ਨਾਲ ਦਿਆਂ ਨੂੰ ਪੁੱਛਦਾ ਹੀ ਹੈ ਨਾ। ਜਾਂ ਲੀਡਰ ਕੋਈ ਸਰੈਂਡਰ ਕਰਦਾ ਤਾਂ ਨਾਲ ਦਿਆਂ ਦੀ ਸਲਾਹ ਤਾਂ ਲੈਂਦਾ ਹੀ ਹੈ ਨਾ ਵੀ ਆਪਾਂ ਨੂੰ ਸਾਰੇ ਤੁਸੀਂ ਰਜਾਮੰਦ ਹੋ। ਜੇ ਤੁਸੀਂ ਨਹੀਂ ਰਜਾਮੰਦ, ਮੈਂ ਰਜਾਮੰਦ ਹੈਗਾ, ਮੈਂ ਵੀ ਤੁਹਾਡੇ ਨਾਲ ਹੀ ਫਿਰ ਖੜਾ ਰਹਿਣਾ। ਜੇ ਤੁਸੀਂ ਸਾਰੇ ਰਜਾਮੰਦ ਹੋ ਤਾਂ ਆਪਾਂ ਆਪਣਾ ਝੰਡਾ ਲਾ ਕੇ ਦੂਆ ਲਾ ਲਈਏ। ਝੰਡਾ ਹੀ ਬਦਲਣਾ, ਝੰਡਾ ਹੀ ਬਦਲਣਾ, ਹੋਰ ਤਾਂ ਕੁਛ ਨਹੀਂ ਹੈ। ਝੰਡਾ ਦੂਆ ਲਾ ਲੈਣੇ। ਵੇਦ ਵੇਦ ਸੋ ਬਾਣ ਅੰਗ ਜਵਾਨ ਜੂਝੇ ਐਸ। ਵੇਦ ਵੇਦ ਸੋ ਬਾਣ ਅੰਗ, ਸੋ ਬਾਣ ਅੰਗ, ਬਾਣਾਂ ਦੇ ਨਾਲ ਵੇਦੇ ਹੋਏ ਨੇ ਅੰਗ ਜਿਨ੍ਹਾਂ ਦੇ ਜਵਾਨ ਜੂਝੇ ਐਸ। ਜਵਾਨ ਐਸੇ ਜੂਝੇ ਨੇ ਕਿ ਉਹ ਬਿੰਨੇ ਗਏ ਨੇ ਤੀਰਾਂ ਨਾਲ। ਭੂਰ ਭਾਰਤ ਕੇ ਸਮੇਂ ਸਰ ਸੇਜ ਭੀਖਮ ਜੈਸ। ਜਿਵੇਂ ਜਿਹੜਾ ਮਹਾਭਾਰਤ ਦੀ ਲੜਾਈ ਵੇਲੇ ਭੀਸ਼ਮ ਪਿਤਾਮਹ ਤੀਰਾਂ ਦੀ ਸੇਜ ਤੇ ਪਿਆ, ਤੀਰੇ ਤੀਰ ਨੇ ਥੱਲੇ ਐ ਬੰਨੇ ਪਏ ਨੇ ਅੰਗ, ਵਿੱਚੇ ਹੀ ਨੇ ਖੜੇ, ਜਾਣੀ ਤੀਰ ਗਿਰੇ ਨਹੀਂ। ਤੀਰ ਕਹਿਣ ਦਾ ਮਤਲਬ ਉਹਨਾਂ ਦੇ ਗੱਡੇ ਪਏ, ਚੁਭੇ ਹੋਏ ਤੀਰ ਉਵੇਂ ਲਈ ਫਿਰਦੇ ਨੇ ਸਰੀਰ ਦੇ ਵਿੱਚ। ਵਿਸ਼ਨ ਪਦ ਸਾਰੰਗ ਇਹ ਵਿਦ ਬਹੁਤ ਸੰਨਿਆਸੀ ਮਾਰੇ। ਇਸ ਤਰੀਕੇ ਨਾਲ ਬਹੁਤ ਸਾਰੇ ਸੰਨਿਆਸੀ ਮਾਰ ਦਿੱਤੇ ਉਹਨੇ, ਮਨਾ ਲਏ ਜਾਂ ਮਾਰਤੇ। ਜਿਹੜੇ ਮਾਰਤੇ ਉਹ ਵੀ ਮੰਨ ਗਏ। ਜੇ ਰਾਜਾ ਕੋਈ ਮਾਰਦੀ ਉਹ ਪ੍ਰਜਾ ਆਪਣੇ ਨਾਲ ਆ ਜਾਂਦੀ ਹੁੰਦੀ ਹੈ, ਜੇ ਰਾਜਾ ਮੰਨ ਜਾਏ ਤਾਂ ਵੀ ਪ੍ਰਜਾ ਨਾਲ ਆ ਜਾਂਦੀ ਹੁੰਦੀ ਹੈ। ਮੰਨਿਆ ਹੋਇਆ ਮਾਰਿਆ ਹੋਇਆ ਬਰਾਬਰ ਹੀ ਹੁੰਦਾ। ਕੇਤਕ ਬਾਂਧ ਬਾਰ ਮੋ ਬੋਰੇ ਕਿਤੇ ਅਗਨ ਮੋ ਜਾਰੇ। ਜਿਹੜੇ ਨਾ ਮੰਨੇ ਕਿੰਨੇ ਤਾਂ ਪਾਣੀ 'ਚ ਡੁਬੋ ਕੇ ਮਾਰਤੇ, ਕਿਤੇ ਅਗਨ ਪਾਣੀ 'ਚ ਬਹਿੰਦੇ ਹੁੰਦੇ ਤੇ। ਅਸਲ 'ਚ ਬਹੁਤੇ ਪਾਣੀ 'ਚ ਬਹਿ ਕੇ ਤਪੱਸਿਆ ਕਰਦੇ ਤੇ ਨੇ ਜਿਹੜੇ, ਉਹ ਪਾਣੀ 'ਚ ਡੁਬੋ ਕੇ ਮਾਰਤੇ ਵੀ ਤੁਸੀਂ ਤਾਂ ਬਹੁਤ ਭਗਤ ਹੋ ਵਰਣੂ ਦੇਵਤੇ ਦੇ। ਉਹ ਵਰਣੂ ਦੇਵਤੇ ਦੇ ਭਗਤ ਮੰਨਦੇ ਸੀ ਆਪਣੇ ਨੂੰ, ਵਰਣ ਪਾਣੀ ਨੂੰ ਕਹਿੰਦੇ ਨੇ। ਕੋਈ ਅੱਗ ਦੇ ਨਾਲ ਤਪਦੇ ਨੇ, ਧੂਣੀਆਂ ਤਾਪਦੇ ਨੇ, ਉਹ ਅੱਗ 'ਚ ਜਾਲਦੇ ਵੀ ਤੁਸੀਂ ਭਾਈ ਅੱਗ ਦੇ ਜ਼ਿਆਦਾ ਪਸੰਦ ਕਰਦੇ ਨੇ, ਅੱਗ ਦੇ ਭਗਤ ਨੇ, ਅੱਗ ਦੇ ਵਿੱਚ ਜਾਲ ਦਿਓ। ਉਹ ਅੱਗ ਇਹਨਾਂ ਨੂੰ ਸਾੜਦੀ ਹੈ, ਅੱਗ ਤਾਂ ਇਹਨਾਂ ਨੂੰ ਸਾੜਦੀ ਨਹੀਂ। ਕਹਿੰਦੇ ਨੇ ਸਾਨੂੰ ਅੱਗ ਨਹੀਂ ਸਾੜਦੀ, ਸਾਧਨਾ ਕੀਤੀ ਆਪਾਂ ਦੇਖੋ। ਉਹ ਅੱਗ ਨੇ ਤਾਂ ਜਾਲੇ ਦੇਣਾ ਸੀ ਉਹਨਾਂ ਨੂੰ, ਉਹਨੇ ਕਿਤੇ ਛੱਡਣਾ ਸੀ। ਇਸ ਤਰੀਕੇ ਨਾਲ ਜਾਲਤੇ। केतक एक हाथ कट डारे केतक के दवै हाथ। कईयां दा तां एक हत्थ कट्टिया, कईयां दे दो हत्थ कटते। एक हत्थ कटता, कईयां दे दो हत्थ कटते। तिल तिल पाए रथी कट डारे कटे कितन के माथ। कई रथी सी जिहड़े रथ ते चढ़े होए सी, कई वो कटते, कईयां दे मत्थे कटते। छतर चमर रत बाज कितन को काट काट रन डारे। छतर ਜਿਹੜੇ ਸੀਗੇ ਕਈਆਂ ਦੇ ਕੱਟ ਕੇ ਸੜਤੇ, ਜਿਹੜੇ ਨਾ ਮੰਨੇ। ਉਹ ਜਿਹੜੇ ਡਾਰੇ ਪਾਣੀ ਪੂਣੀ ਚ ਉਹਨਾਂ ਦੇ ਰਾਤ ਤਾਂ ਕੱਟਣੀ ਸੀ, ਫਿਰ ਉਹ ਹੰਕਾਰ ਲਾਤਾ ਦਿੰਦਾ। ਹਾਂ ਰਾਤ ਉਹਨਾਂ ਦੇ ਰਾਤ ਤਾਂ ਝੰਡੇ ਕੱਟ ਕੇ ਆਪਣੇ ਲਾਤੇ। केतक मुकुट लकुट लै तोरे केतक जूट अपारो। ਕਈਆਂ ਦੇ ਸਿਰ ਤੇ ਤਾਜ ਤੇ ਡੰਡਾ ਲੈ ਕੇ ਉਹ ਤੋੜਤੇ। ਡੰਡਾ ਲਿਆ ਮਾਰਿਆ ਤੇ ਤਾਜ ਥੱਲੇ ਗਿਆ। केतक जूट उपारो। ਕਈਆਂ ਦੇ ਜੂੜੇ ਪੱਟ ਕੇ ਰੁੰਡ ਮੁੰਡ ਕਰਤੇ। ਜੂੜੇ ਰੱਖਦੇ ਤੇ ਨਾ ਪਾ ਕੇ, ਪੱਟ ਕੇ ਜੂੜੇ ਪੁੱਟ ਦਿੱਤੇ। पक पक गिरे पिंबर बुसदापुर घाए अंग पिबरारे। ਉਹ ਪੱਕ ਪੱਕ ਕਰਕੇ ਉਹ ਗਿਰੇ ਬਸਦਾ ਪਰ ਧਰਤੀ ਤੇ ਡਿੱਗੇ, ਉਹ ਤੋਂ ਵਿੱਚੋਂ ਖੂਨ ਨਿਕਲਦਾ ਉਹਨਾਂ ਦੇ ਪੱਕ ਪੱਕ ਕਰਕੇ। ਕਾਏ ਅੰਗ ਪਿਬਰਾ। ਹਾਂ ਉਹਨਾਂ ਦੇ ਪੱਕ ਪੱਕ ਕਰਕੇ ਖੂਨ ਨਿਕਲਦਾ ਹੈ ਵਿੱਚੋਂ, ਅੰਗਾਂ ਦੇ ਵਿੱਚੋਂ। ਜਾਨਕ ਅੰਤ ਬਸੰਤ ਸਭੈ ਮਿਲ ਚਾਚਰ ਖੇਲ ਸਿਧਾਰੇ। ਜਿਹੜੇ ਬਸੰਤ ਰਿਤੂ ਦੇ ਅੰਤ ਵਿੱਚ ਉਹ ਖੇਡਦੇ ਨੇ ਹੋਲੀ, ਵੀ ਐਂ ਉਹਨਾਂ ਦੇ ਖੂਨ ਖਿਲਰਦਾ। ਬਸੰਤ ਦੇ ਅੰਤ ਵਿੱਚ ਹੋਲੀ ਖੇਡਣ ਹੁੰਦੇ, ਜਿਵੇਂ ਖੇਡਦੇ ਨੇ ਇਉਂ ਖੂਨ ਡੁੱਲਦਾ ਹੈ ਥੱਲੇ ਧਰਤੀ 'ਤੇ।